ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ US ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ 9 ਅਕਤੂਬਰ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜੇ ਹੋਏ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕੀਆਣਾ ਜੀ। ਆਇਆਂ ਨੂੰ ਸਵਾਗਤ ਹੈ ਅਟਾਰਨੀ ਟਰਕੀਆਣਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ, ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਜ, ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਗੁਰਪਾਲ ਸਿੰਘ ਸੰਧੂ, ਸਿਟਰੋਸਾਈਡ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਟਾਰਨੀ ਟਰਕੀਆਣਾ ਜੀ, ਪਿਛਲੇ 3 ਜਿਹੜੇ ਆਪਾਂ ਭਾਗ ਕੀਤੇ ਨੇ ਅਸਾਈਲਮ ਦੇ ਨਾਲ ਸੰਬੰਧਿਤ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਆ ਕੇਸ ਕਿਸ ਤਰੀਕੇ ਦੇ ਨਾਲ ਅਸਾਈਲਮ ਦੇ ਲਈ ਅਪਲਾਈ ਕੀਤਾ ਜਾਂਦਾ, ਅਸਾਈਲਮ ਦੀ ਹੋਂਦ ਤੋਂ ਲੈ ਕੇ ਇਹ ਵੱਖ-ਵੱਖ ਹਿੱਸਿਆਂ ਦੇ ਉੱਤੇ ਆਪਾਂ ਜਿਹੜੀ ਉਹ ਨਜ਼ਰ ਮਾਰੀ ਆ। ਸੋ ਆਪਣੇ ਅੱਜ ਦੇ ਟੌਪਿਕ ਦੇ ਵਿੱਚ ਜਿਹੜੇ ਇਸ ਚੌਥੇ ਭਾਗ ਦੇ ਵਿੱਚ ਅਸਾਈਲਮ ਦੇ ਨਾਲ ਜਿਹੜਾ ਸੰਬੰਧਿਤ ਆ, ਉਸ ਦੇ ਵਿੱਚ ਆਪਾਂ ਕਾਹਦੀ ਗੱਲਬਾਤ ਕਰਨ ਜਾ ਰਹੇ ਹਾਂ ਜੀ। ਜਿੱਦਾਂ ਪਹਿਲੇ ਭਾਗਾਂ 'ਚ ਆਪਾਂ ਗੱਲ ਕੀਤੀ ਸੀਗੀ ਕਿ ਆਪਣਾ ਜਿਹੜਾ ਰਿਸਪੋਂਡੈਂਟ ਆ ਜਾਂ ਕਲਾਇੰਟ ਜਿਹਨੂੰ ਤੁਸੀਂ ਕਹਿ ਦਿੰਦੇ ਆ, ਉਹ ਬਾਰਡਰ ਤੇ ਪਹਿਲਾਂ ਪਹੁੰਚਿਆ, ਫਿਰ ਉਹ ਇਮੀਗ੍ਰੇਸ਼ਨ ਕੋਰਟ 'ਚ ਪਹੁੰਚ ਗਿਆ। ਇਮੀਗ੍ਰੇਸ਼ਨ ਕੋਰਟ ਤੇ ਆਪਾਂ ਗੱਲ ਕੀਤੀ ਸੀ ਕਿ ਨੋਟਿਸ ਟੂ ਅਪੀਅਰ। ਸੋ ਪਹਿਲਾਂ ਉਹ ਕਿਉਂਕਿ ਇੰਪੋਰਟੈਂਟ ਡਾਕੂਮੈਂਟ ਸੀਗਾ, ਉਹਦੇ ਬਾਰੇ ਆਪਾਂ ਕਾਫੀ ਡਿਸਕਸ਼ਨ ਕੀਤੀ ਸੀਗੀ ਪਿਛਲੀ ਵਾਰੀ। ਸੋ ਹੁਣ ਆਪਾਂ ਇਹ ਮੰਨ ਲੈਂਦੇ ਹਾਂ ਕਿ ਨੋਟਿਸ ਟੂ ਅਪੀਅਰ ਪ੍ਰੋਪਰ ਆ ਅਤੇ ਉਹਦੇ ਉੱਤੇ ਵਕੀਲ ਦੀ ਕੋਈ ਰਿਸਪੋਂਡੈਂਟ ਦੇ ਵਕੀਲ ਦੀ ਕੋਈ ਓਬਜੈਕਸ਼ਨ ਨਹੀਂ ਹੈਗੀ। ਮਤਲਬ ਉਹ ਮੰਨ ਰਿਹਾ ਕਿ ਨੋਟਿਸ ਟੂ ਅਪੀਅਰ ਪ੍ਰੋਪਰ ਆ ਅਤੇ ਹੁਣ ਆਪਣਾ ਮੁਕੱਦਮਾ ਅੱਗੇ ਸ਼ੁਰੂ ਹੋਊਗਾ, ਹੈ ਨਾ। ਸੋ ਆਪਾਂ ਹੁਣ ਇਹ ਸਭ ਤੋਂ ਇੰਟਰਸਟਿੰਗ ਪਾਰਟ ਹੁੰਦਾ ਕਿਸੇ ਵੀ ਵਕੀਲ ਦੇ ਕੰਮ ਦਾ, ਕਿਉਂਕਿ ਪਹਿਲਾਂ ਤੁਸੀਂ ਕਲਾਇੰਟ ਨੂੰ ਮਿਲਦੇ ਹੋ, ਆਪਣੇ ਬਾਰੇ ਦੱਸਦੇ ਹੋ, ਕਲਾਇੰਟ ਫਿਰ ਦੇਖਦਾ ਕਿਹੜਾ ਵਕੀਲ ਕਰਨਾ ਕਿਹੜਾ ਨਹੀਂ ਕਰਨਾ, ਅਤੇ ਫਿਰ ਤੁਸੀਂ ਸਾਰਾ ਜਿਹੜਾ ਉਹਨਾਂ ਦੀ ਡੈਕਲਰੇਸ਼ਨ, ਟੈਸਟੀਮਨੀ, ਹਾਰਡ ਪਾਰਟ ਜਿਹਨੂੰ ਕਹਿ ਲਓ, ਜਿਹੜਾ ਬੈਕਗਰਾਊਂਡ ਵਰਕ ਆ ਉਹ ਤੁਸੀਂ ਕਰ ਲੈਂਦੇ ਹੋ। ਸੋ ਹੁਣ ਤੁਸੀਂ ਸਾਰਾ ਕੁਛ ਆਲਰੇਡੀ ਸਬਮਿਟ ਕਰਤਾ, ਤੁਸੀਂ ਹੁਣ ਕੋਰਟ ਦੇ ਮੂਹਰੇ ਪਹੁੰਚ ਗਏ ਹੋ। ਸੋ ਹੁਣ ਤੁਹਾਡਾ ਜਿਹੜਾ ਫਾਈਨਲ ਟਰਾਇਲ ਦਾ ਦਿਨ ਆ, ਇਹਨੂੰ ਇੰਡੀਵਿਜੂਅਲ ਹੀਅਰਿੰਗ ਕਿਹਾ ਜਾਂਦਾ ਜਾਂ ਇਹਨੂੰ ਮੈਰਿਟਸ ਹੀਅਰਿੰਗ ਵੀ ਕਿਹਾ ਜਾਂਦਾ, ਕਿ ਮਤਲਬ ਇਹ ਤੁਹਾਡੀ ਫਾਈਨਲ ਡੇਟ ਜਿਹਨੂੰ ਫਾਈਨਲ ਤਰੀਕ ਕਹਿੰਦੇ ਆ ਉਹ ਆ ਜੀ। ਸੋ ਫਾਈਨਲ ਤਰੀਕ ਬਾਰੇ ਆਪਾਂ ਡਿਸਕਸ ਕਰਾਂਗੇ। ਇਹ ਲਾਇਰ ਲਈ ਸਭ ਤੋਂ ਵਧੀਆ ਇਸ ਲਈ ਹੁੰਦਾ ਕਿਉਂਕਿ ਜਿਹੜਾ ਸਾਰਾ ਕੰਮ ਹੁੰਦਾ ਉਹ ਸਾਰਾ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੁੰਦੇ ਹੋ, ਅਤੇ ਹੁਣ ਤੁਹਾਡਾ ਜਿਹੜਾ ਪਰਫੋਰਮੈਂਸ ਦਾ ਟਾਈਮ ਆਉਂਦਾ, ਜਿਵੇਂ ਕਿ ਕਹਿ ਲਓ ਕਿ ਇੱਕ ਐਥਲੀਟ ਗੇਮ ਦੀ ਤਿਆਰੀ ਕਰਦਾ ਅਤੇ ਪਹਿਲਾਂ ਸਾਰਾ ਜਿਹੜਾ ਹਾਰਡ ਪਾਰਟ ਟ੍ਰੇਨਿੰਗ ਸਾਰਾ ਮੁੱਕ ਗਿਆ, ਅਤੇ ਹੁਣ ਜਾ ਕੇ ਤੁਸੀਂ ਆਪਣੀ ਕਹਿ ਲਓ ਫੀਲਡ ਦੇ ਉੱਤੇ ਪਰਫੋਰਮੈਂਸ ਜਿਹੜੀ ਕਰਨੀ ਆ, ਅਤੇ ਤੁਹਾਨੂੰ ਵੀ ਉਹਦੇ ਵਿੱਚ ਮਜ਼ਾ ਆਉਂਦਾ, ਤੁਹਾਡੀ ਆਪਣੀ ਮਿਹਨਤ ਦਾ ਫਲ ਉਹਦੇ ਵਿੱਚ ਤੁਹਾਨੂੰ ਮਿਲ ਸਕਦਾ। ਫਿਰ ਅੱਗੇ ਜਿਹੜਾ ਕਲਾਇੰਟ ਆ ਉਹਨੂੰ ਵੀ ਪੂਰਾ ਮੌਕਾ ਕਿ ਹੁਣ ਖੁੱਲ੍ਹ ਕੇ ਆ ਕੇ ਜੱਜ ਸਾਹਿਬ ਨੂੰ ਆਪਣੀਆਂ ਗੱਲਾਂ ਦੱਸ ਸਕੇ। ਜੀ। ਸੋ ਹੁਣ ਆਪਾਂ ਅਦਾਲਤ ਦੇ ਵਿੱਚ ਜਿਹੜੇ ਉਹ ਪਹੁੰਚ ਰਹੇ ਹਾਂ, ਪਹੁੰਚ ਗਏ ਹਾਂ ਜੀ। ਸੋ ਜਿਹੜੇ ਡਿਸਕਸ਼ਨ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਹੋਣੀ ਹੈ, ਸੋ ਹਾਊਸਕੀਪਿੰਗ ਰੂਲਸ ਜੇ ਤੁਸੀਂ ਥੋੜ੍ਹਾ ਜਿਹਾ ਜਿਹੜਾ ਦੱਸ ਦਿਓ ਇਸ ਤੋਂ ਪਹਿਲਾਂ। ਸੋ ਪਹਿਲਾਂ ਵੀ ਪਿਛਲੀ ਵਾਰੀ ਰਿਕੁਐਸਟ ਕੀਤੀ ਸੀ ਕਿ ਜਦੋਂ ਸਾਨੂੰ ਇੱਕ ਨਾ ਕਾਫੀ ਪ੍ਰੋਬਲਮ ਆ ਰਹੀ ਆ ਕੇਸਿਸ ਡੀਲ ਕਰਨ ਦੇ ਵਿੱਚ, ਉਹਦਾ ਰੀਜ਼ਨ ਇਹ ਹੈ ਕਿ ਡਾਕੂਮੈਂਟਸ ਕਲਾਇੰਟ ਕਿੱਦਾਂ ਐਕਸਚੇਂਜ ਕਰਦੇ ਆ। ਸੋ ਮੇਨਲੀ ਤਾਂ ਇਹ ਹੈਗਾ ਕਿ ਪਹਿਲੀ ਮਾਸਟਰ ਹੀਅਰਿੰਗਸ ਅਤੇ ਉਸ ਤੋਂ ਬਾਅਦ ਇੰਡੀਵਿਜੂਅਲ ਹੀਅਰਿੰਗ, ਹੈ ਨਾ। ਕੰਮ ਸਿੰਪਲ ਜਿਹਾ ਹੋਣਾ ਚਾਹੀਦਾ ਕਿ ਵਕੀਲ ਦੱਸੇ ਕਿ ਮੈਨੂੰ ਆਹ ਡਾਕੂਮੈਂਟ ਚਾਹੀਦੇ ਆ ਅਤੇ ਕਲਾਇੰਟ ਉਹ ਸ਼ੇਅਰ ਕਰ ਦੇਵੇ। ਸੋ ਜਦੋਂ ਸਾਡੇ ਬਾਕੀ ਆਫਿਸਿਸ ਦਾ ਨਹੀਂ ਮੈਨੂੰ ਪਤਾ, ਪਰ ਜਿਹੜੇ ਸਾਡੇ ਹੁਣ ਕਲਾਇੰਟ ਹੈ ਉਹਨਾਂ ਲਈ ਮੈਸੇਜ ਹੈ, ਕਿਉਂਕਿ ਮੈਂ ਇਹ ਪਲੇਟਫਾਰਮ ਨੂੰ ਹੁਣ ਇਹ ਅੱਗੇ ਆਪਾਂ ਵੱਧ ਚੁੱਕੇ, ਆਡੀਅנס ਕਾਫੀ ਜੁੜ ਚੁੱਕੀ ਹੈ, ਕਈ ਕਲਾਇੰਟਸ ਰੇਡੀਓ ਸ਼ੋਅ ਤੋਂ ਕਾਫੀ ਜ਼ਿਆਦਾ ਕਲਾਇੰਟਸ ਓਬਵੀਅਸਲੀ ਆਏ ਨੇ। ਸੋ ਮੈਂ ਸਮਝਦਾ ਕਿ ਇੱਕ ਮੀਡੀਅਮੈਨ ਨਾਲ ਮੈਂ ਇੱਕ ਜਨਰਲ ਵਾਈਡ ਮੈਸੇਜ ਦੇ ਸਕਦਾ ਕਲਾਇੰਟਸ ਨੂੰ ਕਿ ਜੇ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ ਆਪਣੇ ਕਲਾਇੰਟਸ ਦੇ ਨਾਲ, ਅਤੇ ਉਹਦਾ ਸੋਲਿਊਸ਼ਨ ਵੀ ਮੈਂ ਰੇਡੀਓ ਤੋਂ ਲੱਭ ਸਕਾਂ। ਸੋ ਪ੍ਰੋਬਲਮ ਇਹ ਆ ਰਹੀ ਹੈ ਕਿ ਜਦੋਂ ਤੁਹਾਨੂੰ ਪਹਿਲੀ ਆਪਾਂ ਈਮੇਲ ਪਾਉਂਦੇ ਹਾਂ, ਆਪਾਂ ਉਹਦੇ ਵਿੱਚ ਤੁਹਾਡਾ ਨਾਮ, ਨੰਬਰ, ਫੋਨ ਨੰਬਰ ਲਿਖਦੇ ਹਾਂ, ਹੈ ਨਾ, ਕਿ ਕਾਹਦਾ ਕੇਸ ਆ। ਫਿਰ ਤੁਹਾਡੀ ਪੂਰੀ ਜੋ ਤੁਸੀਂ ਸਾਡੇ ਨਾਲ ਪਹਿਲੀ ਕੰਸਲਟੇਸ਼ਨ ਕਰਦੇ ਹੋ ਉਹਦਾ ਸਾਰਾ ਲਿਖਿਆ ਹੁੰਦਾ ਕਿ ਕੀ ਡਿਸਕਸ ਕੀਤਾ ਇਹਨਾਂ ਨੇ, ਕੀ ਕਰਨਾ, ਸਟ੍ਰੈਟਜੀ ਕਿੱਦਾਂ ਕਰਨੀ ਹੈ।
ਸੋ ਮੈਂ ਉਦੋਂ ਵੀ ਤੁਹਾਨੂੰ ਰਿਕੁਐਸਟ ਕਰਦਾ ਕਿ ਉਹਨੂੰ ਰਿਪਲਾਈ ਆਲ ਕਰਕੇ ਮੈਨੂੰ ਤੇ ਮੇਰੀ ਟੀਮ ਨੂੰ ਸਾਰਿਆਂ ਨੂੰ ਕਾਪੀ ਕਰੋ। ਉਹੀ ਈਮੇਲ ਰੱਖੋ, ਨਵੀਂ ਈਮੇਲ ਨਾ ਸ਼ੁਰੂ ਕਰੋ, ਕਿਉਂਕਿ ਨਾਮ ਬਿਨਾਂ ਨਾਮ ਤੋਂ ਨੰਬਰ ਤੋਂ ਪਛਾਣਿਆ ਨਹੀਂ ਜਾਂਦਾ ਬੰਦਾ। ਕਾਫੀ ਜ਼ਿਆਦਾ ਸੇਮ ਨਾਮ ਦੇ ਕੇਸ ਹੋ ਜਾਂਦੇ ਆ, ਫਿਰ ਜਦੋਂ ਤੁਸੀਂ ਕਾਲ ਕਰਦੇ ਹੋ ਪਤਾ ਨਹੀਂ ਲੱਗਦਾ ਕਈ ਵਾਰੀ, ਹੈ ਨਾ। ਸੋ ਤੁਸੀਂ ਉਹਨੂੰ ਰਿਪਲਾਈ ਆਲ ਕਰਕੇ ਕਰੋ, ਤਾਂ ਕਿ ਉਹ ਜਿਹੜੀ ਸਾਡੀ ਈਮੇਲ ਚੇਨ ਆ ਉਹ ਇੱਕੋ ਚੱਲਦੀ ਰਹੇ। 100 200 300 ਜਿੰਨੀਆਂ ਵੀ ਈਮੇਲ ਸਾਡੀਆਂ ਪੂਰੇ ਕੇਸ 'ਚ ਐਕਸਚੇਂਜ ਹੋਣੀਆਂ, ਸਾਰੀਆਂ ਇਕੱਠੀਆਂ ਇੱਕੋ ਥਰੈਡ ਦੇ ਵਿੱਚ ਰਵੇ। ਤੇ ਜਿਹੜੇ ਵੀ ਡਾਕੂਮੈਂਟਸ ਤੁਸੀਂ ਸ਼ੇਅਰ ਕਰਨੇ ਆ, ਰਿਪਲਾਈ ਆਲ ਕਰਕੇ ਸਾਰੇ ਉਹਨੂੰ ਸਕੈਨ ਕਰਾ ਕੇ ਪ੍ਰੋਪਰ ਆਪਣੇ ਉੱਥੋਂ ਫੈਡੈਕਸ ਤੋਂ ਕਿਤੋਂ ਵੀ ਫੇਰ ਸਕੈਨ ਕਰੋ। ਜਿਹੜੇ ਤੁਸੀਂ ਫੋਟੋਆਂ ਨਾਲ ਸਕੈਨ ਕਰਦੇ ਹੋ, ਪਿੱਛੇ ਕਿਚਨ ਦਾ ਟੇਬਲ ਦਾ ਕਾਊਂਟਰ ਟਾਪ ਆ ਰਿਹਾ, ਉਹਨੂੰ ਆਪਾਂ ਸਬਮਿਟ ਨਹੀਂ ਕਰ ਸਕਦੇ, ਉਹ ਜੱਜ ਨੂੰ ਵੀ ਵਧੀਆ ਨਹੀਂ ਲੱਗਦੇ। ਤਾਂ ਤੁਸੀਂ ਪਲੀਜ਼ ਜਾਂ ਤਾਂ ਸਕੈਨਰ ਪ੍ਰਿੰਟਰ ਦੇ ਵਿੱਚ ਇਨਵੈਸਟ ਕਰੋ, ਜਾਂ ਜਿਹੜੀ ਵੀ ਫੈਡੈਕਸ ਵਗੈਰਾ ਉੱਥੇ ਜਾ ਕੇ ਸਹੀ ਤਰੀਕੇ ਦੇ ਨਾਲ ਵਕੀਲ ਨੂੰ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਆ ਉਹ ਭੇਜਿਆ ਕਰੋ। ਤੇ ਕਿਸੇ ਹੋਰ ਬਗਾਨੇ ਬੰਦੇ ਦੀ ਈਮੇਲ ਤੋਂ ਨਹੀਂ ਕਰਨਾ, ਕਿਉਂਕਿ ਤੁਹਾਡੀ ਈਮੇਲ ਸਾਡੇ ਕੋਲ ਹੁਣ ਕਈ ਵਾਰੀ ਕੀ ਹੈ ਕਿ ਤੁਸੀਂ ਸਬਜੈਕਟ ਨਹੀਂ ਲਿਖਦੇ ਹੋ, ਸਿੱਧਾ ਹੀ ਈਮੇਲ ਭੇਜ ਦਿੰਦੇ ਹੋ। ਤੇ ਇੱਕ ਈਮੇਲ 'ਚ ਇੱਥੇ ਸਾਰਾ ਕੁਝ ਆ ਜਾਂਦਾ, ਤੁਸੀਂ 20-25 ਈਮੇਲਸ ਭੇਜਦੇ ਹੋ, ਨਾਮ ਕੋਈ ਲਿਖਿਆ ਨਹੀਂ ਕਲਾਇੰਟ ਦਾ, ਕਿੱਦਾਂ ਨਾ। ਤਾਂ ਸਾਡੇ ਲਈ ਇੰਪੋਸੀਬਲ ਆ ਕਿ ਉਹਨੂੰ ਸਮਝਣਾ ਕਿ ਆ ਕੌਣ ਸਾਨੂੰ ਡਾਕੂਮੈਂਟ ਭੇਜ ਰਿਹਾ, ਕਿੱਥੋਂ ਇਹ ਆਇਆ। ਸੋ ਤੁਸੀਂ ਜੇ ਤੁਹਾਨੂੰ ਈਮੇਲ ਨਹੀਂ ਆਉਂਦੀ ਆ, ਤੁਸੀਂ ਪਲੀਜ਼ ਕਿਸੇ ਦੀ ਹੈਲਪ ਲੈ ਲਓ। ਸੋ ਜੇ ਤੁਸੀਂ ਸਾਡੇ ਨਾਲ ਡੀਲ ਕਰਨਾ, ਤਾਂ ਸਭ ਤੋਂ ਇੰਪੋਰਟੈਂਟ ਐਸਪੈਕਟ ਇਹਦਾ ਇਹ ਹੈਗਾ ਕਿ ਤੁਸੀਂ ਡਾਕੂਮੈਂਟ ਕਿੱਦਾਂ ਸਾਡੇ ਨਾਲ ਸ਼ੇਅਰ ਕਰਦੇ ਹੋ। ਇੱਕ ਕੇਸ ਕਰਕੇ ਮੈਂ ਆਪਣੇ ਜਿਹੜੇ 10 ਹੋਰ ਕੇਸ ਆ ਉਹ ਖਰਾਬ ਨਹੀਂ ਕਰ ਸਕਦਾ। ਸੋ ਤੁਸੀਂ ਪਲੀਜ਼ ਸਾਡਾ ਟਾਈਮ ਉਹਦੀ ਰਿਸਪੈਕਟ ਕਰੋ। ਆਪਾਂ ਤੁਹਾਡੇ ਕੇਸ ਦੀ, ਤੁਹਾਡੇ ਟਾਈਮ ਦੀ ਵੀ ਇਕੁਅਲੀ ਰਿਸਪੈਕਟ ਕਰਾਂਗੇ। ਜੀ, ਜੀ। ਸੋ ਅੱਜ ਦੇ ਜਿਹੜੇ ਡਿਸਕਸ਼ਨ ਦੇ ਵਿੱਚ ਜਿੱਦਾਂ ਕਿਹਾ ਵੀ ਆਪਾਂ ਅਦਾਲਤ ਦੇ ਵਿੱਚ ਜਿਹੜੇ ਉਹ ਜਾ ਰਹੇ ਆ, ਸੋ ਜੀ ਇੰਡੀਵਿਜੂਅਲ ਮੈਰਿਟ ਹੀਅਰਿੰਗ ਉਸ ਦੇ ਲਈ ਤਿਆਰੀਆਂ ਜਿਹੜੀਆਂ ਆ, ਵੱਖ-ਵੱਖ ਜਿਹੜੀ ਡਿਸਕਸ਼ਨ ਆ ਉਸ ਦੇ ਵਿੱਚ ਕੀ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਅੱਜ। ਜੀ। ਸੋ ਪਹਿਲਾਂ ਤਾਂ ਜੀ ਇਹਦਾ ਪਰਪਸ ਇਹ ਹੈ ਕਿ ਸਾਰੀਆਂ ਗੱਲਾਂ ਹੋ ਜਾਂਦੀਆਂ ਤੇ ਪਤਾ ਲੱਗਦਾ ਕਿ ਕਲਾਇੰਟ ਨੂੰ ਤਾਂ ਪਤਾ ਹੀ ਨਹੀਂ ਕਿ ਕੋਰਟ ਦੇ ਵਿੱਚ ਹੋਣਾ ਕੀ ਹੈ, ਜਿੱਥੇ ਮੇਨ ਸਾਰਾ ਸ਼ੋਅ ਹੋਣਾ, ਹੈ ਨਾ। ਸੋ ਅੱਜ ਦੀ ਜਿਹੜੀ ਇਹ ਡਿਸਕਸ਼ਨ, ਇਹਦਾ ਪਰਪਸ ਇਹੀ ਹੈ ਕਿ ਕਲਾਇੰਟ ਦੀ ਥੋੜੀ ਜਿਹੜੀ ਐਂਗਜ਼ਾਇਟੀ ਹੈ ਉਹ ਦੂਰ ਹੋ ਜਾਵੇ। ਜਿਹੜੇ ਨਵੇਂ ਬੰਦੇ ਆਏ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕੋਰਟ ਦੇ ਵਿੱਚ ਕੀ ਹਿਸਾਬ ਕਿਤਾਬ ਹੁੰਦਾ, ਹੈ ਨਾ। ਤੇ ਬਾਕੀ ਤਾਂ ਹੁਣ ਜਿਹੜੇ ਥੱਲੋਂ ਦੀ ਜਿਹੜਾ ਲਾਇਰ ਤੋਂ ਬਿਨਾ ਹੋਰ ਕੋਈ ਤਾਂ ਕੋਰਟ ਦੇ ਵਿੱਚ ਵੜਿਆ ਨਹੀਂ ਹੈਗਾ, ਹੈ ਨਾ। ਜਾਂ ਤਾਂ ਲਾਇਰ ਗਿਆ ਜਾਂ ਕਲਾਇੰਟ ਗਿਆ, ਤੇ ਐਕਸਪੀਰੀਅੰਸ ਲਿਮਿਟਡ ਹੈਗਾ। ਸੋ ਕੋਸ਼ਿਸ਼ ਹੈ ਇਸ ਸ਼ੋਅ ਦੇ ਰਾਹੀਂ ਕਿ ਉਹਨਾਂ ਨੂੰ ਅੱਜ ਕੋਰਟ ਰੂਮ ਦਾ ਪੂਰਾ ਸੀਨ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਵੇ। ਜੀ, ਬਿਲਕੁਲ। ਸੋ ਆਪਾਂ ਜੇ ਸ਼ੁਰੂਆਤ ਕਰੀਏ, ਜਿਹੜੇ ਡਾਕੂਮੈਂਟਸ ਜਿਹੜੇ ਰਿਸਪੋਂਡੈਂਟ ਆ, ਉਹਨੂੰ ਕਿਹੜੇ-ਕਿਹੜੇ ਜਿਹੜੇ ਉਹ ਕੈਰੀ ਕਰਨੇ ਹੁੰਦੇ ਆ, ਨਾਲ ਕੀ ਲੈ ਕੇ ਜਾਣਾ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਜੇ ਤੁਹਾਨੂੰ ਆਏ ਨੂੰ ਇੱਥੇ ਅਮਰੀਕਾ ਦੇ ਵਿੱਚ ਟਾਈਮ ਹੋ ਗਿਆ, ਤੁਸੀਂ ਆਪਣੇ ਆਈਡੀ ਡਾਕੂਮੈਂਟ, ਡਰਾਈਵਰ ਲਾਇਸੈਂਸ ਕਹਿ ਲਓ ਜਾਂ ਜੋ ਵੀ ਫੋਟੋ ਆਈਡੀ ਆ ਉਹ ਲੈ ਕੇ ਜਾਓ। ਤੁਸੀਂ ਹੂੰ, ਆਪਣੀ ਇੱਕ ਕੰਪਲੀਟ ਫਾਈਲਿੰਗ ਜ਼ਰੂਰ ਮੰਗੋ ਆਪਣੇ ਵਕੀਲ ਤੋਂ। ਇਹ ਪਹਿਲਾਂ ਵੀ ਕਈ ਵਾਰੀ ਮੈਂ ਐਮਫਸਾਈਜ਼ ਕੀਤਾ ਕਿ ਇੱਦਾਂ ਨਹੀਂ ਕਿ ਵਕੀਲ ਨੇ ਆਪ ਹੀ ਸਾਰਾ ਕੁਝ ਕਰ ਲੈਣਾ। ਤੁਸੀਂ ਜਿਹੜੀ ਪੂਰੀ ਜਿਹੜੀ ਫਾਈਲਿੰਗ ਕੋਰਟ ਦੇ ਵਿੱਚ ਹੋਈ ਆ, ਤੁਸੀਂ ਲੈ ਕੇ ਜਾਓ, ਤਾਂ ਕਿ ਤੁਹਾਨੂੰ ਸਾਰਾ ਕੁਝ ਪਤਾ ਹੋਵੇ ਕਿ ਕੀ ਸਬਮਿਟ ਕੀਤਾ, ਕਿਹੜਾ ਐਫੀਡੈਵਿਟ ਸਬਮਿਟ ਕੀਤਾ, ਕਿਹੜਾ ਨਹੀਂ ਸਬਮਿਟ ਕੀਤਾ, ਕਿਹੜੀਆਂ ਫੋਟੋ ਸਬਮਿਟ ਕੀਤੀਆਂ, ਕਿਹੜੀਆਂ ਨਹੀਂ ਸਬਮਿਟ ਕੀਤੀਆਂ। ਸੋ ਇੱਕ ਪੂਰੀ ਫਾਈਲ ਲੈ ਕੇ ਜਾਓ, ਉਹਨੂੰ ਦੇਖੋ ਤੁਸੀਂ ਕਿ ਕੀ ਸਬਮਿਟ ਹੋਇਆ, ਹੈ ਨਾ। ਤੇ ਤੁਹਾਡਾ ਇਹ ਰਾਈਟ ਵੀ ਹੈ। ਸੋ ਉਹਦਾ ਰੀਜ਼ਨ ਇਹ ਹੈ ਕਿ ਕਈ ਵਾਰੀ ਫਿਰ ਸਰਕਾਰੀ ਵਕੀਲ ਜਦੋਂ ਕ੍ਰਾਸ ਮੈਨੂੰ ਤੁਹਾਨੂੰ ਕਰਦਾ, ਤੇ ਉਹ ਪੁੱਛ ਸਕਦਾ ਕਿ ਤੁਸੀਂ ਆਹ ਡਾਕੂਮੈਂਟ ਸਬਮਿਟ ਕੀਤਾ ਸੀਗਾ, ਇਹ 'ਚੋਂ ਮੈਂ ਸਵਾਲ ਪੁੱਛਣੇ ਆ। ਸੋ ਤੁਹਾਨੂੰ ਸਰਪ੍ਰਾਈਜ਼ ਨਹੀਂ ਕੋਈ ਹੋਣਾ ਚਾਹੀਦਾ ਉੱਥੇ ਕਿ ਇਹ ਮੇਰੇ ਵਕੀਲ ਨੇ ਕਿਉਂ ਕੀਤਾ, ਗਲਤ ਐਫੀਡੈਵਿਟ ਕੀਤਾ ਜਾਂ ਸਹੀ ਐਫੀਡੈਵਿਟ ਕੀਤਾ। ਠੀਕ ਹੈ। ਸੋ ਕਈ ਵਾਰੀ 2-2 3-3 ਵਰਜਨਾਂ ਲਾਈਆਂ ਹੁੰਦੀਆਂ ਐਫੀਡੈਵਿਟ ਦੀਆਂ, ਹੈ ਨਾ। ਜਿੱਦਾਂ ਕੇਸ ਚੱਲਦਾ 4-5 ਸਾਲ, ਪਹਿਲੇ ਸਾਲ ਤੁਸੀਂ ਕੁਛ ਸਬਮਿਟ ਕਰਤਾ, ਹੀਅਰਿੰਗ ਹੂੰ, ਤੁਹਾਡੀ ਪੋਸਟਪੋਨ ਹੋ ਗਈ, ਫਿਰ ਦੂਜੇ ਸਾਲ ਤੁਸੀਂ ਜਾ ਕੇ ਫਿਰ ਦੁਬਾਰਾ ਅਪਗ੍ਰੇਡ ਕਰਕੇ ਸਬਮਿਟ ਕਰਤੇ, ਫਿਰ ਪੋਸਟਪੋਨ ਹੋ ਗਈ। ਸੋ ਕਈਆਂ ਦੀ ਇੱਦਾਂ 2-3 ਵਾਰੀ ਹੀਅਰਿੰਗ ਪੋਸਟਪੋਨ ਹੋ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਕੰਪਲੀਟ ਏਲੀਅਨ ਫਾਈਲਿੰਗ ਹੈਗੀ ਆ, ਉਹ ਤੁਸੀਂ ਆਪਣੇ ਨਾਲ ਲੈ ਕੇ ਜਾਣੀ ਹੈ। ਇਸ ਤੋਂ ਇਲਾਵਾ ਜਿਹੜੇ ਵੀ ਓਰੀਜਨਲ ਡਾਕੂਮੈਂਟ ਹੋ ਗਏ, ਜਿੱਦਾਂ ਤੁਹਾਡੇ ਬਰਥ ਸਰਟੀਫਿਕੇਟ ਹੋ ਗਏ, ਓਰੀਜਨਲ ਐਫੀਡੈਵਿਟ ਵਗੈਰਾ ਤੁਹਾਡੇ ਕੋਲ ਜਿਹੜੇ ਸਾਰੇ ਆਏ, ਤੁਸੀਂ ਤਾਂ ਅਜੇ ਕੋਰਟ ਨੂੰ ਕਾਪੀ ਸਬਮਿਟ ਕੀਤੀਆਂ। ਸੋ ਹੁਣ ਤੁਸੀਂ ਤਰੀਕ ਦੇ ਵਿੱਚ ਆਪਣੀ ਓਰੀਜਨਲ ਡਾਕੂਮੈਂਟੇਸ਼ਨ ਨਾਲ ਲੈ ਕੇ ਜਾਣੀ ਆ, ਤਾਂ ਕਿ ਜੇ ਜੱਜ ਜਾਂ ਸਰਕਾਰੀ ਵਕੀਲ ਚਾਹਵੇ ਕਿ ਉਹਨੂੰ ਓਰੀਜਨਲ ਦਿਖਾਏ ਜਾਣ, ਤਾਂ ਤੁਹਾਡੇ ਕੋਲ ਓਰੀਜਨਲ ਹੋਣੇ ਚਾਹੀਦੇ ਆ। ਸੋ ਓਕੇ। ਜਿਹੜੇ ਫਾਊਂਡੇਸ਼ਨਲ ਡਾਕੂਮੈਂਟਸ ਹੁੰਦੇ ਆ, ਫੋਰ ਐਗਜ਼ਾਮਪਲ ਹੁਣ ਹੁਣ ਜਿਹੜਾ ਇਹ ਸਾਰਾ ਇਮੀਗ੍ਰੇਸ਼ਨ ਦਾ ਕੋਰਟ ਰੂਮ ਹੈ, ਡਿਫਰੈਂਟ ਹੈ ਦੂਜੇ ਜਿਹੜਾ ਐਕਚੁਅਲ ਸਿਵਲ ਤੇ ਕ੍ਰਿਮੀਨਲ ਕੋਰਟ ਰੂਮ ਹੁੰਦਾ। ਕਿਉਂਕਿ ਇਹਦੇ ਵਿੱਚ ਜਿਹੜਾ ਰੂਲਸ ਆਫ ਐਵੀਡੈਂਸ ਹੈਗੇ ਆ ਅਮਰੀਕਾ ਦੇ, ਉਹ ਕਾਫੀ ਜ਼ਿਆਦਾ ਰਿਲੈਕਸਡ ਹੈ। ਰਿਲੈਕਸਡ ਇਸ ਲਈ ਹੈ ਕਿਉਂਕਿ ਤੁਸੀਂ ਹੁਣ ਜਿਹੜੇ ਗਵਾਹ ਵਾ, ਜਿਹੜੇ ਐਫੀਡੈਵਿਟਸ ਵਗੈਰਾ ਲਿਖ ਰਹੇ ਆ, ਉਹਨਾਂ ਨੂੰ ਤੁਸੀਂ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦੇ ਕੋਰਟ ਦੇ ਵਿੱਚ। ਮਤਲਬ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਆ, ਸਰਕਾਰੀ ਵਕੀਲਾਂ ਨੂੰ ਜੋ ਤੁਸੀਂ ਕੋਰਟ ਦੇ ਵਿੱਚ ਕਹਿ ਰਹੇ ਹੋ ਜਾਂ ਤੁਸੀਂ ਪੇਸ਼ ਕੀਤਾ, ਉਹਨੂੰ ਉਹਦੇ ਬੇਸ ਤੇ ਹੀ, ਉਹ ਲਿਮਿਟਡ ਬੇਸ ਤੇ ਹੀ ਜਾਣਾ ਪੈਂਦਾ। ਮਤਲਬ ਕਿ ਪ੍ਰੋਪਰ ਜਿਹੜਾ ਕੋਰਟ ਰੂਮ ਵਰਗਾ ਪ੍ਰੋਸੈਸ ਨਹੀਂ ਇੱਥੇ ਹੁੰਦਾ। ਸੋ ਫਾਊਂਡੇਸ਼ਨਲ ਡਾਕੂਮੈਂਟ ਦਾ ਮਤਲਬ ਇਹ ਹੁੰਦਾ ਕਿ ਕੀ ਉਹ ਜਿਹੜੇ ਐਫੀਡੇਵਿਟ ਸੀਗੇ, ਜਾਂ ਡਾਕਟਰ ਦੀ ਲੈਟਰ ਸੀਗੀ, ਜਾਂ ਪਾਰਟੀ ਦੀ ਲੈਟਰ ਸੀਗੀ, ਕੀ ਉਹ ਜੈਨੂਇਨ ਆ ਜਾਂ ਨਹੀਂ ਜੈਨੂਇਨ ਆ, ਹੈ ਨਾ। ਇਹ ਕਿੱਦਾਂ ਪਤਾ ਲੱਗੂਗਾ ਉਹਨਾਂ ਨੂੰ।
ਉਹਦੇ ਲਈ ਤੁਹਾਨੂੰ ਫਾਊਂਡੇਸ਼ਨਲ ਡਾਕੂਮੈਂਟ ਜਿੱਦਾਂ ਕਿ ਕਿਹੜੀ ਡਾਕ ਰਾਹੀਂ ਕਿੱਦਾਂ ਆਏ, DHL ਰਾਹੀਂ ਆਏ, ਕੋਰੀਅਰ ਰਾਹੀਂ ਆਏ, ਕਿੰਨੀ ਤਰੀਕ ਨੂੰ ਤੁਹਾਨੂੰ ਮਿਲੇ। ਸੋ ਜਿਹੜੇ ਵੀ ਪ੍ਰੂਫ ਤੁਹਾਨੂੰ ਤੁਹਾਡੀ ਕੰਟਰੀ ਤੋਂ, ਹੋਮ ਕੰਟਰੀ ਤੋਂ, ਇੰਡੀਆ ਤੋਂ, ਜਿੱਥੋਂ ਵੀ ਉਹ ਡਾਕ ਰਾਹੀਂ ਜਿਹੜੇ ਉਹ ਆਉਂਦੇ, ਉਹ ਡਾਕ ਦੇ ਜਿਹੜੇ ਐਨਵਲਪ ਵਗੈਰਾ ਹੈਗੇ ਸਾਰੇ ਤੁਸੀਂ ਸਾਂਭ ਕੇ ਰੱਖਣੇ ਆ। ਉਹਦੇ ਉੱਤੇ ਕੀ ਡੇਟ, ਟਾਈਮ ਸਟੈਂਪ ਆ, ਕਿੱਦਾਂ ਤੁਹਾਨੂੰ ਮਿਲੇ ਸੀਗੇ, ਇੱਕੋ ਵਾਰੀ ਮਿਲੇ ਸੀਗੇ, ਇੱਕ ਵੱਖ-ਵੱਖ ਹਿੱਸਿਆਂ 'ਚ ਮਿਲੇ ਸੀਗੇ। ਸੋ ਉਹ ਸਾਰੀਆਂ ਜਿਹੜੀਆਂ ਤੁਸੀਂ ਡਾਕੂਮੈਂਟਸ ਵਗੈਰਾ ਆਪਣੇ ਸਾਰੇ ਸਾਂਭ ਕੇ ਰੱਖਣੇ ਆ, ਤਾਂ ਕਿ ਬਾਅਦ 'ਚ ਫਿਊਚਰ ਦੇ ਵਿੱਚ ਜਦੋਂ ਆਪਾਂ ਇੰਡੀਵਿਜੂਅਲ ਹੀਅਰਿੰਗ ਕਰੀ ਹੋਏ ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਜੀ। ਸੋ ਇਹ ਤਾਂ ਚਲੋ ਹੋ ਗਿਆ ਵੀ ਜਿਹੜਾ ਰਿਸਪੋਂਡੈਂਟ ਨੇ ਰੱਖਣਾ ਆ। ਮੈਂ ਹੁਣ ਕਿਊਰੀਅਸ ਆ ਇਹ ਜਾਣਨ ਦੇ ਲਈ ਵੀ ਤੁਹਾਡੇ ਕੋਲ ਕਿਹੜੇ-ਕਿਹੜੇ ਹੁੰਦੇ ਆ? ਸੋ ਜੀ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਜੇ ਕੋਈ ਲੇਟੈਸਟ ਕੇਸ ਲਾਅ ਹੈਗਾ ਕਿ ਜਿਹੜੇ ਵੀ ਲੇਟੈਸਟ ਡਿਸੀਜਨ ਹੋਏ ਆ, ਉਹ ਤੁਹਾਨੂੰ ਵਕੀਲ ਨੂੰ ਨਾਲ ਰੱਖ ਕੇ ਲੈ ਕੇ ਜਾਣੇ ਚਾਹੀਦੇ ਨੇ। ਇੱਕ ਵਾਰੀ ਠੀਕ ਕੇਸ ਹੈ। ਇੱਦਾਂ ਦਾ ਵੀ ਹੋਇਆ ਸੀਗਾ ਕਿ ਜਿਹੜੀ ਬ੍ਰੇਕ ਸੀਗੀ ਉਹਦੇ ਵਿੱਚ ਲਾਅ ਚੇਂਜ ਹੋ ਗਿਆ ਸੀਗਾ। ਉਹਦੇ ਵਿੱਚ ਵਾਓ! ਨਵਾਂ ਬੋਰਡ ਆਫ ਇਮੀਗ੍ਰੇਸ਼ਨ ਦਾ ਆਇਆ ਸੀਗਾ। ਹਾਂ। ਫਿਰ ਉਹ ਜੱਜ ਨੂੰ ਜਾ ਕੇ ਦੱਸਿਆ ਕਿ ਸਰਕਾਰੀ ਵਕੀਲ ਨੂੰ ਕਿ ਸਾਨੂੰ ਕੰਟੀਨਿਊਅਸ ਕਰਨੀ ਪੈਣੀ ਆ, ਆਪਾਂ ਜਾ ਸਕਦੇ ਹਾਂ, ਪਰ ਜੇ ਆਪਾਂ ਇਹ 'ਤੇ ਜਾਂਦੇ ਹਾਂ ਤੇ ਸਾਡਾ ਡਿਸੀਜਨ ਗਲਤ ਹੋ ਜਾਊਗਾ। 30 ਦਿਨ ਬਾਅਦ ਤੁਸੀਂ ਅਪੀਲ ਕਰ ਦੇਣੀ ਆ ਤੇ ਲਾਅ ਇਹਦੇ ਵਿੱਚ ਚੇਂਜ ਹੋ ਗਿਆ। ਸੋ ਕਈ ਵਾਰੀ ਤਾਂ ਇੰਨੀ ਬਰੀਕੀ ਦੇ ਵਿੱਚ ਵੀ ਗੱਲ ਪਹੁੰਚ ਜਾਂਦੀ ਹੈ, ਪਰ ਜ਼ਿਆਦਾਤਰ ਕੀ ਹੈ ਕਿ ਜਿਹੜੇ ਲੇਟੈਸਟ ਡਿਸੀਜਨਸ ਵਗੈਰਾ ਜਿਹੜੇ ਤੁਹਾਡੇ ਕੇਸ ਨੂੰ ਇਫੈਕਟ ਕਰਦੇ ਨੇ, ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਆ। ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹੜਾ ਕਿ ਲਾਅ, ਇਮੀਗ੍ਰੇਸ਼ਨ ਲਾਅ ਸਾਰਾ ਲੇ ਡਾਊਨ ਕਰਦਾ, ਉਹ ਤੁਸੀਂ ਨਾਲ ਲੈ ਕੇ ਜਾਂਦੇ ਹੋ। ਤੇ ਫਿਰ ਇਹਦੇ ਵਿੱਚ ਹੋਰ ਜਿਹੜੀ ਲਾਇਰਸ ਨੂੰ ਨਾ ਕਾਫੀ ਸਾਰੀਆਂ ਜਿਹੜੀਆਂ ਲੀਗਲ ਹੈਲਪ ਸੋਰਸ ਬੁੱਕਸ ਹੁੰਦੀਆਂ, ਜਿੱਦਾਂ ਕਰਜ਼ਬਾਨ ਕਰਕੇ ਇੱਕ ਇਮੀਗ੍ਰੇਸ਼ਨ ਬੁੱਕ ਆ, ਹੋਰ ਜਿੱਦਾਂ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਦੇ ਹੋਰ ਕਾਫੀ ਜਿੱਦਾਂ ਅਸਾਈਲਮ ਪ੍ਰੀਮੀਅਰਸ ਵਗੈਰਾ ਹੁੰਦੇ ਨੇ। ਸੋ ਲਾਇਰਸ ਕਾਫੀ ਵਾਰੀ ਉਹ ਬੁੱਕਸ ਵਗੈਰਾ ਆਪਣੇ ਨਾਲ ਲੈ ਕੇ ਜਾਂਦੇ ਨੇ। ਸੋ ਓਬਵੀਅਸਲੀ ਕਾਗਜ਼ ਪੈਨ ਜ਼ਰੂਰ, ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਨੋਟਸ ਲੈਣੇ ਪੈਂਦੇ ਆ ਕਿ ਕੀ ਚੱਲ ਰਿਹਾ ਕੋਰਟ ਰੂਮ ਦੇ ਵਿੱਚ। ਤੇ ਮੋਸਟ ਲਾਈਕਲੀ ਜਦੋਂ ਤੁਹਾਡਾ ਕੰਪਲੀਕੇਟਡ ਟਰਾਇਲ ਹੈ ਜਾਂ ਜਦੋਂ ਕੋਈ ਨਾ ਕੋਈ ਗੜਬੜ ਹੋਈ ਹੈ ਬਿਆਨਾਂ ਦੇ ਵਿੱਚ ਜਾਂ ਕੁਛ, ਕੀ ਤੁਹਾਨੂੰ ਪਤਾ ਕਿ ਹੁਣ ਜੱਜ ਔਖਾ ਤੇ ਕਾਫੀ ਸਾਰੇ ਪਹਿਲੂ ਹੈਗੇ ਕੇਸ ਦੇ, ਤੇ ਵਕੀਲ ਜ਼ਿਆਦਾਤਰ ਆਪਣੇ ਕਈ ਵਾਰੀ ਨਾਲ ਇੱਕ ਹੋਰ ਕੰਪਨੀ ਵਕੀਲ ਵੀ ਲੈ ਕੇ ਜਾਂਦੇ ਨੇ ਜਾਂ ਪੈਰਾਲੀਗਲ ਲੈ ਕੇ ਜਾਂਦੇ ਨੇ, ਜਿਹੜੇ ਕਿ ਨਾਲੋਂ ਨਾਲ ਨੋਟਸ ਵਗੈਰਾ ਲੈਂਦੇ ਰਹਿੰਦੇ ਨੇ, ਡਾਕੂਮੈਂਟ ਐਕਸਚੇਂਜ ਕਰਨ 'ਚ ਤੁਹਾਡੀ ਹੈਲਪ ਵਗੈਰਾ ਕਰ ਦਿੰਦੇ ਨੇ। ਸੋ ਡਿਪੈਂਡ ਕਰਦਾ ਕਿ ਕਿੱਦਾਂ ਦਾ ਕੇਸ ਹੈਗਾ, ਕਿ ਸਿੱਧੇ ਪੋਲੀਟੀਕਲ ਰਿਲੀਜੀਅਸ ਓਪੀਨੀਅਨ ਵਾਲਾ ਹੈਗਾ, ਕਿ ਟੈਕਨੀਕਲ ਕੇਸ ਹੈ, ਕਿ ਪਰਟੀਕੁਲਰ ਸੋਸ਼ਲ ਗਰੁੱਪ ਵਗੈਰਾ ਇੱਦਾਂ ਦੇ ਟੈਕਨੀਕਲ ਜਿਹੜੇ ਕੰਪਲੈਕਸ ਕੇਸ ਹੈ, ਉਹਦੇ ਵਿੱਚ ਨਾਲ ਤੁਹਾਨੂੰ ਜਿਹੜੀਆਂ ਸਪੋਰਟਿੰਗ ਮਟੀਰੀਅਲਸ ਵੀ ਲੈ ਕੇ ਜਾਣੇ ਪੈਂਦੇ ਨੇ, ਕਿਉਂਕਿ ਕਈ ਵਾਰੀ ਜੱਜ ਬਹੁਤ ਜ਼ਿਆਦਾ ਕੰਪੀਟੈਂਟ ਹੁੰਦਾ, ਉਹਨੂੰ ਬਹੁਤ ਜ਼ਿਆਦਾ ਲਾਅ ਦਾ ਪਤਾ ਹੁੰਦਾ, ਕਈ ਵਾਰੀ ਨਹੀਂ ਵੀ ਪਤਾ ਹੁੰਦਾ ਹੈ ਨਾ, ਤੁਹਾਨੂੰ ਫਿਰ ਉਹਨਾਂ ਨੂੰ ਐਜੂਕੇਟ ਕਰਨਾ ਪੈਂਦਾ। ਕਈ ਵਾਰੀ ਸਰਕਾਰੀ ਵਕੀਲ ਵੀ ਜਿਹੜਾ ਹੈਗਾ ਉਹਨੂੰ ਬੜੀ ਜ਼ਿਆਦਾ ਨੌਲੇਜ ਹੁੰਦੀ ਹੈ, ਕਈ ਵਾਰੀ ਨਹੀਂ ਨੌਲੇਜ ਹੁੰਦੀ। ਸੋ ਤੁਸੀਂ ਜਦੋਂ ਟਰਾਇਲ ਕਰਦੇ ਹੋ ਤੁਹਾਨੂੰ ਉੱਥੇ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਉਹ ਕੁਐਸਚਨ ਪੁੱਛ ਰਿਹਾ, ਸਹੀ ਤਰੀਕੇ ਨਾਲ ਪੁੱਛ ਰਿਹਾ ਕਿ ਗਲਤ ਤਰੀਕੇ ਨਾਲ ਪੁੱਛ ਰਿਹਾ, ਹਰੇਕ ਦਾ ਆਪੋ ਆਪਣਾ ਐਕਸਪੀਰੀਅੰਸ ਆ। ਸੋ ਜਿਹੜਾ ਵਕੀਲ ਆ ਉਹਨੂੰ ਫਿਰ ਆਪਣੇ ਨਾਲ ਇੱਕ ਤਰ੍ਹਾਂ ਕਹਿ ਲਓ ਪੂਰੀ ਟੂਲ ਕਿੱਟ ਤਿਆਰ ਕਰਕੇ ਲੈ ਕੇ ਜਾਣੀ ਚਾਹੀਦੀ ਹੈ, ਜਿਹਦੇ ਠੀਕ ਵਿੱਚ ਕਿ ਉਹ ਆਪਣੇ ਕਲਾਇੰਟ ਨੂੰ ਚੰਗੀ ਤਰ੍ਹਾਂ ਡਾਇਰੈਕਟ ਐਗਜ਼ਾਮ ਕਰ ਸਕੇ ਤੇ ਉਹਦਾ ਸਟਾਫ ਵਗੈਰਾ ਉਹਦੇ ਨੋਟਸ ਲੈ ਸਕਣ, ਤੇ ਫਿਰ ਅੱਗੋਂ ਸਰਕਾਰੀ ਵਕੀਲ ਨੇ ਜਿਹੜੇ ਕੁਐਸਚਨ ਪੁੱਛਣੇ ਆ ਉਹ 'ਚੋਂ ਜਿਹੜੇ ਮੁੱਦੇ ਉੱਠੂਗੇ ਉਹਨੂੰ ਦੁਬਾਰਾ ਫਿਰ ਜਿਹੜਾ ਤੁਹਾਡਾ ਵਕੀਲ ਆ ਉਹ ਸੁਲਝਾ ਸਕੇ। ਜੀ, ਜੀ। ਇੱਕ ਫੰਡਾਮੈਂਟਲ ਡਾਕੂਮੈਂਟਸ ਦੇ ਬਾਰੇ ਸਵਾਲ ਸਾਡੇ ਫੇਸਬੁੱਕ ਤੇ ਹੀ ਆ ਗਿਆ ਆ। ਚਲੋ ਇਹਦੇ ਨਾਲ ਹੀ ਸੰਬੰਧਿਤ ਹੈ, ਇਸ ਲਈ ਮੈਂ ਨਾਲ ਹੀ ਪੁੱਛ ਲੈਣਾ ਵੀ ਕਹਿੰਦੇ ਵੀ ਜੇ ਡਾਕੂਮੈਂਟਸ ਬਾਈ ਹੈਂਡ ਆਏ ਹੋਣ ਤੇ ਉਹ ਕਿੱਦਾਂ ਸ਼ੋਅ ਕੀਤੇ ਜਾਂਦੇ ਜਾਂ ਸ਼ੋਅ ਕਰ ਸਕਦੇ ਆ ਉਹ ਕਿ ਨਹੀਂ? ਬਾਏ ਹੈਂਡ ਤੁਹਾਨੂੰ ਹੁਣ ਆ ਸਕਦੇ ਆ, ਬਿਲਕੁਲ ਆ ਸਕਦੇ ਆ, ਪਰ ਤੁਸੀਂ ਉਹਦੀ ਔਥੈਂਟਿਸਿਟੀ ਨਹੀਂ ਪ੍ਰੂਵ ਕਰ ਪਾਓਗੇ, ਕਿਉਂਕਿ ਉੱਤੇ ਟਾਈਮ ਸਟੈਂਪ ਕਿੱਦਾਂ ਤੁਸੀਂ ਲਾਓਗੇ। ਹਾਂਜੀ, ਤੁਸੀਂ ਦੱਸ ਸਕਦੇ ਹੋ ਕਿ ਇਹ ਬੰਦਾ ਆਇਆ ਸੀਗਾ, ਇਹ ਟਰੈਵਲ ਟਿਕਟ ਹੈ, ਇਹ ਸਾਰਾ ਕੁਛ ਲੈ ਕੇ ਡਾਕੂਮੈਂਟਸ ਨਾਲ ਲੈ ਕੇ ਆਇਆ ਸੀਗਾ, ਤੁਸੀਂ ਉਹਨਾਂ ਵੀ ਪ੍ਰੂਵ ਕਰ ਸਕਦੇ ਹੋ। ਪਰ ਜ਼ਿਆਦਾਤਰ ਤੁਹਾਨੂੰ ਸਭ ਤੋਂ ਈਜ਼ੀ ਇਹੀ ਹੈ ਕਿ DHL ਵਗੈਰਾ, ਫੈਡਐਕਸ ਰਾਹੀਂ ਤੁਸੀਂ ਆਪਣੇ ਜਿਹੜੇ ਡਾਕੂਮੈਂਟਸ ਉਹ ਮੰਗਾਓ, ਤਾਂ ਕਿ ਪਤਾ ਲੱਗੇ ਕਿ ਕਿੰਨੇ ਸੈਂਡ ਕੀਤੇ ਆ, ਕਿੱਥੋਂ ਸੈਂਡ ਕੀਤੇ ਆ। ਜੀ, ਠੀਕ ਹੈ ਜੀ। ਤੇ ਆਪਾਂ ਅਗਲੀ ਜਿਹੜੀ ਹੁਣ ਰਿਸਪੋਂਡੈਂਟ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ? ਸਭ ਤੋਂ ਪਹਿਲਾਂ ਜੀ ਲੋਕੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕੋਰਟ ਦੀ, ਕਿ ਜਾਣਾ ਕਿੱਥੇ ਆ। ਜਾਣਾ ਕਿੱਥੇ ਆ? ਤੇ ਜੀ। ਹਾਂਜੀ, ਕਿ ਕਈ ਵਾਰੀ ਹੁਣ ਜਿੱਦਾਂ LA ਦੇ ਵਿੱਚ 2 ਕੋਰਟ ਐਡਰੈਸ ਨੇ, ਹੈ ਨਾ, ਹੂੰ। ਤੇ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜਾ ਹੁਣ ਡਿਟੇਨਡ ਹੀਅਰਿੰਗ ਹੈ, ਸੈਨ ਫਰਾਂਸਿਸਕੋ ਸਿਟੀ ਦੇ ਵਿੱਚ ਵੀ 2 ਕੋਰਟਸ ਨੇ। ਹੁਣ ਤੁਸੀਂ ਸਿੱਧੇ ਇਹ ਨਹੀਂ ਕਿ ਗੂਗਲ ਕਰ ਲੈਣਾ ਕਿ ਉਦੋਂ ਖੜੇ ਪੈਰ ਪਤਾ ਲੱਗ ਜਾਊਗਾ। ਇਮੀਗ੍ਰੇਸ਼ਨ ਦੇ ਕਈ ਹੋਰ ਆਫਿਸਿਸ ਵਗੈਰਾ ਹੋ ਸਕਦੇ ਨੇ, ਅਸਾਈਲਮ ਆਫਿਸ ਅਲੱਗ ਹੋ ਸਕਦਾ ਹੈ, ਇਮੀਗ੍ਰੇਸ਼ਨ ਕੋਰਟ ਅਲੱਗ ਹੋ ਸਕਦਾ ਹੈ, ਡਿਟੇਨਡ ਹੀਅਰਿੰਗ ਇਮੀਗ੍ਰੇਸ਼ਨ ਕੋਰਟ ਦੀਆਂ ਅਲੱਗ ਹੋ ਸਕਦੀਆਂ। ਕਈ ਵਾਰੀ ਬੰਦੇ ਦੀ ਡਿਟੇਨਡ ਹੀਅਰਿੰਗ ਨਹੀਂ ਵੀ ਹੁੰਦੀ, ਪਰ ਉਹਨੂੰ ਫਿਰ ਵੀ ਗਲਤੀ ਨਾਲ ਕਈ ਵਾਰੀ ਦੂਜੇ ਵਾਲੇ ਕੋਰਟ 'ਚ ਪਾ ਦਿੰਦੇ ਨੇ। ਸੋ ਤੁਹਾਨੂੰ ਬਿਲਕੁਲ ਆਪਣਾ ਜਿਹੜਾ ਐਡਰੈਸ ਹੈ ਉਹ ਪਤਾ ਹੋਣਾ ਚਾਹੀਦਾ ਹੈ, ਟਾਈਮਿੰਗ ਪਤਾ ਹੋਣੀ ਚਾਹੀਦੀ ਹੈ ਕੀ ਹੈ, ਤੇ ਜਿਹੜੀ ਲਾਗੇ ਬੰਨੇ ਪਾਰਕਿੰਗ ਕਿੱਥੇ ਕਰਨੀ ਹੈ। ਫੋਰ ਐਗਜ਼ਾਮਪਲ ਸੈਨ ਫਰਾਂਸਿਸਕੋ 'ਚ ਉਹ ਬੜਾ ਚੱਕਰ ਹੈ ਕਿ ਲੇਟ ਕਿਉਂ ਹੋ ਗਏ ਜੀ, ਪਾਰਕਿੰਗ ਲੱਭਦੇ ਸੀਗੇ, ਹੈ ਨਾ। ਸੋ ਕਈ ਵਾਰੀ ਪਾਰਕਿੰਗ ਹੁੰਦੀ ਨਹੀਂ, ਤੁਹਾਨੂੰ ਕਾਫੀ ਜੱਦੋਜਹਿਦ ਕਰਨੀ ਪੈਂਦੀ ਹੈ। ਪਬਲਿਕ ਪਾਰਕਿੰਗ 'ਚ ਤੁਸੀਂ ਜਾਂਦੇ ਹੋ, ਜਦੋਂ ਬਿਜ਼ੀ ਟਾਈਮ ਚੱਲਦਾ ਸੀਗਾ ਉਹ ਵੀ ਫੁੱਲ ਹੁੰਦੀ ਸੀਗੀ, ਤਾਂ ਤੁਸੀਂ ਕੋਰਟ ਲਈ ਲੇਟ ਨਹੀਂ ਹੋ ਸਕਦੇ। ਤੁਹਾਨੂੰ ਲੋਕੇਸ਼ਨ ਵਗੈਰਾ ਟਾਈਮਿੰਗ ਪਤਾ ਹੋਣੀ ਚਾਹੀਦੀ ਹੈ,
ਘੰਟੇ 2 ਘੰਟੇ ਤੁਸੀਂ ਪਹਿਲਾਂ ਆ ਕੇ ਕੋਰਟ ਦੇ ਲਾਗੇ ਛਾਗੇ ਹੋਵੋ। ਤੇ ਰეკਮੈਂਡ ਇਹੀ ਹੁੰਦਾ ਕਲਾਇੰਟਸ ਨੂੰ ਕਿ ਸਿੱਧਾ ਆਪਣੇ ਤੁਸੀਂ ਇਹ ਨਹੀਂ ਕਿ ਫਰੈਜ਼ਨੋ ਤੋਂ ਬੇਕਰਸਫੀਲਡ ਤੋਂ ਡਰਾਈਵ ਕਰਕੇ ਸੈਨ ਫਰਾਂਸਿਸਕੋ ਆ ਜਾਣਾ। ਤੁਸੀਂ ਇੱਕ ਦਿਨ ਪਹਿਲਾਂ ਉਹ ਹੋਟਲ 'ਚ ਆ ਕੇ ਰਹੋ ਤਾਂ ਕਿ ਤੁਸੀਂ ਫਰੈਸ਼ ਮਾਈਂਡ ਨਾਲ ਤੁਸੀਂ ਜਾ ਸਕੋ। ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਦਿਨ ਜਿਹੜਾ ਤੁਹਾਡੀ ਇੰਡੀਵਿਜੂਅਲ ਹੀਅਰਿੰਗ ਹੈ। ਉਸ ਤੋਂ ਬਾਅਦ ਜਿਹੜੀਆਂ ਅਪੀਲਾਂ ਵਗੈਰਾ ਉਹ ਤਾਂ ਵਕੀਲਾਂ ਦੇ ਕੰਮ ਹੈ, ਪਰ ਜੋ ਇਹਦੇ ਵਿੱਚ ਜੋ ਮੇਨ ਹੋਣਾ, ਇੱਕ ਵਾਰੀ ਤੁਸੀਂ ਜੋ ਕਹਿ ਦਿੱਤਾ ਉਹ ਤੁਸੀਂ ਵਾਪਸ ਨਹੀਂ ਲੈ ਸਕਦੇ। ਦੂ ਜੀ। ਠੀਕ ਹੈ। ਸੋ ਦੂਜੀ ਚੀਜ਼ ਇਹ ਹੈ ਕਿ ਅੱਜ ਕੱਲ੍ਹ ਵੈਬਐਕਸ, ਕਿਉਂਕਿ ਕੋਵਿਡ ਸੀਗਾ ਤੇ ਕਾਫੀ ਸਾਰੀਆਂ ਜਿਹੜੀਆਂ ਹੀਅਰਿੰਗ ਹੈ ਉਹ ਕੰਪਿਊਟਰ ਦੇ ਰਾਹੀਂ ਹੋ ਰਹੀਆਂ। ਤੇ ਉਹ ਤੁਸੀਂ ਫਿਰ ਸਾਡੀ ਲਾਅ ਫਰਮ ਦੇ ਵਿੱਚ ਹੀ ਆਉਂਦੇ ਹੋ, ਇੱਥੇ ਬਹਿ ਕੇ ਸਾਡੇ ਦਫ਼ਤਰ ਬਹਿ ਕੇ ਹੀ ਜੱਜ ਨਾਲ ਤੇ ਸਰਕਾਰੀ ਵਕੀਲ ਨਾਲ ਜਿਹੜੇ ਆਪਣੇ ਆਪਣੇ ਘਰੋਂ ਦੀ ਜਾਂ ਕੋਰਟ ਰੂਮ 'ਚੋਂ ਹੀਅਰਿੰਗ ਕਰਦੇ ਆ ਕੰਪਿਊਟਰ ਰਾਹੀਂ। ਤੇ ਜੱਜ ਸਾਹਿਬ ਇੱਕ ਨੇ ਪਿਛਲੇ ਹਫ਼ਤੇ ਸਾਨੂੰ ਕਿਹਾ ਵੀ ਸੀਗਾ ਕਿ ਕਹਿੰਦੇ ਮੈਂ ਹੁਣ ਦੁਬਾਰਾ ਕਦੀ ਕੋਰਟ ਰੂਮ ਨਹੀਂ ਜਾਣਾ, ਕਿ ਮੈਂ ਹੁਣ ਅੱਛਾ। ਵੈਬਐਕਸ ਤੋਂ ਹੀ ਕਰਿਆ ਕਰਨੀ ਆ। ਹਾਂਜੀ। ਤੇ ਸਾਡੇ ਤੋਂ ਪੁੱਛਦੇ ਕਿ ਤੁਹਾਡਾ ਕੀ ਖਿਆਲ ਹੈ। ਤੇ ਮੇਰਾ ਖਿਆਲ ਇਹ ਹੈ ਕਿ ਕੋਰਟ ਰੂਮ ਦੇ ਵਿੱਚ ਜਾ ਕੇ ਹੀਅਰਿੰਗ ਜ਼ਿਆਦਾ ਬੈਟਰ ਹੈ, ਕਿਉਂਕਿ ਕਲਾਇੰਟ ਥੋੜ੍ਹਾ ਜਿਹਾ ਅਲਰਟ ਆ, ਫਾਰਮਲ ਮਾਹੌਲ ਆ। ਤੁਸੀਂ ਪੂਰਾ ਇੱਦਾਂ ਜਾਂਦੇ ਹੋ ਜਿੱਦਾਂ ਜੰਗ ਤੇ ਜਾਣ ਦੀ ਤੁਹਾਡੀ ਤਿਆਰੀ ਹੈ, ਤੁਸੀਂ ਪੂਰਾ ਪ੍ਰੀਪੇਅਰਡ ਹੋ ਕੇ ਜਾਂਦੇ ਹੋ। ਕਈ ਵਾਰੀ ਵੈਬਐਕਸ ਨੂੰ ਤੁਸੀਂ ਲਾਈਟਲੀ ਲੈ ਲੈਂਦੇ ਹੋ ਕਿ ਚੱਲ ਕੰਪਿਊਟਰ ਤੇ ਹੀ ਆ, ਸਾਹਮਣੇ ਦੋ ਜਾਣੇ ਬੋਲੀ ਜਾਂਦੇ ਆ, ਹੈ ਨਾ। ਸੋ ਵੈਬਐਕਸ ਹੀਅਰਿੰਗ ਕਾਫੀ ਕਾਫੀ ਪੋਪੂਲਰ ਹੈ ਹੁਣ। ਕਾਫੀ ਜ਼ਿਆਦਾ ਵਕੀਲ, ਕਾਫੀ ਜ਼ਿਆਦਾ ਜੱਜ ਹੁਣ ਇੱਥੇ ਸ਼ਿਫਟ ਕਰ ਰਹੇ ਨੇ। ਜਿਹੜਾ ਕੰਪਿਊਟਰ, ਜਿਹੜਾ ਕੋਰਟ ਦਾ ਸਿਸਟਮ ਵੀ ਸੀਗਾ ਡਿਲੀਵਰੀ ਡਾਕੂਮੈਂਟਸ ਦਾ ਜਿੱਦਾਂ ਸੀਗਾ, ਉਹਨੂੰ ਵੀ ਇਹ ਬਹੁਤ ਤੇਜ਼ੀ ਨਾਲ ਇਲੈਕਟ੍ਰੋਨਿਕ ਟ੍ਰਾਂਜੀਸ਼ਨ ਕਰ ਰਿਹਾ। ਜਿੱਦਾਂ ਸਾਨੂੰ ਪਹਿਲਾਂ ਐਕਚੁਅਲ ਨੋਟਿਸ ਵਗੈਰਾ ਸਰਵ ਕਰਨੇ ਪੈਂਦੇ ਸੀਗੇ, ਹੁਣ ਇਹਨਾਂ ਨੇ ਕਾਫੀ ਜ਼ਿਆਦਾ ਈ ਸਰਵਿਸ, ਜਿੱਦਾਂ ਕਿ ਸਿੱਧੇ ਤੁਸੀਂ ਉਹਨਾਂ ਦੇ ਜਿਹੜੇ ਪੋਰਟਲ ਆ ਉੱਥੇ ਅਪਲੋਡ ਕਰ ਦਿੰਦੇ ਹੋ। ਸੋ ਇਹ ਹੌਲੀ ਹੌਲੀ ਓਬਵੀਅਸਲੀ ਜਿਹੜੀ ਟੈਕਨੋਲੋਜੀ ਹੈ ਉਹ ਕਾਫੀ ਤੇਜ਼ੀ ਨਾਲ ਇਸ ਫੀਲਡ ਦੇ ਵਿੱਚ, ਇਮੀਗ੍ਰੇਸ਼ਨ ਡੋਮੇਨ ਦੇ ਵਿੱਚ ਆ ਰਹੀ ਸੀਗੀ, ਪਰ ਕੋਵਿਡ ਨੇ ਇਹਨੂੰ ਥੋੜ੍ਹਾ ਜਿਹਾ ਹੋਰ ਵੀ ਫਾਸਟ ਕਰ ਦਿੱਤਾ, ਫਾਸਟ ਟਰੈਕ ਕਰਤਾ, ਕਿ ਜਿਹੜੀ 10-20 ਸਾਲਾਂ 'ਚ ਚੀਜ਼ਾਂ ਹੋਣੀਆਂ ਸੀਗੀਆਂ ਉਹ ਸਿੱਧੇ ਹੁਣ ਸਾਨੂੰ 2 ਸਾਲਾਂ 'ਚ ਦੇਖਣ ਨੂੰ ਮਿਲ ਗਈਆਂ। ਸੋ ਮੋਸਟ ਲਾਈਕਲੀ ਕੀ ਹੋਊਗਾ ਕਿ ਕਿਉਂਕਿ ਕੋਰਟ ਦੇ ਵਿੱਚ ਖਰਚੇ, ਸਿਕਿਉਰਿਟੀ ਦੇ ਅੰਦਰ ਉਹਨਾਂ ਨੂੰ ਜਿਹੜੇ ਸਿਕਿਉਰਿਟੀ ਗਾਰਡ ਵਗੈਰਾ ਰੱਖਣੇ ਪੈਂਦੇ ਆ, ਪ੍ਰੈਮਿਸਿਸ ਮੇਨਟੇਨ ਕਰਨਾ। ਸੋ ਜ਼ਿਆਦਾਤਰ ਜਿਹੜਾ ਟ੍ਰੈਂਡ ਹੈਗਾ ਉਹ ਜਿਹੜਾ ਹੁਣ ਵੈਬਐਕਸ ਵੱਲ ਸ਼ਿਫਟ ਕਰ ਜਾਊਗਾ। ਤੇ ਜੀ। ਇਸ ਤੋਂ ਇਲਾਵਾ ਹੋਰ ਕਲਾਇੰਟ ਨੂੰ ਕੀ ਯਾਦ ਰੱਖਣਾ ਚਾਹੀਦਾ, ਕਲਾਇੰਟ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਕੇਸ ਹੈ, ਇੱਕ ਜੱਜ ਆ, ਜੱਜ ਨਿਊਟਰਲ ਬੰਦਾ, ਤੇ ਜਿਹੜੀ ਸਰਕਾਰ ਹੈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿਹੜੀ DHS ਹੈ, ਉਹ ਡਿਪਾਰਟਮੈਂਟ ਆਫ ਤੇ ਡਿਪਾਰਟਮੈਂਟ ਆਫ ਜਸਟਿਸ, ਉਹ ਜਿਹੜੇ ਹੈਗੇ ਆ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਸਾਡੇ ਖਿਲਾਫ ਹੋਊਗੇ ਕਲਾਇੰਟ ਦੇ, ਤੇ ਜੱਜ ਨਿਊਟਰਲ ਹੋਊਗਾ। ਤੇ ਇਹ ਪ੍ਰਾਈਵੇਟ ਇੱਕ ਹੀਅਰਿੰਗ ਹੋਊਗੀ, ਸਿਰਫ ਤੁਸੀਂ ਕਲਾਇੰਟ ਹੀ ਤੇ ਆ ਜਿਹੜੇ ਕੋਰਟ ਪਰਸਨਲ ਹੈ ਇਹਨਾਂ ਦੇ ਨਾਲ ਰੂਮ ਦੇ ਵਿੱਚ ਹੋਊਗਾ। ਤੇ ਤੁਸੀਂ ਮੰਗ ਕਰ ਸਕਦੇ ਹੋ ਕਿ ਜੇ ਕੋਈ ਹੋਰ ਬੰਦਾ ਹੈਗਾ ਉਹ ਪੇਸ਼ੀ ਦੇ ਵਿੱਚ ਨਾ ਹੋਵੇ, ਕਿ ਤੁਹਾਨੂੰ ਪ੍ਰਾਈਵੇਟ ਹੀਅਰਿੰਗ, ਕਿਉਂਕਿ ਤੁਹਾਡੀ ਕੌਨਫੀਡੈਂਸ਼ੀਅਲ ਹੈ, ਅਸਾਈਲਮ ਦੇ ਰਿਲੇਟਡ ਹੈ। ਜੇ ਤੁਸੀਂ ਇੰਗਲਿਸ਼ ਨਹੀਂ ਬੋਲਦੇ ਹੋ ਤੇ ਨਾਲ ਇੱਕ ਇੰਟਰਪ੍ਰੈਟਰ ਵੀ ਤੁਹਾਡੇ ਹੋਊਗਾ। ਤੁਹਾਨੂੰ ਸਹੁੰ ਚੁਕਾਈ ਜਾਊਗੀ ਉੱਥੇ ਜਾ ਕੇ ਕਿ ਤੁਸੀਂ ਜੋ ਕਹਿਣਾ ਸੱਚ ਕਹਿਣਾ, ਤੇ ਬੈਕਗਰਾਉਂਡ ਚੈੱਕ ਵਗੈਰਾ ਤੁਹਾਡੇ ਵੈਰੀਫਾਈ ਕੀਤੇ ਜਾਊਗੇ ਕਿ ਫਿੰਗਰਪ੍ਰਿੰਟ ਵਗੈਰਾ ਕਰਾ ਲਏ ਕਿ ਨਹੀਂ ਕਰਾਏ। ਜੀ, ਜੀ, ਬਿਲਕੁਲ। ਤੇ ਜਦੋਂ ਕੋਰਟ ਦਾ ਅੰਦਰ ਮਾਹੌਲ ਕਿੱਦਾਂ ਦਾ ਹੁੰਦਾ? ਹੁਣ ਤਾਂ ਜਿੱਦਾਂ ਤੁਸੀਂ ਕਿਹਾ ਵੀ ਵੈਬਐਕਸ ਦੇ ਉੱਤੇ ਜ਼ਿਆਦਾ ਨੇ, ਕਈ ਜਿਹੜੇ ਆ ਉਹ ਜੱਜ ਕਹਿ ਰਹੇ ਨੇ ਵੀ ਅਸੀਂ ਇੱਦਾਂ ਕਰਨਾ ਆ। ਸੈਟਅਪ ਕਿੱਦਾਂ ਦਾ ਹੁੰਦਾ ਵੈਸੇ ਜਦੋਂ ਕੋਈ ਕੋਰਟ ਦੇ ਵਿੱਚ ਜਿਹੜਾ ਉਹ ਜਾਂਦਾ ਆ, ਵੀ ਬੰਦੇ ਨੂੰ ਪਤਾ ਹੋਵੇ ਵੀ ਕੀ ਹੁੰਦਾ? ਸੋ ਸਾਰੇ ਕੋਰਟ ਥੋੜ੍ਹੇ ਥੋੜ੍ਹੇ ਡਿਫਰੈਂਟ ਹੈ। ਕੋਈ ਹਾਈ ਰਾਈਜ਼ ਬਿਲਡਿੰਗ 'ਚ ਹੈ, ਜਿੱਦਾਂ ਸੈਨ ਫਰਾਂਸਿਸਕੋ ਦਾ, ਜਿੱਦਾਂ 100 ਮੌਂਟਗੋਮਰੀ ਸਟਰੀਟ ਹੈ, ਉਹ ਇੱਕ ਹਾਈ ਰਾਈਜ਼ ਬਿਲਡਿੰਗ 'ਤੇ ਹੈਗਾ। ਕਾਫੀ ਉਹਨਾਂ ਨੇ ਫਲੋਰ ਉੱਤੇ ਲਿੱਤੇ ਹੋਏ ਨੇ, ਤੇ ਉਹ ਫਲੋਰ ਤੇ ਆਈਸ ਦਾ ਵੀ ਜਿਹੜਾ ਸਰਕਾਰ ਦਾ ਵੀ ਦਫ਼ਤਰ ਹੈਗਾ ਉਹ ਵੀ ਉੱਥੇ ਹੀ ਹੈਗਾ ਸੈਕੰਡ ਫਲੋਰ ਤੇ ਜਿਹੜੇ ਕੋਰਟ ਹੈਗੇ ਆ ਉੱਤੇ ਵਾਲੇ ਫਲੋਰ ਉਹਨਾਂ ਨੇ ਕਾਫੀ ਲਏ ਹੋਏ ਨੇ। ਸੋ ਜਿਹੜਾ ਮਾਹੌਲ ਉਹੀ ਆ, ਪਾਰਕਿੰਗ ਸ਼ਾਰਕਿੰਗ ਤੁਸੀਂ ਲਗਾਉਂਦੇ ਹੋ, ਜਾਂਦੇ ਹੋ, ਵੱਡੀ ਬਿਲਡਿੰਗ ਹੈ ਡਾਊਨਟਾਊਨ ਦੇ ਵਿੱਚ, ਤੇ ਐਲੀਵੇਟਰ ਵਗੈਰਾ ਲੈ ਕੇ ਉੱਤੇ ਜਾਂਦੇ ਹੋ। ਤੇ ਜਿਹੜੇ ਵੀ ਫਲੋਰ ਤੇ ਤੁਹਾਡਾ ਕੋਰਟ ਹੈ ਉੱਥੇ ਪਹਿਲਾਂ ਤੁਸੀਂ ਜਦੋਂ ਐਲੀਵੇਟਰ 'ਚੋਂ ਨਿਕਲਦੇ ਹੋ ਤੁਸੀਂ ਦੇਖਦੇ ਹੋ ਕਿ ਲਾਈਨ ਲੱਗੀ ਹੋਈ ਹੈ, ਤੇ ਸਿਕਿਉਰਿਟੀ ਪੁਆਇੰਟ ਜਿੱਦਾਂ ਇੱਕ ਕੋਰੀਡੋਰ ਦੇ ਵਿੱਚ ਲਾਈਨ ਹੁੰਦੀ ਹੈ, ਤੇ ਸਿਕਿਉਰਿਟੀ ਚੈੱਕ ਪੁਆਇੰਟ 'ਚੋਂ ਤੁਸੀਂ ਚੈੱਕਅਪ ਕਰਾ ਕੇ ਆਪਣਾ ਸਾਰਾ ਛੋਟਾ ਜਿਹਾ ਇੱਕ ਹਾਲ ਹੁੰਦਾ, ਤੇ ਤੁਹਾਡਾ ਫਿਰ ਜਿਹੜਾ ਕੋਰਟ ਰੂਮ ਹੈਗਾ ਤੁਸੀਂ ਉੱਥੇ ਜਾ ਕੇ ਬਹਿ ਜਾਣਾ ਪਿੱਛੇ। ਤੇ ਜਦੋਂ ਤੇ ਇਹ ਸਾਰਾ ਚੱਲਦਾ ਸੀਗਾ, ਮਾਹੌਲ ਗਰਮ ਸੀਗਾ, ਜਦੋਂ ਲੋਕੀ ਸਾਰੇ ਜਾਂਦੇ ਸੀਗੇ, ਤੇ ਇੱਕ ਮਾਸਟਰ ਹੀਅਰਿੰਗ ਹੁੰਦੀ ਹੈ ਤੇ ਇੱਕ ਹੁੰਦੀ ਹੈ ਇੰਡੀਵਿਜੂਅਲ, ਜਿਹੜੀ ਸਿਰਫ ਤੁਹਾਡੀ ਜਿਹੜੀ ਫਾਈਨਲ ਹੀਅਰਿੰਗ ਹੁੰਦੀ ਹੈ। ਮਾਸਟਰ ਹੀਅਰਿੰਗ 'ਚ ਇੱਦਾਂ ਹੁੰਦਾ ਕਿ ਜੱਜ ਸਾਹਿਬ ਮਗਰ ਬੈਠੇ ਹੁੰਦੇ ਪਿੱਛੇ ਉੱਤੇ ਸਿੰਘਾਸਨ ਦੇ ਉੱਤੇ, ਉਹਨਾਂ ਦੀ ਥੋੜ੍ਹੀ ਹਾਈਟ ਤੇ ਜਿੱਦਾਂ ਕਹਿ ਲਓ ਕਿ ਚੇਅਰ ਹੁੰਦੀ ਹੈ, ਤੇ ਬਾਕੀ ਸਾਰਾ ਸੈਟਅਪ ਜਿੱਦਾਂ ਥੱਲੇ ਹੁੰਦਾ, ਤੇ ਲੱਕੜ ਦਾ ਕਾਫੀ ਸੈਟਅਪ ਉਹਨਾਂ ਦਾ, ਜਿਹੜੇ ਕੁਰਸੀਆਂ ਮੇਜ਼ ਵਗੈਰਾ, ਵਿਟਨੈਸ ਸਟੈਂਡ ਵਗੈਰਾ, ਜਿੱਦਾਂ ਫਿਲਮਾਂ 'ਚ ਆਪਾਂ ਦੇਖਦੇ ਹਾਂ ਸੇਮ ਸੈਟਅਪ, ਕਿ ਕਟਕੜਾ ਜਿੱਦਾਂ ਕਹਿ ਲਓ, ਉੱਥੇ ਕਟਹਿਰਾ। ਕੁਰਸੀ ਲੱਗੀ। ਹਾਂਜੀ, ਉੱਥੇ ਤੁਹਾਨੂੰ ਖੜੇ ਨਹੀਂ ਹੋਣਾ ਪੈਂਦਾ। ਇੱਥੇ ਬਸ ਅਮਰੀਕਾ ਦੇ ਵਿੱਚ ਇਹ ਹੈ ਕਿ ਤੁਹਾਡਾ ਵਕੀਲ ਵੀ ਬੈਠਾ ਵਾ, ਜੱਜ ਵੀ ਬੈਠਾ ਵਾ। ਇੰਨਾ ਫਿਲਮ ਵਾਲਾ ਸੀਨ ਨਹੀਂ ਹੁੰਦਾ ਕਿ ਖੜੇ ਹੋ ਗਏ ਜਿੱਦਾਂ ਅਮਰੀਸ਼ ਪੁਰੀ ਵੱਲੋਂ ਜ਼ੋਰ ਜ਼ੋਰ ਦੀ ਆਰਗੂਮੈਂਟਸ ਹੁੰਦੀ, ਏਦਾਂ ਕੁਛ ਨਹੀਂ ਹੁੰਦਾ। ਹਾਂਜੀ, ਮਾਈਕ ਲੱਗੇ ਹੁੰਦੇ ਨੇ, ਤੁਸੀਂ ਆਰਾਮ ਨਾਲ ਆਪਣਾ ਕਹਿ ਸਕਦੇ ਹੋ, ਬੈਠ ਕੇ ਕਰਨਾ, ਬੜਾ ਨਾਰਮਲ ਜੀ ਹੀਅਰਿੰਗ ਹੁੰਦੀ ਹੈ, ਕੋਈ ਡਰਾਮਾ ਨਹੀਂ ਉੱਥੇ ਹੋ ਸਕਦਾ। ਜਦੋਂ ਮਾਸਟਰ ਹੀਅਰਿੰਗ ਹੁੰਦੀ ਹੈ ਉਦੋਂ ਸਾਰੇ ਹੀ ਲੋਕੀ ਜਿੱਦਾਂ ਪਿੱਛੇ ਕਹਿ ਲਓ ਕਿ ਸਾਰਾ ਕੋਰਟ ਰੂਮ ਭਰਿਆ ਹੁੰਦਾ, ਛੋਟੇ ਛੋਟੇ ਕੋਰਟ ਰੂਮ ਹੁੰਦੇ ਨੇ, ਕਈ ਸਾਰੇ ਹੁੰਦੇ ਨੇ ਕਿ ਕਈ ਜੱਜਿਸ ਨੇ,
ਤੇ ਜਿਹਦਾ ਏਲੀਅਨ ਨੰਬਰ ਤੋਂ ਉਹ ਬੁਲਾਉਂਦੇ ਨੇ, ਲਾਸਟ 3 ਡਿਜਿਟ ਤੁਹਾਨੂੰ ਆਪਣੇ ਏਲੀਅਨ ਨੰਬਰ ਦੇ ਪਤਾ ਹੋਣੇ ਚਾਹੀਦੇ ਆ। ਠੀਕ ਹੈ, ਜੇ ਹੁਣ ਤੱਕ ਤੁਹਾਨੂੰ ਨਹੀਂ ਪਤਾ, ਕਿਉਂਕਿ ਤੁਹਾਨੂੰ ਲਾਸਟ 3 ਡਿਜਿਟ ਨਾਲ ਹੀ ਬੁਲਾਉਣਾ ਉਹਨਾਂ ਨੇ। ਸੋ ਮਾਸਟਰ ਹੀਅਰਿੰਗ ਤੇ ਤੁਹਾਡੀ 5-10 ਮਿੰਟ ਦੀ ਹੁੰਦੀ ਸੀ, ਉਹ 'ਚ ਸਾਰੇ ਲੋਕੀ ਹੁੰਦੇ ਆ। ਤੇ ਇਹ ਹੁਣ ਆਪਾਂ ਅੱਜ ਗੱਲ ਕਰ ਰਹੇ ਹਾਂ ਇੰਡੀਵਿਜੂਅਲ ਤੁਹਾਡੀ ਫਾਈਨਲ ਹੀਅਰਿੰਗ ਦੀ। ਸੋ ਫਾਈਨਲ ਹੀਅਰਿੰਗ 'ਚ ਸਿਰਫ ਤੁਸੀਂ ਹੀ ਕੋਰਟ ਦੇ ਵਿੱਚ ਹੋਵੋਗੇ, ਤੇ ਤੁਹਾਨੂੰ ਹੱਕ ਹੈ ਕਿ ਤੁਹਾਡੀ ਇਹ ਪ੍ਰਾਈਵੇਟ ਹੀਅਰਿੰਗ ਹੋਣੀ ਚਾਹੀਦੀ ਹੈ। ਸੋ ਇਹ ਡਿਫਰੈਂਟ ਹੈ ਮਾਸਟਰ ਹੀਅਰਿੰਗ ਨਾਲੋਂ। ਸੋ ਇਹ ਇਕੱਲਾ ਤੁਹਾਡੇ ਵਕੀਲ ਤੇ ਕੋਰਟ ਦੇ ਸਟਾਫ ਨਾਲ। ਸੋ ਇਹਦੇ ਵਿੱਚ ਫਿਰ ਕੋਰਟ ਦਾ ਮਾਹੌਲ ਉਹੀ ਹੈ ਕਿ ਜੇ ਕੋਰਟ ਰੂਮ 'ਚ ਚੱਲ ਰਿਹਾ, ਜੱਜ ਸਾਹਿਬ ਸੈਂਟਰ 'ਚ ਉੱਤੇ ਆਪਣੀ ਸੀਟ ਤੇ ਬੈਠੇ ਹੋਣਗੇ, ਤੇ ਲੈਫਟ ਸਾਈਡ ਤੇ ਫਿਰ ਤੁਸੀਂ ਆਪਣਾ ਜਿਹੜਾ ਵਕੀਲ ਦੇ ਨਾਲ ਕਲਾਇੰਟ ਬੈਠਾ ਇੱਕੋ ਕੁਰਸੀ ਤੇ, ਟੇਬਲ ਦੇ ਅੱਗੇ ਮਾਈਕ ਮੂਈਕ ਸਾਹਮਣੇ ਲੱਗੇ ਹੁੰਦੇ ਆ, ਤੇ ਸੱਜੇ ਬੰਨੇ ਉਹਦੇ ਜਿਹੜਾ ਸਰਕਾਰੀ ਵਕੀਲ ਆ ਉਹ ਬੈਠਾ, ਤੇ ਲਿਖਿਆ ਹੁੰਦਾ ਉੱਥੇ ਕਿੱਥੇ ਰਿਸਪੋਂਡੈਂਟ ਨੇ ਬਹਿਣਾ, ਕਿੱਥੇ ਸਰਕਾਰੀ ਵਕੀਲ ਨੇ ਬਹਿਣਾ। ਠੀਕ ਹੈ ਜੀ। ਤੇ ਆਪਣੇ ਫਿਰ ਤੁਸੀਂ ਤੇ ਸੋ ਇਹਦੇ ਨਾਲ ਹੋ ਗਿਆ, ਸੋ ਇੱਕ ਕਲਾਇੰਟ ਹੋ ਗਿਆ, ਜੱਜ ਹੋ ਗਿਆ, ਟ੍ਰਾਇਲ ਅਟਰਨੀ ਹੋ ਗਿਆ, ਤੇ ਜੱਜ ਦਾ ਫਿਰ ਕਈ ਵਾਰੀ ਕਲਰਕ ਤੇ ਲੀਗਲ ਅਸਿਸਟੈਂਟ ਵੀ ਕਈ ਵਾਰੀ ਉਹਨਾਂ ਦੇ ਨਾਲ ਬੈਠੇ ਹੁੰਦੇ ਆ, ਨੋਟਸ ਵਗੈਰਾ ਲੈ ਰਹੇ ਹੁੰਦੇ ਨੇ। ਜੇ ਇੰਟਰਪ੍ਰੇਟਰ ਚਾਹੀਦਾ ਤੇ ਇੰਟਰਪ੍ਰੇਟਰ ਵੀ ਉੱਥੇ ਹੀ ਇੰਡੀਵਿਜੂਅਲ ਹੀਅਰਿੰਗ ਤੇ ਆਉਂਦਾ ਸੀਗਾ, ਜੇ ਵੈਬਐਕਸ ਤੇ ਆ ਤੇ ਹੁਣ ਸਾਰੇ ਫਿਰ ਫੋਨ ਤੇ ਕਰਦੇ ਆ। ਤੇ ਫਿਰ ਇਹਦੇ ਨਾਲ ਜੇ ਤੁਹਾਡੇ ਅਟਰਨੀ ਨੇ ਕੋਈ ਹੋਰ ਵਕੀਲ ਨੂੰ ਨਾਲ ਲੈ ਕੇ ਜਾਣਾ ਉਹ, ਜਾਂ ਕੋਈ ਸਪੋਰਟ ਸਟਾਫ ਨੂੰ ਲੈ ਕੇ ਜਾਣਾ ਉਹ ਨਾਲ ਜਾਊਗਾ। ਤੇ ਕਈ ਕੇਸਾਂ ਦੇ ਵਿੱਚ ਤੁਸੀਂ ਜਿਹੜੇ ਆਪਣੇ ਹੈਗੇ ਆ ਐਕਸਪਰਟ ਵਿਟਨੈਸ, ਜਿਹਨੂੰ ਆਪਾਂ ਕਹਿੰਦੇ ਆ, ਐਕਸਪਰਟ ਵਿਟਨੈਸ ਵੀ ਨਾਲ ਜਾ ਸਕਦੇ ਆ ਕੋਰਟ ਰੂਮ ਦੇ ਵਿੱਚ। ਤੇ ਇਸ ਤੋਂ ਇਲਾਵਾ ਵਿਟਨੈਸ ਤੋਂ ਇਲਾਵਾ ਜੇ ਕਈ ਵਾਰੀ ਕਲਾਇੰਟ ਆ ਉਹਦੀ ਇਮੋਸ਼ਨਲ ਡਿਪੈਂਡੈਂਸੀ ਹੈ, ਉਹ ਚਾਹੁੰਦਾ ਕਿ ਕੋਈ ਹੋਰ ਬੰਦਾ ਵੀ ਉਹਦੇ ਨਾਲ ਜਾਵੇ, ਕੰਪਨੀ ਕਰੇ ਕੋਰਟ ਰੂਮ ਦੇ ਵਿੱਚ, ਤੇ ਕਲਾਇੰਟ ਦੇ ਕੰਸੈਂਟ ਦੇ ਨਾਲ ਉਹ ਵਾਲਾ ਬੰਦਾ ਵੀ, ਜਿਹਨੇ ਭਾਵੇਂ ਟੈਸਟਮਨੀ ਨਹੀਂ ਵੀ ਦੇਣੀ, ਵਿਟਨੈਸ ਨਹੀਂ ਵੀ ਹੈਗਾ, ਉਹ ਵੀ ਕਲਾਇੰਟ ਦੇ ਨਾਲ ਜਾ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਤੁਹਾਨੂੰ ਇਹ ਕਹਾਂ ਕਿ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਲਓ ਕਿ ਦੇਖਿਓ ਚਲੋ ਟ੍ਰਾਇਲ ਕਿੱਦਾਂ ਦਾ ਹੁੰਦਾ। ਇਹ ਕੋਈ ਬਹੁਤੀ ਦਿਖਾਉਣ ਵਾਲੀ ਗੱਲ ਨਹੀਂ ਹੈ, ਇਹ ਤਾਂ ਚਲੋ ਜੀ ਪ੍ਰਾਈਵੇਟ ਵਾਲੀ ਜਿਹੜੀ ਇਹ ਗੱਲ ਆ। ਸੋ ਤੁਹਾਡੀ ਪਰਸਨਲੀ ਇਹ ਹੀਅਰਿੰਗ ਆ, ਇੰਡੀਵਿਜੂਅਲ ਹੀਅਰਿੰਗ ਆ। ਸੋ ਇਸ ਨੂੰ ਜਿੰਨਾ ਹੀ ਘੱਟ ਲੋਕਾਂ ਨੂੰ ਦੱਸੋ ਤਾਂ ਉਨਾ ਹੀ ਚੰਗਾ ਆ। ਸੋ ਆਪਾਂ ਮੂਵੀਆਂ ਦੇ ਵਿੱਚ ਵੀ ਵੇਖਦੇ ਆ ਤੇ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਵੀ ਕੱਪੜੇ ਲੀੜੇ ਆ ਟਿਪ ਟੌਪ ਪਾ ਕੇ ਜਾਓ। ਜੀ ਬਿਲਕੁਲ, ਘੱਟੋ ਘੱਟ ਫਾਰਮਲ ਡਰੈਸ ਪਾ ਕੇ ਜਾਓ, ਤੇ ਇਹ ਨਹੀਂ ਕਿ ਫੁੱਲ ਬੂਟਿਆਂ ਵਾਲੀ ਵਧੀਆ ਰੰਗੀਨ ਜੀ ਸ਼ਰਟ ਪਾਣੀ ਹੈ, ਕਿਉਂਕਿ ਤੁਹਾਡਾ ਅਸਾਈਲਮ ਦਾ ਤੁਹਾਡਾ ਕੇਸ ਹੈ। ਤੁਸੀਂ ਆਪਣਾ ਜਿਹੜਾ ਇੱਕ ਤੁਹਾਡਾ ਦੁਖਮਈ ਜਿਹੜਾ ਹਿੱਸਾ ਹੈ, ਤੁਹਾਡੇ ਨਾਲ ਜਿਹੜਾ ਟਰਾਮਾ ਹੋਇਆ, ਤੁਸੀਂ ਉਹਦੇ ਬਾਰੇ ਬੋਲਣ ਜਾ ਰਹੇ ਹੋ, ਹਨਾ ਜੀ। ਸੋ ਕੋਰਟ ਰੂਮ ਇੱਕ ਫਾਰਮਲ ਪ੍ਰੋਸੈਸ ਹੈ, ਜੱਜ ਸਾਹਮਣੇ ਤੁਸੀਂ ਇੱਕ ਫਾਰਮਲ ਤਰੀਕੇ ਨਾਲ ਜਾਣਾ। ਜੀਨਸ ਨਹੀਂ ਪਾ ਕੇ ਜਾਣੀਆਂ, ਜਿਹੜੇ ਸਨੀਕਰ ਸਪੋਰਟ ਸ਼ੂਜ਼ ਹੁੰਦੇ ਆ ਉਹ ਨਹੀਂ ਪਾ ਕੇ ਜਾਣੇ, ਫਲਿਪ ਫਲॉप ਜਿਹੜੇ ਸੈਂਡਲ ਵਗੈਰਾ ਉਹ ਨਹੀਂ ਪਾ ਕੇ ਜਾਣੇ। ਕੋਈ ਵੀ ਜਿੱਦਾਂ ਰਿਵੀਲਿੰਗ ਕੱਪੜੇ ਜਿਹੜੇ ਕਿ ਫਟੇ ਹੋਏ ਕੱਪੜੇ ਆ, ਛੋਟੇ ਕੱਪੜੇ ਆ, ਜੀਨਸ ਦੇ ਵਿੱਚ ਉਹ ਕਈ ਵਾਰੀ ਕੱਟ ਕੁੱਟ ਜਿੱਦਾਂ ਕੱਟ ਉਹ ਵਾਲੀਆਂ ਜੀਨਸ ਹੁੰਦੀਆਂ, ਇੱਦਾਂ ਦੇ ਕੋਈ ਵੀ ਫੈਸ਼ਨੇਬਲ ਕੱਪੜੇ ਨਹੀਂ ਪਾ ਕੇ ਜਾਣੇ। ਨਾਰਮਲ ਸਿੰਪਲ ਫਾਰਮਲ ਜਿਹੇ ਕੱਪੜੇ ਰੱਖੋ। ਜੇ ਤੁਸੀਂ ਕਲਚਰਲ ਕੋਈ ਵੀ ਡਰੈਸ ਵਗੈਰਾ ਪਾਉਂਦੇ ਹੋ, ਪੱਗ ਪਾਉਂਦੇ ਹੋ, ਤੁਸੀਂ ਬਿਲਕੁਲ ਪਾ ਕੇ ਜਾ ਸਕਦੇ ਹੋ। ਆਪਣਾ ਜਿਹੜਾ ਅਟਾਇਰ ਹੈਗਾ, ਸੂਟ ਵਗੈਰਾ ਜੇ ਤੁਸੀਂ ਉਹੀ ਪਾਉਂਦੇ ਹੋ, ਪਾ ਕੇ ਜਾ ਸਕਦੇ ਹੋ। ਤੇ ਕੋਸ਼ਿਸ਼ ਕਰਨੀ ਹੈ ਕਿ ਫਾਰਮਲ ਤੇ ਸਿੰਪਲ ਰੱਖਣਾ। ਸੈੱਲਫੋਨ ਆਪਣਾ ਓਬਵੀਅਸਲੀ ਬੰਦ ਕਰਕੇ ਲਿਜਾਣਾ ਹੈ, ਮਤਲਬ ਇੱਦਾਂ ਦਾ ਕੋਈ ਚਾਂਸ ਨਹੀਂ ਹੋਣਾ ਚਾਹੀਦਾ ਕਿ ਕੋਈ ਇੱਦਾਂ ਦੀ ਚੀਜ਼ ਹੋ ਜਾਵੇ ਜੱਜ ਇੰਨਾ ਅਪਸੈਟ ਹੋਵੇ। ਤੇ ਜਿਹੜੀ ਸਭ ਤੋਂ ਵੱਡੀ ਮੈਂ ਗੱਲ ਦੇਖੀ ਆ ਕਿ ਵਕੀਲ ਨਹੀਂ ਦੱਸਦੇ, ਜਾਂ ਕਲਾਇੰਟ ਕਈ ਵਾਰੀ ਕੀ ਆ ਕਿ ਬੈਗ ਲੈ ਕੇ, ਲਿਫਾਫੇ ਲੈ ਕੇ ਜਿੱਦਾਂ ਜਾਂਦੇ ਨੇ ਆਪਣੇ ਡਾਕੂਮੈਂਟ ਵਗੈਰਾ, ਸੋ ਉਹ ਨਹੀਂ ਚੰਗਾ ਲੱਗਦਾ। ਤੁਸੀਂ ਆਪਣਾ $40-50 ਦੇ ਕੇ ਇੱਕ ਵਧੀਆ ਫੋਲਡਰ ਦੇ ਵਿੱਚ ਇਨਵੈਸਟ ਕਰੋ, ਤੇ ਆਪਣੇ ਫੋਲਡਰ ਦੇ ਵਿੱਚ ਜਿਹੜੇ ਤੁਹਾਡੇ ਡਾਕੂਮੈਂਟ ਆਹੀ ਜਿੱਦਾਂ ਦੱਸਿਆ, ਲੇਬਲ, ਓਰੀਜਨਲ ਐਫੀਡੇਵਿਟ, ਇਹਨੂੰ ਆਪਣਾ ਲੇਬਲ ਕਰਕੇ ਲੈ ਕੇ ਜਾਓ ਕਿ ਜਦੋਂ ਹੀ ਜੱਜ ਨੇ ਮੰਗਿਆ ਤੁਸੀਂ ਫਟਾਫਟ ਕੱਢ ਕੇ ਉਹਨੂੰ ਦੇਤਾ। ਇਹ ਨਹੀਂ ਕਿ ਤੁਸੀਂ ਉੱਥੇ ਫਿਰ ਫਰੋਲਾ ਫਰਾਲੀ ਕਰਨ ਲੱਗ ਪਏ, ਲਿਫਾਫਿਆਂ ਦੇ ਵਿੱਚੋਂ ਲਿਫਾਫੇ ਕੱਢਣ ਲੱਗ ਪਏ, ਫਿਰ ਉਹ ਚੀਜ਼ਾਂ ਜੱਜ ਨੂੰ, ਕੋਰਟ ਨੂੰ, ਸਿਸਟਮ ਨੂੰ ਇਰੀਟੇਟ ਕਰਦੀਆਂ। ਸੋ ਕੋਰਟ ਦਾ ਟਾਈਮ ਨਹੀਂ ਵੇਸਟ ਕਰਨਾ। ਤਾਂ ਤੁਸੀਂ ਬਿਲਕੁਲ ਆਪਣਾ ਆਰਗੇਨਾਈਜ਼ ਹੋ ਕੇ ਜਾਣਾ, ਤੇ ਆਪਣੇ ਫੋਲਡਰ ਦੇ ਵਿੱਚ ਆਪਣੇ ਜਿਹੜੇ ਡਾਕੂਮੈਂਟ ਹੈ ਉਹਨੂੰ ਆਰਗੇਨਾਈਜ਼ ਕਰਕੇ, ਲੇਬਲ ਕਰਕੇ ਲੈ ਕੇ ਜਾਣੇ ਆ ਕਿ ਜਦੋਂ ਤੁਹਾਨੂੰ ਕਿਹਾ ਜਾਵੇ ਤੁਸੀਂ ਫਟਾਫਟ ਉਹ ਕੱਢ ਕੇ ਫੜਾ ਸਕਦੇ ਹੋ। ਤੇ ਬਾਕੀ ਜਿਹੜਾ ਤੁਹਾਡਾ ਅਟਰਨੀ ਆ ਉਹ ਤਾਂ ਚਲੋ ਨਾਰਮਲੀ ਉਹਨੂੰ ਪਤਾ ਹੀ ਆ ਕਿੱਦਾਂ ਦੇ ਕੱਪੜੇ ਪਾਣੇ ਆ, ਸੂਟ ਵਗੈਰਾ ਪਾ ਕੇ ਜਾਊਗਾ, ਫਾਰਮਲ ਸੂਟ। ਜੀ। ਸੋ ਇਹ ਸਾਰਾ ਕੁਝ ਹੋ ਗਿਆ, ਵੜ ਗਏ ਉੱਥੇ, ਖੜ ਗਏ ਉੱਥੇ ਜਾ ਕੇ, ਤੇ ਹੁਣ ਸਹੁੰ ਜੀ ਚੱਕਣੀ ਹੈ ਜੀ। ਹੁਣ ਕੀ ਹੋਣਾ ਉਸ ਤੋਂ ਬਾਅਦ, ਕੇਸ ਜਦੋਂ ਸਟਾਰਟ ਹੋਣਾ? ਜੀ ਬਿਲਕੁਲ, ਪਹਿਲਾਂ ਪ੍ਰੀਲਿਮਿਨਰੀ ਜਿੱਦਾਂ ਓਥ ਵਗੈਰਾ ਦਊਗਾ ਕਿ ਸੱਚ ਆ, ਸਾਰਾ ਕੁਝ ਸਹੀ ਆ, ਸਹੀ ਕਿਹਾ ਕਿ ਨਹੀਂ ਕਿਹਾ। ਈਵਨ ਜਿਹੜੇ ਤੁਹਾਡੇ ਪਹਿਲਾਂ ਹੀ ਤੁਹਾਨੂੰ ਘਲਾ ਲੈਂਦੇ ਕਿ ਜਿਹੜੇ ਤੁਹਾਡੇ 589 ਫਾਰਮ ਆ ਅਸਾਈਲਮ ਦਾ, ਇਹ ਸਾਰਾ ਸਹੀ ਤਰੀਕੇ ਨਾਲ ਭਰਿਆ ਕਿ ਨਹੀਂ ਭਰਿਆ, ਇਹਦੇ ਵਿੱਚ ਕੋਈ ਚੇਂਜਸ ਹੈਗੀਆਂ ਕਿ ਨਹੀਂ ਹੈਗੀਆਂ, ਤਾਂ ਕਿ ਬਾਅਦ 'ਚ ਤੁਸੀਂ ਬਹਾਨਾ ਨਾ ਕੋਈ ਲਾ ਸਕੋ ਕਿ ਨਹੀਂ ਇੱਦਾਂ ਸੀਗਾ, ਉੱਦਾਂ ਸੀਗਾ, ਮੇਰੇ ਵਕੀਲ ਨੇ ਨਹੀਂ ਇੱਦਾਂ। ਸੋ ਪਹਿਲਾਂ ਤੁਹਾਨੂੰ ਬਿਲਕੁਲ ਮੌਕਾ ਦਿੱਤਾ ਜਾਣਾ ਉਹਨਾਂ ਨੇ ਕਿ ਜੋ ਵੀ ਚੇਂਜ ਕਰਨਾ ਤੁਸੀਂ ਕਰ ਦਿਓ। ਤੇ ਇੰਟਰਪ੍ਰੇਟਰ, ਟਰਾਂਸਲੇਟਰ ਵਗੈਰਾ ਉੱਥੇ ਸਾਰੇ ਪਏ ਆ, ਤੇ ਬਾਅਦ 'ਚ ਤਾਂ ਕਿ ਤੁਸੀਂ ਇੱਦਾਂ ਦੀ ਓਬਜੈਕਸ਼ਨ ਨਾ ਲੈ ਸਕੋ ਕਿ ਨਹੀਂ ਮੇਰੇ ਵਕੀਲ ਨੇ ਗਲਤ ਲਿਖਤਾ, ਫਲਾਣੇ ਬੰਦੇ ਨੇ ਗਲਤ ਲਿਖਤਾ। ਸੋ ਤੁਹਾਡੇ ਤੇ ਜ਼ਿੰਮੇਵਾਰੀ ਆ ਜਾਣੀ, ਜੇ ਤੁਸੀਂ ਕਿਹਾ ਸਾਰਾ ਕੁਝ ਸਹੀ ਆ, ਉਹਨੇ ਕਹਿਣਾ ਕਿ ਸਾਈਨ ਕਰਕੇ ਮੈਨੂੰ ਫੜਾ ਦਿਓ ਉਹ ਨਾ। ਇੱਕ ਵਾਰੀ ਤੁਸੀਂ ਸਾਈਨ ਕਰਤਾ, ਮਤਲਬ ਕਿ ਤੁਸੀਂ ਐਕਨੋਲੇਜ ਕਰ ਲਿਆ ਕਿ ਸਾਰਾ ਕੁਝ ਉੱਥੇ ਸਹੀ ਆ।
ਤੇ ਉਸ ਤੋਂ ਬਾਅਦ ਨਹੀਂ ਤੁਸੀਂ ਇਹ ਆਬਜੈਕਸ਼ਨ ਲੈ ਸਕਦੇ ਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ ਸੀ, ਮੈਨੂੰ ਪਤਾ ਨਹੀਂ ਸੀਗਾ, ਮੈਨੂੰ ਸਮਝ ਨਹੀਂ ਲੱਗੀ, ਮੇਰੀ ਮਰਜ਼ੀ ਤੋਂ ਬਿਨਾਂ ਕਰਤਾ। ਸੋ ਉਹ ਤੁਹਾਡੇ ਕੋਲ ਇੱਕ ਮੌਕਾ ਹੈਗਾ ਉੱਥੇ ਜੋ ਵੀ ਦਰੁਸਤੀਆਂ ਉਹ ਕਰਾਉਣ ਦਾ। ਹੁਣ ਕਈ ਵਾਰੀ ਕੀ ਹੈਗਾ ਕਿ ਆਪਾਂ ਕੇਸ ਫਾਈਲ ਕਰਤਾ, ਮੇਰਾ ਕਲਾਇੰਟ ਮੈਨੂੰ ਕਹਿੰਦਾ ਕਿ ਮੇਰੀ ਨਾ ਆਹ ਚੀਜ਼ ਸੀਗੀ, ਆਹ ਚੀਜ਼ ਗਲਤ ਲਿਖ ਹੋ ਗਈ, ਜਾਂ ਆਹ ਨਾਮ ਗਲਤ ਲਿਖਿਆ ਹੋ ਗਿਆ, ਜਾਂ ਮੈਂ ਦੂਜਾ ਨਾਮ ਨਹੀਂ ਲਿਖਿਆ। ਸੋ ਮੈਂ ਕਲਾਇੰਟ ਨੂੰ ਕਹਿੰਦਾ ਕਿ ਹੁਣ ਤੇਰੇ ਤੇ ਇਹ ਤੇਰੀ ਜ਼ਿੰਮੇਵਾਰੀ ਹੈ ਕਿ ਜਦੋਂ ਤੇਰਾ ਹੁਣ ਕੇਸ ਸ਼ੁਰੂ ਹੋਣ ਲੱਗੂਗਾ, ਫਾਰਮ ਦੇ ਵਿੱਚ ਜਿਹੜਾ ਵੀ ਤੇਰਾ ਐਡਰੈਸ ਸੀਗਾ, ਤੇਰਾ ਇੰਪਲੋਇਮੈਂਟ ਐਡਰੈਸ ਹੋ ਗਿਆ, ਹਿਸਟਰੀ ਹੋ ਗਈ ਸਾਰੀ, ਉਹ ਤੂੰ ਮੈਨੂੰ ਉੱਥੇ ਦੱਸਣਾ। ਇੱਕ ਵਾਰੀ ਦੁਬਾਰਾ ਆਪਾਂ ਫਾਰਮ ਦੇ ਗੋ ਥਰੂ ਹੋਣਾ, ਠੀਕ ਹੈ। ਜੋ ਵੀ ਤੁਹਾਨੂੰ ਇੱਕ ਵਾਰੀ ਫਾਈਨਲ ਮੌਕਾ ਕਹਿਣ ਦਾ ਮਤਲਬ ਹੈ ਕਿ ਉੱਥੇ ਮਿਲਣਾ, ਕਿ ਜੋ ਵੀ ਕਲੈਰੀਕਲ ਐਰਰ ਕੁਛ ਵੀ ਜਿਹੜਾ ਹੈਗਾ ਉਹ ਸਾਰਾ ਤੁਸੀਂ ਉੱਥੇ ਸੁਧਾਰ ਸਕਦੇ ਹੋ, ਡੇਟਸ ਵਗੈਰਾ ਅਪਡੇਟ ਦੇ ਸਕਦੇ ਹੋ। ਤੇ ਇਸ ਤੋਂ ਵੀ ਪਹਿਲਾਂ ਜੇ ਮੈਂ ਇੱਕ ਸਟੈਪ ਬੈਕ ਲਵਾਂ, ਮਤਲਬ ਕਿ ਜਦੋਂ ਹੁਣ ਆਪਾਂ ਕਈ ਵਾਰੀ ਦੇਖਦੇ ਹਾਂ 589 ਫਾਰਮ ਦੇ ਵਿੱਚ ਕਾਫੀ ਗਲਤੀਆਂ ਹੁੰਦੀਆਂ, ਉਹ ਤੁਸੀਂ ਕੋਡ ਨੂੰ ਪਹਿਲਾਂ ਵੀ ਸਬਮਿਟ ਕਰਾ ਸਕਦੇ ਹੋ ਈਮੇਲ ਰਾਹੀਂ ਕਿ ਆ ਮੇਰਾ ਅਪਡੇਟਡ ਫਾਰਮ ਹੈਗਾ। ਤੁਸੀਂ ਆਪਣੇ ਡਾਕੂਮੈਂਟ ਅਪਡੇਟ ਕਹਿਣ ਦਾ ਮਤਲਬ ਹੈ ਜਦੋਂ ਤੱਕ ਮਰਜ਼ੀ ਕਰ ਸਕਦੇ ਹੋ, ਐਜ਼ ਲੌਂਗ ਐਜ਼ ਜਦੋਂ ਫਿਰ ਜਦ ਤੱਕ ਤੁਸੀਂ ਟਰਾਇਲ ਤੱਕ ਪਹੁੰਚ ਗਏ, ਇੱਕ ਵਾਰੀ ਸ਼ੁਰੂ ਹੋ ਗਿਆ ਤੇ ਫਿਰ ਸ਼ੁਰੂ ਹੋ ਗਿਆ। ਉਸ ਤੋਂ ਪਹਿਲਾਂ ਤੱਕ ਤੁਹਾਡੇ ਕੋਲ ਫੁੱਲ ਮੌਕਾ ਆਪਣੀ ਕਰੈਕਸ਼ਨ ਐਪਲੀਕੇਸ਼ਨ ਨੂੰ ਕਰਨਾ। ਅਪਡੇਟ ਕਰਨ ਦਾ ਜੀ। ਜੀ ਤਾਂ ਜੀ। ਫਿਰ ਜਿਹੜਾ ਪਹਿਲਾਂ ਵੀ ਸ਼ੋਅ ਤੇ ਆਪਾਂ ਦੱਸਿਆ ਸੀਗਾ ਕਿ ਫਿੰਗਰਪ੍ਰਿੰਟਸ ਬੜੇ ਇੰਪੋਰਟੈਂਟ ਨੇ। ਕਈ ਲੋਕਾਂ ਦੇ ਉਹੀ ਨਹੀਂ ਹੋਏ ਹੁੰਦੇ, ਉਹ ਭੁੱਲ ਜਾਂਦੇ ਆ ਕਿ ਫਿੰਗਰਪ੍ਰਿੰਟ ਯਾਦ ਨਹੀਂ ਰਹਿੰਦੇ ਕਿਸੇ ਨੂੰ, ਤੇ ਉਹਦੇ ਬੇਸ ਤੇ ਵੀ ਕੇਸ ਫਿਰ ਡਿਨਾਈ ਹੋ ਜਾਂਦਾ। ਸੋ ਮੇਕ ਸ਼ੋਰ ਕਰੋ ਕਿ ਤੁਹਾਡੇ ਫਿੰਗਰਪ੍ਰਿੰਟਸ ਵਗੈਰਾ ਸਾਰੇ ਜਿਹੜੇ ਆ ਹੋ ਗਏ ਆ। ਸੋ ਜੱਜ ਨੇ ਪੁੱਛਣਾ ਹੈ ਕਿ ਫਿੰਗਰਪ੍ਰਿੰਟ ਹੋ ਗਏ ਕਿ ਨਹੀਂ ਹੋਏ। ਤੇ ਕੇਸ ਫਿਰ ਸ਼ੁਰੂ ਹੋਣ ਤੋਂ ਪਹਿਲਾਂ ਆਹੀ ਸਾਰਾ ਸਹੁੰ ਚੁਕਾਤੀ, ਡਾਕੂਮੈਂਟਸ ਵਗੈਰਾ ਦੇਖ ਲਏ ਸਹੀ ਹੈ ਨਹੀਂ ਹੈ। ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹ ਹੁੰਦਾ ਐਗਜ਼ੀਬਿਟ ਜਿਹੜੇ ਹੈਗੇ, ਐਵੀਡੈਂਸ ਇਕੱਠਾ ਕਰਨਾ, ਉਹਨੂੰ ਮਤਲਬ ਕਿ ਮਾਰਕਿੰਗ ਦੀ ਐਗਜ਼ੀਬਿਟਸ ਕਹਿੰਦੇ ਆ। ਮਾਰਕਿੰਗ ਦੀ ਐਗਜ਼ੀਬਿਟਸ ਕੀ ਹੁੰਦਾ ਕਿ ਇੱਕ ਹੁਣ ਰੈਕਡ ਬਣਨਾ ਸਾਰਾ ਕਿ ਕਿੰਨੇ ਡਾਕੂਮੈਂਟ ਸਬਮਿਟ ਹੋਏ, ਤੇ ਉਹਨਾਂ ਨੇ ਸਾਰੇ ਦੱਸਣਾ ਕਿ ਜਿੱਦਾਂ ਤੁਸੀਂ ਮੰਨ ਲਓ ਪਹਿਲਾਂ ਗਲਤ ਐਫੀਡੇਵਿਟ ਦਿੱਤੇ, ਉਹਨਾਂ ਨੇ ਉਹਨੂੰ ਵੀ ਐਗਜ਼ੀਬਿਟ ਪਾਉਣਾ। ਫਿਰ ਤੁਸੀਂ ਅਪਡੇਟਡ ਦਿੱਤੇ, ਉਹਨਾਂ ਨੇ ਉਹ ਵੀ ਐਗਜ਼ੀਬਿਟ ਦੇ ਵਿੱਚ ਪਾਉਣਾ। ਕੰਟਰੀ ਕੰਡੀਸ਼ਨ ਦਿੱਤੀਆਂ, ਜੋ ਵੀ ਤੁਸੀਂ ਡਾਕੂਮੈਂਟ ਦਿੱਤੇ ਸਾਰਿਆਂ ਨੇ ਉਹਨਾਂ ਨੇ ਗਿਣ ਕੇ ਕਿ 1 2 3 4 ਕਰਕੇ ਉਹਨਾਂ ਨੇ ਸਾਰੀ ਆਪਣੀ ਪਹਿਲਾਂ ਲਿਸਟ ਬਣਾਉਣੀ ਟਰਾਇਲ ਸ਼ੁਰੂ ਕਰਨ ਤੋਂ ਪਹਿਲਾਂ, ਕਿ ਆਹ 50 ਚੀਜ਼ਾਂ ਹੁਣ ਸਾਡੇ ਕੋਲ ਆ ਗਈਆਂ, ਇਹ ਰੈਕਡ ਦੇ ਵਿੱਚ ਹੈਗਾ। ਤੇ ਜੱਜ ਨੇ ਪੁੱਛਣਾ ਕਿ ਵਕੀਲ ਸਾਹਿਬ ਸਾਰਾ ਕੁਝ ਆ ਗਿਆ, ਕੁਝ ਮੈਂ ਮਿਸ ਤਾਂ ਨਹੀਂ ਕੀਤਾ। ਫਿਰ ਤੁਸੀਂ ਕਿਹਾ ਨਹੀਂ, ਕਿ ਸਾਰੇ ਐਗਜ਼ੀਬਿਟ ਸਹੀ ਤਰੀਕੇ ਨਾਲ ਮਾਰਕ ਹੋਏ ਆ। ਸਰਕਾਰੀ ਵਕੀਲ ਨੂੰ ਪੁੱਛਣਾ, ਸਰਕਾਰੀ ਵਕੀਲ ਨੇ ਆਪਣੀਆਂ ਆਬਜੈਕਸ਼ਨਸ ਦੇਣੀਆਂ। ਮੈਂ ਹੁਣ ਜੇ ਸਰਕਾਰੀ ਵਕੀਲ ਹੋਵਾਂ, ਮੈਂ ਰਾਈਟ ਆਫ ਦਾ ਬੈਟ ਪਹਿਲਾਂ ਹੀ ਆਬਜੈਕਸ਼ਨ ਦਊਂਗਾ ਕਿ ਅੱਜ ਜਿੰਨੇ ਐਫੀਡੇਵਿਟ ਲੈਟਰਾਂ ਲੂਟਰਾਂ ਆਈਆਂ, ਮੈਂ ਕਿਸੇ ਨੂੰ ਨਹੀਂ ਮੰਨਦਾ, ਕਿਉਂਕਿ ਮੇਰੇ ਕੋਲ ਓਪਰਚੁਨਿਟੀ ਟੂ ਕ੍ਰਾਸ ਐਗਜ਼ਾਮਿਨ ਨਹੀਂ ਹੈਗੀ, ਇਸ ਲਈ ਮੈਂ ਵੈਰੀਫਾਈ ਨਹੀਂ ਕਰ ਸਕਦਾ ਕਿ ਇਹ ਸਹੀ ਹੈ ਕਿ ਗਲਤ ਹੈ, ਹਨਾ। ਸੋ ਜਿਹੜਾ ਤੇਜ਼ ਸਰਕਾਰੀ ਵਕੀਲ ਆ, ਉਹਨੇ ਪਹਿਲਾਂ ਹੀ ਪੈਂਦੀ ਸੱਟੇ ਸਾਰੀਆਂ ਆਬਜੈਕਸ਼ਨ ਆਪਣੀਆਂ ਕ੍ਰੀਏਟ ਕਰਕੇ ਸਿੱਧੇ ਕੋਰਟ ਨੂੰ ਕਹਿ ਦੇਣਾ ਕਿ ਇੱਥੇ ਲਿਮਿਟਿਡ ਵੇਟ ਦਿੱਤਾ ਜਾਵੇ। ਸੋ ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਊਂਗਾ ਬਾਅਦ 'ਚ ਕੀ ਹੋਇਆ ਕਿ ਜਦੋਂ ਸਾਡਾ ਇੱਕ ਪਿਛਲੇ ਹਫ਼ਤੇ ਟਰਾਇਲ ਸੀਗਾ, ਉਹ 'ਚ ਸਰਕਾਰੀ ਵਕੀਲ ਨੇ ਕਿਹਾ ਕਿ ਮੈਂ ਆਬਜੈਕਸ਼ਨ ਕਰਦਾ ਕਿ ਇਹ ਐਫੀਡੇਵਿਟ ਹੈਗੇ ਆ, ਇਹਨੂੰ ਲਿਮਿਟਿਡ ਵੇਟ ਦੇਣਾ ਚਾਹੀਦਾ, ਕਿਉਂਕਿ ਮੇਰੇ ਕੋਲ ਓਪਰਚੁਨਿਟੀ ਆਫ ਕ੍ਰਾਸ ਐਗਜ਼ਾਮਿਨ ਨਹੀਂ ਹੈਗੀ। ਸੋ ਇਹਦੇ ਬਾਰੇ ਮੈਂ ਤੁਹਾਨੂੰ ਬਾਅਦ 'ਚ ਗੱਲ ਦੱਸੂੰਗਾ ਕਿ ਕਲੋਜ਼ਿੰਗ ਤੇ ਕਿੱਦਾਂ ਹੋਇਆ। ਸੋ ਫਿਰ ਪਹਿਲਾ ਸਟੈਪ ਕੀ ਹੈਗਾ ਕਿ ਜਦੋਂ ਤੁਹਾਡੇ ਸਾਰੇ ਐਗਜ਼ੀਬਿਟ ਵਗੈਰਾ ਮਾਰਕ ਹੋ ਗਏ, ਉਸ ਤੋਂ ਬਾਅਦ ਤੁਹਾਡਾ ਆ ਗਿਆ ਡਾਇਰੈਕਟ ਐਗਜ਼ਾਮੀਨੇਸ਼ਨ। ਸੋ ਉੱਥੋਂ ਦੀ ਜੀ। ਤੁਹਾਡਾ ਜਿਹੜਾ ਕੇਸ ਆ ਉਹ ਸ਼ੁਰੂ ਹੋ ਜਾਂਦੀ ਗੇਮ ਫਿਰ। ਸੋ ਕੀ ਹੈ ਜੀ ਇਹ ਡਾਇਰੈਕਟ ਐਗਜ਼ਾਮੀਨੇਸ਼ਨ, ਤੇ ਸਟਾਰਟ ਫਿਰ ਕੌਣ ਕਰਦਾ ਹੈ ਕੇਸ ਨੂੰ? ਪ੍ਰੋਸੀਕਿਊਟਰ ਕਰਦੇ ਨੇ ਕਿ ਜਿਹੜਾ ਅਟਰਨੀ ਆ, ਜਿਹੜਾ ਰਿਸਪੋਂਡੈਂਟ ਦਾ, ਉਹ ਕਰਦਾ ਹੈ? ਸੋ ਜੀ ਜਿਹੜਾ ਰਿਸਪੋਂਡੈਂਟ ਦਾ ਅਟਰਨੀ ਹੈ ਉਹ ਸਾਰਾ ਸ਼ੋਅ ਸ਼ੁਰੂ ਕਰਦਾ, ਫਿਰ ਡਾਇਰੈਕਟ ਐਗਜ਼ਾਮੀਨੇਸ਼ਨ ਉਹੀ ਕਰਦਾ। ਡਾਇਰੈਕਟ ਦਾ ਮਤਲਬ ਕਿ ਮੈਂ ਡਾਇਰੈਕਟਲੀ ਆਪਣੇ ਕਲਾਇੰਟ ਤੋਂ ਸਵਾਲ ਪੁੱਛ ਰਿਹਾ, ਪਰ ਉਹ ਜਿਹੜੇ ਸਵਾਲ ਆ ਉਹ ਇਦਾਂ ਦੇ ਸਵਾਲ ਨਹੀਂ ਹੈਗੇ ਕਿ ਮੈਂ ਇਦਾਂ ਨਹੀਂ ਕਹਿ ਸਕਦਾ ਕਿ ਜਦੋਂ ਤੁਸੀਂ ਉੱਥੇ ਗਏ ਸੀਗੇ ਤੁਹਾਡੇ ਤੇ ਬੇਸਬਾਲ ਨਾਲ ਅਟੈਕ ਹੋਇਆ ਸੀਗਾ, ਇਹ ਹੋ ਗਿਆ ਲੀਡਿੰਗ ਕੁਐਸਚਨ। ਇਦਾਂ ਦੇ ਸਵਾਲ ਨਹੀਂ ਮੈਂ ਪੁੱਛ ਸਕਦਾ। ਕਹਿਣ ਦਾ ਮਤਲਬ ਕਿ ਬੜੇ ਬੇਸਿਕ, ਤੁਸੀਂ ਕੌਣ ਹੋ, ਕਿੱਥੇ ਹੋ, ਕਿੰਨਾ ਪੜ੍ਹੇ ਹੋ, ਕਿੰਨੀ ਐਜੂਕੇਸ਼ਨ ਆ, ਕੀ ਕੰਮ ਕਰਦੇ ਸੀਗੇ। ਬੰਦੇ ਨੇ ਫਿਰ ਜਿੱਦਾਂ ਮੰਨ ਲਓ ਜਵਾਬ ਦਿੱਤਾ ਕਿ ਮੈਂ ਸਟੂਡੈਂਟ ਸੀਗਾ, +2 ਤੱਕ ਪੜ੍ਹਿਆ ਸੀਗਾ, ਉਸ ਤੋਂ ਬਾਅਦ ਮੈਂ ਪੜ੍ਹਾਈ ਛੱਡਤੀ, ਮੈਂ ਖੇਤੀਬਾੜੀ ਕਰਨ ਲੱਗ ਪਿਆ, ਮੈਂ ਪਾਰਟੀ ਦੇ ਵਿੱਚ ਇਨਵੋਲਵ ਹੋ ਗਿਆ। ਕਿਹੜੀ ਪਾਰਟੀ ਦੇ ਵਿੱਚ ਇਨਵੋਲਵ ਹੋਏ, ਕਦੋਂ ਜੁਆਇਨ ਕੀਤਾ, ਕਿਉਂ ਜੁਆਇਨ ਕੀਤਾ, ਕੀ ਰੋਲ ਸੀਗਾ, ਕੀ ਅਹੁਦਾ ਸੀਗਾ, ਵਰਕਰ ਸੀਗਾ, ਮੈਂਬਰ ਸੀਗਾ। ਬੰਦੇ ਨੇ ਜੋ ਵੀ ਜਵਾਬ ਦਿੱਤਾ, ਫਿਰ ਐਜ਼ ਅ ਵਰਕਰ ਤੁਸੀਂ ਕੀ ਕਰਦੇ ਸੀਗੇ, ਮਤਲਬ ਕਿ ਸਵਾਲਾਂ ਤੋਂ ਸਵਾਲ ਅੱਗੇ ਜਾਊਗੇ। ਕੋਈ ਵੀ ਜੀ ਲੀਡਿੰਗ ਕੁਐਸਚਨ ਨਹੀਂ ਹੋ ਸਕਦਾ ਕਿ ਉਹਨੂੰ ਕਹਿੰਦੇ ਕਿ ਡਾਇਰੈਕਟ ਐਗਜ਼ਾਮੀਨੇਸ਼ਨ, ਕਿ ਮੈਂ ਇੱਕ ਉਹ ਜਿਹੜੀ ਆਪਣੀ ਓਪਰਚੁਨਿਟੀ ਲੈ ਰਿਹਾ ਕਿ ਕਲਾਇੰਟ ਦਾ ਕੋਰਟ ਨੂੰ ਦੱਸ ਸਕਾਂ ਕਿ ਕਲਾਇੰਟ ਕੌਣ ਹੈਗਾ। ਸੋ ਜਿਹੜਾ ਫਿਰ ਡਾਇਰੈਕਟ ਐਗਜ਼ਾਮੀਨੇਸ਼ਨ ਹੈਗਾ, ਉਹਦੇ ਵਿੱਚ ਇੱਦਾਂ ਨਹੀਂ ਕਿ ਤੁਸੀਂ ਉਹਨੂੰ ਤੋਤੇ ਵਾਂਗੂ ਸਾਰੀਆਂ ਚੀਜ਼ਾਂ ਤੁਹਾਨੂੰ ਰੱਟੀਆਂ ਹੋਣੀਆਂ ਚਾਹੀਦੀਆਂ। ਉਹ ਇੱਕ ਤੁਹਾਡੇ ਲਈ ਮੌਕਾ ਹੈਗਾ ਕਿ ਜੈਨੂਇਨਲੀ ਤੁਸੀਂ ਆਪਣਾ ਜਿਹੜਾ ਜੱਜ ਨੂੰ ਦੱਸਣਾ ਕਿ ਤੁਸੀਂ ਕੌਣ ਹੋ, ਤੁਹਾਡਾ ਕਲੇਮ ਕੀ ਹੈ। ਸੋ ਸਾਰੇ ਸਵਾਲ ਜਿੱਦਾਂ ਜਵਾਬ ਦੋਗੇ, ਤੁਸੀਂ ਕਿਹਾ ਕਿ ਨਹੀਂ ਮੈਨੂੰ ਖਤਰਾ ਹੈ, ਇਸ ਪਾਰਟੀ ਤੋਂ ਖਤਰਾ ਹੈ, ਕਿਉਂ ਖਤਰਾ ਹੈ, ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਸੀਗਾ, ਕਿੰਨੀ ਵਾਰੀ ਹਮਲਾ ਕੀਤਾ ਸੀਗਾ, 3 ਵਾਰੀ ਕੀਤਾ ਸੀਗਾ, ਪਹਿਲਾਂ ਕਦੋਂ ਹੋਇਆ, ਇਸ ਤਰੀਕ ਨੂੰ ਹੋਇਆ, ਕੀ ਹੋਇਆ ਉਸ ਹਮਲੇ ਦੇ ਵਿੱਚ। ਤੇ ਹੌਲੀ ਹੌਲੀ ਕਰਕੇ ਮਤਲਬ ਕਿ ਜਦੋਂ ਤੁਸੀਂ ਸਾਰਾ ਆਪਣਾ ਸਟੇਟਮੈਂਟ ਸਾਰਾ ਪੂਰਾ ਤੁਸੀਂ ਆਪਣਾ, ਤੁਹਾਨੂੰ ਓਪਰਚੁਨਿਟੀ ਇੱਕ ਮਿਲਦੀ ਹੈ ਆਪਣਾ ਕੇਸ
ਪ੍ਰੈਜ਼ੈਂਟ ਕਰਨ ਦੇ ਲਈ। ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਹਾਡਾ ਵਕੀਲ ਕੁਐਸਚਨਸ ਤੁਹਾਡੇ ਕੋਲ ਪੁੱਛਦਾ ਡਾਇਰੈਕਟ ਐਗਜ਼ਾਮੀਨੇਸ਼ਨ ਤੇ ਜਿਹੜਾ ਸਰਕਾਰੀ ਵਕੀਲ ਹੈ, ਟ੍ਰਾਇਲ ਅਟਰਨੀ ਜਿਹਨੂੰ ਕਹਿੰਦੇ ਨੇ, ਉਹ ਆਬਜੈਕਸ਼ਨ ਰੇਜ਼ ਕਰ ਸਕਦਾ ਹੈ। ਜੀ। ਆਬਜੈਕਸ਼ਨਸ ਤੇ ਆਪਾਂ ਬਾਅਦ ਚ ਆਉਂਦੇ ਹਾਂ ਕਿ ਕੀ ਇਹ ਹੁੰਦੀਆਂ। ਆਬਜੈਕਸ਼ਨ ਦਾ ਮਤਲਬ ਇਹ ਹੈ ਕਿ ਇਹ ਗਲਤ ਕੁਐਸਚਨ ਪੁੱਛ ਰਿਹਾ, ਇਹ ਪੁੱਛ ਨਹੀਂ ਸਕਦਾ, ਹੂੰ, ਹੂੰ, ਜਾਂ ਹੂੰ। ਇਹ ਕੋਚ ਕਰ ਰਿਹਾ ਆਪਣੇ ਉਹਨੂੰ ਨਾ, ਪਹਿਲਾਂ ਹੀ ਇਹ ਆਨਸਰ ਇਹਨੇ ਦਿੱਤਾ ਹੋਇਆ ਕੁਐਸਚਨ ਦੇ ਵਿੱਚ। ਤੇ ਇੱਦਾਂ ਦੀਆਂ ਕਾਫੀ ਸਾਰੀਆਂ ਰੂਲਸ ਆਫ ਐਵੀਡੈਂਸ ਦੇ ਥੱਲੇ ਆਬਜੈਕਸ਼ਨਸ ਹੁੰਦੀਆਂ, ਜਿਹਦੇ ਬੇਸ ਤੇ ਕਿ ਸਰਕਾਰੀ ਵਕੀਲ ਤੁਹਾਡੇ ਵਕੀਲ ਨੂੰ ਰੋਕ ਸਕਦਾ ਹੈ ਸਵਾਲ ਪੁੱਛਣ ਤੋਂ। ਸੋ ਹੁਣ ਇਹ ਤੁਹਾਨੂੰ ਯਾਦ ਰੱਖਣਾ ਪੈਣਾ ਕਿ ਜਿਹੜੀ ਆ ਹੀਅਰਿੰਗ ਆ ਸਾਰੀ, ਇਹ ਸਾਰੀ ਰਿਕਾਰਡ ਹੋ ਰਹੀ ਹੈ, ਇਹਦੀ ਟਰਾਂਸਕ੍ਰਿਪਟ ਬਣ ਰਹੀ ਹੈ। ਸੋ ਕੋਈ ਵੀ ਜੀ। ਮੁੱਕਰ ਨਹੀਂ ਸਕਦਾ ਕਿ ਇਹ ਚੀਜ਼ ਨਹੀਂ ਹੋਈ ਜਾਂ ਮੈਂ ਇੱਦਾਂ ਨਹੀਂ ਕਿਹਾ ਸੀਗਾ। ਹੂੰ, ਕਈ ਹੂੰ। ਵਾਰੀ ਕੀ ਹੋਇਆ ਕਿ ਕਲਾਇੰਟ ਨੂੰ ਲੱਗਦਾ ਉੱਥੇ ਜਾ ਕੇ ਕਿ ਨਹੀਂ, ਮੈਂ ਤੇ ਜੱਜ ਨੂੰ, ਮੈਂ ਤੇ ਬਹੁਤ ਸਟਰੀਟ ਸਮਾਰਟ ਆ, ਮੈਂ ਆਪਣੇ ਯਾਰਾਂ ਦੋਸਤਾਂ ਦੇ ਗਰੁੱਪ 'ਚ ਵੀ ਬਹੁਤ ਹੁਸ਼ਿਆਰ ਹੁੰਦਾ ਸੀਗਾ, ਮੈਂ ਇੱਥੇ ਕੋਰਟ ਦੇ ਵਿੱਚ ਵੀ ਆ ਕੇ ਬੜਾ ਹੁਸ਼ਿਆਰ ਬਣੂੰਗਾ ਤੇ ਮੈਂ ਜੱਜ ਨੂੰ ਕਹੂੰਗਾ ਕਿ ਨਹੀਂ, ਮੈਂ ਤੇ ਇੱਦਾਂ ਕਿਹਾ ਨਹੀਂ ਸੀਗਾ। ਸੋ ਇੱਦਾਂ ਦੀ ਕੋਈ ਚੀਜ਼ ਨਹੀਂ ਹੋ ਸਕਦੀ। ਹਰੇਕ ਚੀਜ਼ ਲਿਖੀ ਗਈ ਆ। ਉਹ ਕੀ ਉਹਨਾਂ ਨੇ ਪਹਿਲਾਂ ਹੀ ਸਿਸਟਮ ਜਿਹੜਾ ਬਣਾਇਆ, ਉਹ ਮੈਂ ਕਿਹਾ ਵੱਡੇ ਵੱਡੇ ਕ੍ਰਿਮੀਨਲਾਂ ਨਾਲ ਡੀਲ ਕਰਨ ਲਈ ਜਿਹੜੇ ਸਿਸਟਮ ਪ੍ਰੋਸੀਜਰ ਜੀ, ਸੈੱਟ ਜੀ, ਕੀਤੇ ਜੀ। ਹੋਏ ਆ। ਹੂੰ, ਸੋ ਜੇ ਹੂੰ। ਤੁਹਾਨੂੰ ਲੱਗਦਾ ਕਿਸੇ ਤਰੀਕੇ ਨਾਲ ਕਿ ਤੁਸੀਂ ਜਾ ਕੇ ਉੱਥੇ ਕੋਈ ਵੀ ਟ੍ਰਿਕ ਕਰ ਸਕਦੇ ਹੋ ਕੋਰਟ ਨੂੰ, ਸਿਸਟਮ ਨੂੰ, ਸਰਕਾਰੀ ਵਕੀਲ ਨੂੰ, ਜੱਜ ਨੂੰ, ਸੋ ਉਹ ਭੁਲੇਖਾ ਆਪਣੇ ਮਨ ਚੋਂ ਕੱਢ ਦਿਓ। ਸੋ ਸਿਸਟਮ ਪੂਰਾ ਡਿਜ਼ਾਈਨ ਇਸ ਹਿਸਾਬ ਨਾਲ ਹੈਗਾ ਕਿ ਉਹਨਾਂ ਨੇ ਸਿਰਫ ਇਹ ਵੈਲੀਡੇਟ ਕਰਨਾ ਕਿ ਇਹ ਬੰਦਾ ਆਥੈਂਟਿਕ ਜੈਨੂਇਨ ਹੈਗਾ ਕਿ ਨਹੀਂ ਹੈਗਾ, ਕਿ ਇਹ ਹੁਸ਼ਿਆਰੀ ਮਾਰਿਆ। ਜੇ ਤੁਸੀਂ ਆਥੈਂਟਿਕ ਤੇ ਜੈਨੂਇਨ ਹੈਗੇ ਹੋ, ਜੱਜ ਤੁਹਾਡੇ ਫੇਵਰ 'ਚ ਲੀਨ ਕਰੂਗਾ। ਸਭ ਤੋਂ ਜਿਹੜੀ ਮਾੜੀ ਚੀਜ਼ ਤੁਸੀਂ ਜਾ ਕੇ ਉੱਥੇ ਇਹ ਕਰ ਸਕਦੇ ਹੋ ਕਿ ਤੁਸੀਂ ਉੱਥੇ ਕੋਈ ਝੂਠ ਬੋਲਤਾ ਤੇ ਫੜੇ ਗਏ। ਸਭ ਹੂੰ, ਤੋਂ ਹੂੰ। ਮਾੜੀ ਚੀਜ਼, ਸਭ ਤੋਂ ਮਾੜੀ ਚੀਜ਼ ਉਹ ਹੈਗੀ। ਸੋ ਉੱਥੇ ਹੁਸ਼ਿਆਰੀ ਨਹੀਂ ਮਾਰਨੀ ਕੋਈ ਵੀ, ਕਿਸੇ ਵੀ ਕਿਸਮ ਦੀ। ਜਿਹੜੀ ਹੀਅਰਿੰਗ ਹੈ ਸਾਰੀ ਉਹ ਰਿਕਾਰਡਡ ਆ, ਉਹਦਾ ਟਰਾਂਸਕ੍ਰਿਪਟ ਬਣ ਰਿਹਾ, ਤੁਹਾਡੇ ਮੂਹਰੇ ਮਾਈਕ੍ਰੋਫੋਨ ਪਿਆ, ਤੁਸੀਂ ਮਾਈਕ੍ਰੋਫੋਨ ਤੇ ਚੰਗੀ ਆਵਾਜ਼ ਦੇ ਨਾਲ, ਕਲੀਅਰ ਆਵਾਜ਼ ਦੇ ਨਾਲ ਆਪਣਾ ਜਿਹੜਾ ਪੱਖ ਉਹ ਪੇਸ਼ ਕਰਨਾ। ਜਿਹੜਾ ਜੱਜ ਆ ਉਹ ਕਾਫੀ ਫਰਸਟ੍ਰੇਟ ਹੋ ਜਾਂਦਾ ਜੇ ਉਹਨੂੰ ਕਹਿਣਾ ਪਵੇ ਬਾਰ-ਬਾਰ ਕਿ ਉੱਚੀ ਬੋਲੋ, ਉੱਚੀ ਬੋਲੋ, ਹਨਾ। ਸੋ ਇਹ ਹੈ ਕਿ ਤੁਸੀਂ ਉੱਥੇ ਕਸਟਮਰ ਨਹੀਂ ਹੈਗੇ, ਤੁਹਾਡੇ ਲਈ ਕਸਟਮਰ ਸਰਵਿਸ ਨਹੀਂ ਹੋ ਰਹੀ, ਤੁਸੀਂ ਉਹਨਾਂ ਨੂੰ ਕਨਵਿੰਸ ਕਰਨਾ। ਸੋ ਤੁਸੀਂ, ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ, ਤੁਹਾਡੀ ਪੂਰੀ ਜਿਹੜੀ ਏ ਗੇਮ ਹੋਣੀ ਚਾਹੀਦੀ ਹੈ। ਤੁਸੀਂ ਮਤਲਬ ਕਿ ਕਿਸੇ ਵੀ ਕਿਸਮ ਨਾਲ ਇਹ ਨਹੀਂ ਕਿ ਮੈਂ ਥੱਕਿਆ ਹੋਇਆ, ਮੇਰੀ ਕਨਸੈਂਟਰੇਸ਼ਨ ਨਹੀਂ। ਸੋ ਤੁਹਾਡਾ ਕੇਸ ਹੈ, ਸੋ ਉਹ ਮੋਸਟ ਇੰਪੋਰਟੈਂਟ ਚੀਜ਼ ਹੈ। ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰ ਰਹੇ ਹੋ ਉਹ ਸੋਨੇ ਵਰਗੀ ਹੈ। ਮਤਲਬ ਕਿ ਜੋ ਤੁਸੀਂ ਕਹਿ ਰਹੇ ਹੋ ਉਹਦੇ ਬੇਸ ਤੇ ਹੀ ਜਿਹੜਾ ਕੇਸ ਦਾ ਉਹ ਫੈਸਲਾ ਹੋਊਗਾ। ਅਟਰਨੀ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਮਤਲਬ ਕਿ ਜਿਹੜਾ ਮੇਰਾ ਰੋਲ ਹੈ ਉਹ ਸਿਰਫ ਇਹ ਹੈਗਾ ਕਿ ਤੁਹਾਨੂੰ ਡਾਇਰੈਕਟ ਐਗਜ਼ਾਮੀਨੇਸ਼ਨ ਕਰਕੇ ਤੁਹਾਡੀ ਸਟੋਰੀ ਨੂੰ ਪ੍ਰੈਜ਼ੈਂਟ ਕਰਨਾ। ਤੁਸੀਂ ਮੈਨੂੰ ਨਹੀਂ ਸਹੀ ਤਰੀਕੇ ਨਾਲ ਜਵਾਬ ਦਿੱਤਾ, ਮੈਂ ਫਿਰ ਦੂਜਾ ਫਾਲੋਅਪ ਸਵਾਲ ਕਰਾਂ, ਫਿਰ ਤੁਹਾਡੇ ਕੋਲ ਜਵਾਬ, ਤੁਸੀਂ ਦੂਜੇ 'ਚ ਨਹੀਂ ਕੀਤਾ, ਫਿਰ ਮੈਂ ਤੀਜੇ ਸਵਾਲ ਤੇ ਜਾਵਾਂ, ਹਨਾ। ਹੂੰ, ਸੋ ਹੂੰ, ਮੇਰਾ ਹੂੰ। ਰੋਲ ਸਿਰਫ ਉਹਦੇ ਵਿੱਚ ਇਹ ਆ ਜਾਂਦਾ ਕਿ ਮੈਂ ਕਿੰਨੇ ਤਰੀਕੇ ਨਾਲ ਤੁਹਾਡੇ ਨਾਲ ਕਨੈਕਟ ਕਰ ਸਕਦਾ ਐਜ਼ ਅ ਲਾਇਰ, ਮੈਨੂੰ ਕਿੰਨਾ ਤੁਹਾਡੀ ਕਹਾਣੀ ਬਾਰੇ ਹਾਂ, ਪਤਾ ਜੋ ਹੋਵੇ, ਜਿਹੜੀ ਇਨਫੋਰਮੇਸ਼ਨ ਆ ਉਹ ਸਾਰੀ ਦੀ ਸਾਰੀ ਜੱਜ ਮੂਹਰੇ ਜਿਹੜੀ ਉਹ ਪੇਸ਼ ਹੋ ਸਕੇ। ਪੇਸ਼ ਹੋਈ, ਹਨਾ। ਜੇ ਮੈਂ ਪ੍ਰੀਪੇਅਰਡ ਨਹੀਂ ਹੈਗਾ, ਮੈਂ ਲਾਇਰ ਪ੍ਰੀਪੇਅਰਡ ਨਹੀਂ ਹੈਗਾ, ਜਾਂ ਮੈਨੂੰ ਤੁਹਾਡੀ ਫਿਗਰ ਨਹੀਂ ਹੈਗੀ, ਮੈਂ ਕਹਿੰਦਾ ਠੀਕ ਆ, ਦੇਖਦੇ ਹਾਂ ਸਵੇਰੇ ਉੱਠ ਕੇ ਦੇਖਦੇ ਹਾਂ ਕੀ ਇਹ ਬੰਦੇ ਨੇ ਕਹਿਣਾ। ਮਤਲਬ ਮੈਨੂੰ ਵੀ ਐਜ਼ ਅ ਲਾਇਰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਕੀ ਲੈਵਲ ਆ, ਤੁਸੀਂ ਨਰਵਸ ਹੁੰਦੇ ਹੋ, ਕਿੱਦਾਂ ਹੁੰਦੇ ਹੋ, ਤੁਹਾਡਾ ਕੌਨਫੀਡੈਂਸ ਲੈਵਲ ਕੀ ਹੈਗਾ, ਹਨਾ। ਸੋ ਡਾਇਰੈਕਟ ਐਗਜ਼ਾਮੀਨੇਸ਼ਨ ਜਿਹੜਾ ਕਾਫੀ ਇੰਪੋਰਟੈਂਟ ਚੀਜ਼ ਆ ਓਬਵੀਅਸਲੀ। ਇਹਦੇ ਵਿੱਚ ਜਿਹੜਾ ਕਲਾਇੰਟ ਦੀ ਜਿਹੜੀ ਟੈਸਟਮਨੀ ਆ, ਜਿਹਨੂੰ ਸਟੋਰੀ ਕਹਿੰਦੇ ਆ। ਸੋ ਪਹਿਲਾਂ ਤਾਂ ਇਹ ਹੈ ਕਿ ਕਦੀ ਵੀ ਤੁਸੀਂ ਆਪਣੇ ਇਹਨੂੰ ਨਾ ਸਟੋਰੀ ਨਾ ਕਹੋ। ਸਟੋਰੀ ਦਾ ਮਤਲਬ ਹੁੰਦਾ ਕਹਾਣੀ, ਕਹਾਣੀ ਹੁੰਦਾ ਕਿ ਨਕਲੀ ਵੀ ਹੋ ਸਕਦੀ ਹੈ। ਸੋ ਇਹਨੂੰ ਤੁਸੀਂ ਡੈਕਲਰੇਸ਼ਨ ਕਹਿੰਦੇ ਹੋ ਜਾਂ ਟੈਸਟਮਨੀ ਕਹੋ, ਤੁਸੀਂ ਇਹਨੂੰ ਸਟੇਟਮੈਂਟ ਕਹੋ, ਹਨਾ, ਕਿ ਮੇਰੀ ਆਹ ਸਟੇਟਮੈਂਟ ਆ। ਸੋ ਮੇਰਾ ਰੋਲ ਸਭ ਤੋਂ ਪਹਿਲਾਂ ਡਾਇਰੈਕਟ ਐਗਜ਼ਾਮੀਨੇਸ਼ਨ ਤੇ ਇਹ ਹੋਇਆ ਕਿ ਤੁਹਾਡੀ ਜਿਹੜੀ ਸਟੇਟਮੈਂਟ ਆ, ਤੁਹਾਡੀ ਡੈਕਲਰੇਸ਼ਨ ਜਿਹੜੀ ਹੈਗੀ ਆ, ਤੁਹਾਡੇ ਨਾਲ ਕੀ ਹੋਇਆ ਸਾਰਾ, ਉਹ ਕੋਰਟ ਦੇ ਮੂਹਰੇ ਪੇਸ਼ ਕਰਨਾ। ਤੇ ਸਭ ਤੋਂ ਸਹੀ ਤਰੀਕਾ ਮੇਰਾ ਉਹੀ ਹੋਊਗਾ ਜੇ ਮੈਂ ਤੁਹਾਡੇ ਕੋਲ ਸਿੰਪਲ ਸਵਾਲ ਪੁੱਛਾਂ, ਸਿੱਧੇ ਸਿੱਧੇ ਸਵਾਲ ਪੁੱਛਾਂ, ਜੇ ਤੁਸੀਂ ਆਪ ਹੀ ਉਹਦੇ ਜਵਾਬ ਦਿਓ। ਕਿ ਮੈਨੂੰ ਜ਼ਿਆਦਾ ਤੁਹਾਡੇ ਵੱਲ ਉਂਗਲੀ ਕਰ ਕਰਕੇ ਦੁਬਾਰਾ ਦੁਬਾਰਾ ਨਾ ਤੁਹਾਡੇ ਕੋਲ ਪੁੱਛਣਾ ਪਵੇ, ਫਿਰ ਜੱਜ ਦੇਖੂਗਾ ਕਿ ਕਿਉਂ ਨਹੀਂ ਇਹ ਬੰਦਾ ਜਵਾਬ ਦੇ ਰਿਹਾ, ਹਨਾ। ਤੇ ਪਹਿਲਾਂ ਹੀ ਆਪਾਂ ਦੱਸਦਾ ਕਿ ਜਿਹੜੀ ਸਭ ਤੋਂ ਮਾੜੀ ਚੀਜ਼ ਤੁਸੀਂ ਕੋਰਟ 'ਚ ਕਰ ਸਕਦੇ ਹੋ ਹੈਗਾ ਕੋਈ ਝੂਠ, ਕੋਈ ਚੀਜ਼ ਬਣਾਤੀ, ਤੇ ਉੱਥੇ ਬੰਦਾ ਫਸ ਜਾਂਦਾ। ਸੋ ਤੁਸੀਂ ਇਹ ਯਾਦ ਰੱਖਿਓ ਕਿ ਤੁਹਾਨੂੰ ਹਰੇਕ ਸਵਾਲ ਦਾ ਜਵਾਬ ਨਹੀਂ ਦੇਣਾ। ਕੋਈ ਏਦਾਂ ਨਹੀਂ ਕਿ ਮੈਂ ਸਵਾਲ ਪੁੱਛਿਆ ਜਾਂ ਜੱਜ ਨੇ ਸਵਾਲ ਪੁੱਛਿਆ ਕਿ ਤੁਹਾਨੂੰ ਜਵਾਬ ਦੇਣੇ ਦੇਣਾ ਵਾ। ਤੁਸੀਂ ਕਹਿ ਸਕਦੇ ਹੋ ਕਿ ਨਹੀਂ, ਮੈਨੂੰ ਪਤਾ ਨਹੀਂ, ਮੈਂ ਜਵਾਬ ਨਹੀਂ ਦੇਣਾ, ਮੈਨੂੰ ਪਤਾ ਨਹੀਂ, ਮੈਨੂੰ ਕਲੈਰਿਟੀ ਨਹੀਂ ਹੈਗੀ ਇਹਦੇ ਬਾਰੇ, ਮੈਂ ਭੁੱਲ ਗਿਆ, ਮੈਂ ਹੂੰ, ਵਧੀਆ ਹੂੰ। ਫੀਲ ਨਹੀਂ ਕਰ ਰਿਹਾ ਅੱਜ, ਮੈਂ ਥੋੜਾ ਜਿਹਾ ਨਰਵਸ ਆ, ਮੈਂ ਥੋੜਾ ਜਿਹਾ ਕਨਫਿਊਜ਼ ਆ, ਮੈਨੂੰ ਪਤਾ ਨਹੀਂ, ਮੈਨੂੰ ਯਾਦ ਨਹੀਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਸੀ। ਸੋ ਤੁਸੀਂ ਆਪਣੀ ਜਿਹੜੀ ਫੀਲਿੰਗ ਉਹ ਦੱਸ ਸਕਦੇ ਹੋ। ਤੁਸੀਂ ਆਪਣਾ ਗਲਤ ਜਵਾਬ ਨਹੀਂ ਉੱਥੇ ਪ੍ਰਿਪੇਅਰ ਕਰਨਾ। ਕੋਈ ਵੀ ਤੁਸੀਂ ਉੱਥੇ, ਹੁਣ ਕਈ ਵਾਰੀ ਮੈਂ ਦੇਖਿਆ ਲੋਕ ਫਸ ਜਾਂਦੇ, ਉਹਨੇ ਪੁੱਛਣਾ ਕਿ ਆਹ ਐਫੀਡੇਵਿਟ ਤੈਨੂੰ ਕਿੱਦਾਂ ਆਏ ਸੀਗੇ ਨਾ, ਉਹਨੇ ਕਹਿਣਾ ਹੂੰ। ਇਦਾਂ, ਤੇ ਇਹ ਗਲਤ ਸੀਗੇ, ਤੈਨੂੰ ਕਦੋਂ ਪਤਾ ਲੱਗਿਆ? ਉਹਨੇ ਕਹਿਣਾ ਕਿ ਇਹ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੇਰੇ ਟਰਾਂਸਲੇਟਰ ਨੇ ਮੈਨੂੰ ਟਰਾਂਸਲੇਟ ਕਰਕੇ ਦੱਸੇ। ਫਿਰ ਉਹਨੇ ਅੱਗੇ ਪੁੱਛਣਾ ਕਿ ਟਰਾਂਸਲੇਟਰ ਨੇ ਕਦੋਂ ਟਰਾਂਸਲੇਟ ਕਰਕੇ ਦੱਸੇ। ਹੁਣ ਜੇ ਬੰਦੇ ਨੂੰ ਡੇਟ ਨਹੀਂ ਪਤਾ, ਉਹ ਆਪਣੇ ਆਪ ਬਣਾਉਣ ਲੱਗ ਪਿਆ ਉੱਥੇ ਕਿ ਇਸ ਤਰੀਕ ਨੂੰ ਦੱਸੇ। ਉਹ ਜਿਹੜਾ ਸਰਕਾਰੀ ਵਕੀਲ ਆ ਉਹ ਤੁਹਾਡੇ ਕੋਲ ਕੁਐਸਚਨ ਤਾਂ ਪੁੱਛ ਰਿਹਾ ਕਿ ਉਹਨੂੰ, ਉਹ ਚਾਹੁੰਦਾ ਹੈਗਾ ਕਿ ਤੁਸੀਂ ਕੋਈ ਨਾ ਕੋਈ ਗਲਤੀ ਕਰੋ, ਗਲਤੀ। ਝੂਠੇ ਸਾਬਿਤ ਹੋਵੋ।
ਹੂੰ, ਹੂੰ, ਸੋ ਜੇ ਹੂੰ। ਤੁਸੀਂ ਉੱਥੇ ਉਸ ਗੇਮ ਦੇ ਵਿੱਚ ਪੈ ਗਏ ਕਿ ਮੈਂ ਇਹਦੇ ਹਰੇਕ ਸਵਾਲ ਦਾ ਜਵਾਬ ਦੇਣਾ, ਤੇ ਤੁਸੀਂ ਉੱਥੇ ਖੜੇ ਪੈਰ ਕੋਈ ਵੀ ਚੀਜ਼ਾਂ ਬਣਾਉਣ ਲੱਗ ਪਏ, ਤੁਸੀਂ ਇਹ ਯਾਦ ਰੱਖਿਓ ਕਿ ਜ਼ਿਆਦਾਤਰ 99% ਲੋਕੀ ਫਸਦੇ ਹੀ ਹੈ, ਕਿਉਂਕਿ ਅਗਲੇ ਨੇ ਪੜ੍ਹਾਈ ਕੀਤੀ ਹੋਈ, ਸਾਲ ਗਏ ਹੋਏ, ਉਹਨਾਂ ਨੂੰ ਪਤਾ ਕਿ ਕਿੱਦਾਂ ਕੁਐਸਚਨ ਪੁੱਛਣਾ। ਉਹਦਾ ਜਿਹੜਾ ਮੇਨ ਪੰਚ ਵਾਲਾ ਕੁਐਸਚਨ ਹੈਗਾ, ਉਹ 20 ਕੁਐਸਚਨਾਂ ਦੇ ਬਾਅਦ ਆਉਣਾ। ਉਹਨੇ ਪਹਿਲਾਂ ਤੁਹਾਡਾ ਬੇਸਿਕ ਕੁਐਸਚਨ ਪੁੱਛ ਕੇ ਤੁਹਾਨੂੰ ਇਦਾਂ ਦਾ ਫਸਾਣਾ ਕਿ ਬਾਅਦ 'ਚ ਉਹਨੇ ਜਦੋਂ ਫਾਈਨਲ ਕੁਐਸਚਨ ਪੁੱਛਣਾ, ਉਹਨੇ ਕਹਿਣਾ ਪਹਿਲਾਂ ਤੂੰ ਇਦਾਂ ਕਿਹਾ ਸੀਗਾ, ਹੁਣ ਤੂੰ ਇਦਾਂ ਕਿਹਾ ਸੀਗਾ। ਸੋ ਕਹਿਣ ਦਾ ਮਤਲਬ ਹੈਗਾ ਕਿ ਤੁਸੀਂ ਉਹਨੂੰ ਸਿੰਪਲ ਰੱਖਣਾ, ਕੋਈ ਵੀ ਝੂਠ ਨਹੀਂ ਬੋਲਣਾ, ਕੋਈ ਵੀ ਨਵੀਂ ਚੀਜ਼ ਉੱਥੇ ਜਾ ਕੇ ਨਹੀਂ ਬਣਾਉਣੀ। ਜੋ ਤੁਹਾਨੂੰ ਯਾਦ ਆ, ਜੋ ਤੁਹਾਡੇ ਨਾਲ ਹੋਇਆ, ਬਸ ਉਹੀ ਕਹਿਣਾ। ਜਿਹੜਾ ਨਹੀਂ ਪਤਾ, ਤੁਸੀਂ ਕਹਿਣਾ ਮੈਨੂੰ ਨਹੀਂ ਪਤਾ ਇਹਦੇ ਬਾਰੇ। ਹੂੰ, ਫਿਰ ਜਿਹੜਾ ਤੁਹਾਡਾ ਆਪਣਾ ਲਾਇਰ ਆ, ਉਹਨੂੰ ਫਿਕਸ ਕਰ ਸਕਦਾ ਇਹ ਸਾਰੀ ਚੀਜ਼ਾਂ ਨੂੰ। ਜੇ ਥੋੜਾ ਜਿਹਾ ਡੈਮੇਜ ਹੋਇਆ, ਪੁੱਛ ਸਕਦਾ ਤੁਹਾਨੂੰ ਕਿ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ, ਹਨਾ। ਤੇ ਤੁਸੀਂ ਉਹਦਾ ਜਵਾਬ ਦੇ ਸਕਦੇ ਹੋ ਕਿ ਮੈਨੂੰ ਕਨਫਿਊਜ਼ਨ ਆ, ਜਾਂ ਮੈਂ ਓਵਰਵੈਲਮਡ ਆ, ਜਾਂ ਮੈਂ ਫਰਾਈਟਨਡ ਆ ਥੋੜਾ। ਤੇ ਇਟਸ ਓਕੇ ਕਿ ਜੇ ਤੁਸੀਂ ਇਮੋਸ਼ਨਲ ਹੋ, ਤੁਹਾਡੇ ਨਾਲ ਕੋਈ ਟਰਾਮਾ ਹੋਇਆ, ਸਪੈਸ਼ਲੀ ਜਿਹੜੇ ਡੋਮੈਸਟਿਕ ਵਾਇਲੈਂਸ ਵਿਕਟਿਮਸ ਜਿਹੜੇ ਹੈਗੇ ਨੇ, ਫੀਮੇਲ ਕੇਸਿਸ ਜਿਹੜੇ ਹੈਗੇ ਨੇ, ਇਟਸ ਓਕੇ ਜੇ ਤੁਹਾਨੂੰ ਰੋਣਾ ਆਵੇ ਜੱਜ ਦੇ ਮੂਹਰੇ, ਤੁਸੀਂ ਇਮੋਸ਼ਨਲ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। ਜੱਜ ਤੁਹਾਨੂੰ ਬ੍ਰੇਕ ਵੀ ਦੇ ਦਿੰਦਾ ਹੈ, ਜਿਹੜੀ ਕਿ ਇੱਕ ਬੁਰੀ ਚੀਜ਼ ਨਹੀਂ ਹੈਗੀ। ਉਹਦੇ ਵਿੱਚ ਫਿਰ ਤੁਹਾਡਾ ਅਟਰਨੀ ਆ ਕੇ ਤੁਹਾਨੂੰ ਪੁੱਛ ਸਕਦਾ ਹੈ ਕਿ ਕਿੱਦਾਂ ਬਈ ਤੁਸੀਂ ਠੀਕ ਹੋ, ਤੁਸੀਂ ਟਰਾਇਲ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਤੁਸੀਂ ਆਪਣੀ ਮੈਮਰੀ ਬਾਰੇ ਵੀ ਦੱਸ ਸਕਦੇ ਹੋ ਕਿ ਜੇ ਤੁਹਾਨੂੰ ਕੁਝ ਨਹੀਂ ਯਾਦ ਆ ਰਿਹਾ ਸਟੈਂਡ ਦੇ ਉੱਤੇ ਬੈਠੇ, ਇਟਸ ਓਕੇ। ਕੋਈ ਏਦਾਂ ਇਹ ਟੈਸਟ ਨਹੀਂ ਹੈਗਾ ਕੋਈ 10ਵੀਂ ਦਾ 12ਵੀਂ ਦਾ ਕਿ ਤੁਸੀਂ ਰੱਟਾ ਲਾ ਕੇ ਜਾ ਕੇ ਉੱਥੇ ਸੁਣਾਣਾ ਹੀ ਸੁਣਾਣਾ ਕਿ ਆਹ ਚੀਜ਼ ਭੁੱਲੀ ਨਾ। ਜੇ ਤੁਹਾਨੂੰ ਨਹੀਂ ਯਾਦ ਹੈਗਾ, ਤੁਸੀਂ ਕਹਿ ਦਿਓ ਕਿ ਹਾਂ ਮੇਰੇ ਮਨ ਤੋਂ ਸਲਿੱਪ ਹੋ ਗਿਆ, ਮੈਨੂੰ ਯਾਦ ਨਹੀਂ ਹੈਗਾ। ਜੇ ਤੁਹਾਨੂੰ ਹਰੇਕ ਸਿੰਗਲ ਡਿਟੇਲ ਤੁਹਾਨੂੰ ਯਾਦ ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਜਿਹੜੀ ਤੁਹਾਡੀ ਸਟੇਟਮੈਂਟ ਆ, ਜੇ ਤੁਸੀਂ ਹਰੇਕ ਚੀਜ਼ ਤੋਤੇ ਵਾਂਗੂ ਰੱਟ ਕੇ ਉਹਨੂੰ ਸੁਣਾਤੀ, ਤਰੀਕਾ ਤਰੁਕਾ ਸਾਰੀਆਂ ਇਦਾਂ ਦੀਆਂ, ਤੇ ਬਾਅਦ ਚ ਉਹਨੇ ਤੁਹਾਨੂੰ ਕੋਈ ਜਨਰਲ ਜਿਹਾ ਸਵਾਲ ਪੁੱਛਿਆ, ਤੁਸੀਂ ਕਹਿੰਦੇ ਹੋ ਮੈਨੂੰ ਯਾਦ ਨਹੀਂ, ਫਿਰ ਉਹ ਜੱਜ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਤਾਂ ਰੱਟ ਕੇ ਆਇਆ ਬੰਦਾ ਨਾ। ਕਿਉਂਕਿ ਜੇ ਰੱਟ ਕੇ ਆਇਆ ਸਾਰੀਆਂ ਚੀਜ਼ਾਂ, ਤੇ ਹੋ ਸਕਦਾ ਕਿ ਇਹ ਫੇਕ ਆ, ਜਾਂ ਬਣਾਈ ਹੋਈ ਹੈ, ਜਾਂ ਫੈਬਰੀਕੇਟਡ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਨੈਚੁਰਲ ਵੇ ਨਾਲ ਤੁਹਾਡੇ ਨਾਲ ਕੀ ਹੋਇਆ, ਤੁਸੀਂ ਉਹ ਦੱਸਣਾ ਹੈ। ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਹਰੇਕ ਤਰੀਕ ਤੇ ਉਹ ਜਿੱਦਾਂ ਕਹਿੰਦਾ ਉਹ ਮੇਰੇ ਵਕੀਲ ਨੇ ਨਾ ਮੈਨੂੰ 6 ਵਾਰੀ ਤਿਆਰੀ ਕਰਾਈ ਸੀ। ਉਹ ਡਜ਼ ਨਾਟ ਮੈਟਰ, 6 ਵਾਰੀ ਤਿਆਰੀ ਕਰਾਈ ਸੀ, ਭਾਵੇਂ ਇੱਕ ਵਾਰੀ ਵੀ ਨਹੀਂ ਕਰਾਈ ਸੀਗੀ। ਸੋ ਕਹਿਣ ਦਾ ਮਤਲਬ ਹੈਗਾ ਕਿ ਤੁਸੀਂ ਆਪਣੀ ਜਿਹੜੀ ਡੈਕਲੇਰੇਸ਼ਨ ਉਹਨੂੰ ਪਹਿਲਾਂ ਰਿਵਿਊ ਕਰੋ। ਹੁਣ ਜਿਹੜੇ ਵੀ ਮੇਰੇ ਕਲਾਇੰਟ ਆ, ਉਹਨੂੰ ਮੈਂ ਕਹਿੰਦਾ ਕਿ ਜਿਹੜੇ ਘੱਟੋ ਘੱਟ ਹੀਅਰਿੰਗ ਤੋਂ 2 ਦਿਨ ਪਹਿਲਾਂ ਤੁਸੀਂ ਆਪਣੀ ਡੈਕਲੇਰੇਸ਼ਨ ਵਗੈਰਾ ਕੁਝ ਨਹੀਂ ਪੜ੍ਹਨਾ, ਕਿਉਂਕਿ ਜੇ ਤੁਸੀਂ ਫਿਰ ਵੀ ਪੜ੍ਹਦੇ ਹੋ, ਫਿਰ ਤੁਸੀਂ ਰੱਟਾ ਲਾ ਰਹੇ ਹੋ। ਮਤਲਬ ਜੋ ਤੁਸੀਂ ਪੜ੍ਹ ਲਿਆ, ਬਿਆਨ ਦੇਤੇ, ਤੁਹਾਨੂੰ ਉਹ ਤੋਂ ਨਾਰਮਲ ਤਰੀਕੇ ਨਾਲ ਆਪਾਂ ਸਵਾਲ ਪੁੱਛਣੇ ਆ। ਉਹ ਜਿਹੜੇ ਸਵਾਲ ਆ, ਉਹਨਾਂ ਦਾ ਕੋਈ ਆਰਡਰ ਨਹੀਂ ਹੈਗਾ, ਉਹ ਸਵਾਲ ਕਿੱਦਾਂ ਮਰਜ਼ੀ ਪੁੱਛੇ ਜਾ ਸਕਦੇ ਨੇ। ਤੇ ਤੁਹਾਨੂੰ ਓਵਰਆਲ ਆਪਣਾ ਜਿਹੜਾ ਕੇਸ ਹੈ, ਆਪਣੇ ਜਿਹੜੇ ਇਮੋਸ਼ਨਸ ਆ, ਉਹ ਸਹੀ ਤਰੀਕੇ ਨਾਲ ਜੱਜ ਦੇ ਮੂਹਰੇ ਐਕਸਪ੍ਰੈਸ ਕਰਨੇ ਆ। ਕੋਈ ਇਹ ਇਮਤਿਹਾਨ ਨਹੀਂ ਤੁਹਾਡਾ ਹੈਗਾ ਕਿ ਜੋ ਲਾਈਨ ਬਾਏ ਲਾਈਨ ਤੁਹਾਨੂੰ ਹਰੇਕ ਚੀਜ਼ ਰੱਟੀ ਹੋਣੀ ਚਾਹੀਦੀ ਹੈ। ਜੀ, ਜੀ। ਸੋ ਬੇਸਿਕਲੀ ਇਹ ਆਪਾਂ ਇਸ ਪੂਰੀ ਇੰਡੀਵਿਜੂਅਲ ਹੀਅਰਿੰਗ ਦਾ ਕ੍ਰੈਡੀਬਿਲਿਟੀ ਬਣਾਉਣੀ ਆ, ਜਿਹੜੇ ਰਿਸਪੋਂਡੈਂਟ ਦੀ, ਵੀ ਇਹ ਜੋ ਬੋਲ ਰਿਹਾ ਸੱਚ ਆ, ਇਹ ਸਹੀ ਆ, ਇਮੋਸ਼ਨਲੀ ਆ, ਵੀ ਵਾਕਿਆ ਹੀ ਉਹਦੇ ਨਾਲ ਜਿਹੜਾ ਉਹ ਸਾਰਾ ਕੁਝ ਹੋਇਆ ਆ। ਸੋ ਇਹ ਸਾਰਾ ਕੁਛ ਆ। ਸੋ ਹੁਣ ਡਾਇਰੈਕਟ ਐਗਜ਼ਾਮੀਨੇਸ਼ਨ ਤੋਂ ਬਾਅਦ ਦੇ ਵਿੱਚ ਹੁਣ ਕੀ ਹੁੰਦਾ, ਇਸ ਤੋਂ ਬਾਅਦ 'ਚ ਨੈਕਸਟ ਸਟੈਪ ਕੀ ਹੈ ਜੀ? ਜੀ, ਬਿਲਕੁਲ। ਸੋ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਹੁਣ ਸਭ ਤੋਂ ਵਧੀਆ ਡਾਇਰੈਕਟ ਐਗਜ਼ਾਮੀਨੇਸ਼ਨ ਉਹ ਹੁੰਦਾ ਜਿਹਦੇ ਵਿੱਚ ਤੁਸੀਂ ਇੱਕ ਬੜੇ ਜੈਨੂਇਨ ਤਰੀਕੇ ਨਾਲ ਆਪਣੇ ਜਿਹੜੇ ਸਟੇਟਮੈਂਟਸ ਆ ਉਹ ਦੱਸਦੀਆਂ। ਕਿਉਂਕਿ ਜੱਜ ਵਕੀਲ ਸਾਰੇ ਜਿਹੜੇ ਨਾ ਇਹ ਤੰਗ ਆ ਗਏ ਆ ਨਕਲੀ ਕਹਾਣੀਆਂ ਸੁਣ ਕੇ। ਸੋ ਉਹਨਾਂ ਨੂੰ ਜਦੋਂ ਦੇਖਦੇ ਆ ਕਿ ਕਲਾਇੰਟ ਦਾ ਜਿਹੜਾ ਮੇਨਲੀ ਉਹਨਾਂ ਨੇ ਇਹ ਦੇਖਣਾ ਕਿ ਇਹ ਬੰਦਾ ਸੱਚ ਬੋਲ ਰਿਹਾ ਸੀ, ਝੂਠ ਬੋਲ ਰਿਹਾ ਸੀ। ਜੇ ਤੁਸੀਂ ਸਹੀ ਤਰੀਕੇ ਨਾਲ ਟੈਸਟੀਮਨੀ ਦੇ ਦਿੱਤੀ ਆਪਣੀ, ਉਹਨਾਂ ਨੂੰ ਲੱਗਿਆ ਕਿ ਨਹੀਂ ਰੱਟਾ ਜਿਹਾ ਨਹੀਂ ਮਾਰਿਆ ਹੋਇਆ, ਤੇ ਹੋ ਸਕਦਾ ਕਿ ਸਰਕਾਰੀ ਵਕੀਲ ਤੁਹਾਡੇ ਕੋਲ ਜ਼ਿਆਦਾ ਕੁਐਸਚਨ ਨਾ ਪੁੱਛੇ। ਸੋ ਠੀਕ ਜਦੋਂ ਤੁਸੀਂ ਇੱਕ ਵਾਰੀ ਡਾਇਰੈਕਟ ਐਗਜ਼ਾਮੀਨੇਸ਼ਨ ਤੁਹਾਡਾ ਹੋ ਗਿਆ, ਤੁਹਾਡਾ ਵਕੀਲ ਨੇ ਫਿਰ ਰੈਸਟ ਕਰਨਾ, ਤੇ ਉਸ ਤੋਂ ਬਾਅਦ ਫਿਰ ਆ ਗਈ ਸਰਕਾਰੀ ਵਕੀਲ ਦੀ ਵਾਰੀ। ਸੋ ਪਹਿਲਾਂ ਇਹ ਹੈ ਕਿ ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਡਾ ਜਿਹੜਾ ਜੱਜ ਹੈਗਾ, ਉਹ ਜੱਜ ਕਦੀ ਵੀ ਇੰਟਰਵੀਨ ਕਰ ਸਕਦਾ। ਉਹ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਕੁਐਸਚਨ ਪੁੱਛ ਸਕਦਾ ਹੈਗਾ। ਠੀਕ ਹੈ। ਜਿਹੜਾ ਸਰਕਾਰੀ ਵਕੀਲ ਆ ਉਹ ਸਿਰਫ ਆਬਜੈਕਟ ਕਰ ਸਕਦਾ ਕਿ ਕੁਐਸਚਨਸ ਨੂੰ, ਆਬਜੈਕਸ਼ਨ ਕੀ ਆਹ ਬੇਸ ਤੇ ਮੈਂ ਆਬਜੈਕਸ਼ਨ ਕੀਤੀ ਹੈ। ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ ਆ ਉਹਦੇ ਵਿੱਚ ਜਿਹੜਾ ਸਰਕਾਰੀ ਵਕੀਲ ਆ ਉਹ ਤੁਹਾਨੂੰ ਇੰਟਰਪਟ ਨਹੀਂ ਕਰ ਸਕਦਾ ਬਿਲਕੁਲ ਵੀ। ਉਹ ਮਤਲਬ ਕਿ ਤੁਹਾਡਾ ਵਕੀਲ ਤੇ ਤੁਹਾਡੇ ਵਿੱਚ ਸਾਰਾ ਜਿਹੜਾ ਹੈਗਾ ਉਹ ਚੱਲੂਗਾ ਪਲੇ, ਤੇ ਜੱਜ ਵਿੱਚ ਉਹਦੇ ਤੁਹਾਨੂੰ ਸਵਾਲ ਜਵਾਬ ਪੁੱਛ ਸਕਦਾ ਜਿੱਥੇ ਉਹਨੂੰ ਲੱਗੇ ਕਿ ਕਲੈਰੀਫਿਕੇਸ਼ਨ ਚਾਹੀਦੀ ਹੈ। ਹੁਣ ਤੁਸੀਂ ਡਾਇਰੈਕਟ ਐਗਜ਼ਾਮੀਨੇਸ਼ਨ ਖਤਮ ਹੋ ਗਿਆ, ਹੁਣ ਆ ਗਿਆ ਕ੍ਰਾਸ ਐਗਜ਼ਾਮੀਨੇਸ਼ਨ। ਸੋ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ ਆ ਗਿਆ, ਸੇਮ ਚੀਜ਼। ਹੁਣ ਜਿਹੜਾ ਤੁਹਾਡਾ ਵਕੀਲ ਆ ਉਹ ਵੀ ਇੰਟਰਫੇਅਰ ਨਹੀਂ ਕਰ ਸਕਦਾ ਵਿੱਚ। ਹੁਣ ਸਰਕਾਰੀ ਵਕੀਲ ਦੇ ਕੋਲ ਹੈਗਾ ਟਾਈਮ ਪੂਰਾ ਕਿ ਕਿਸ ਹਿਸਾਬ ਨਾਲ ਉਹਨੇ ਕੁਐਸਚਨ ਪੁੱਛਣੇ, ਉਹਨੂੰ ਕਹਿੰਦੇ ਆ ਕ੍ਰਾਸ ਐਗਜ਼ਾਮੀਨੇਸ਼ਨ। ਉਹ ਤੁਹਾਨੂੰ ਕ੍ਰਾਸ ਕਰ ਰਿਹਾ। ਠੀਕ ਹੈ। ਸੋ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਹੁਣ ਜਿਹੜਾ ਵਧੀਆ ਤੇਜ਼ ਸਰਕਾਰੀ ਵਕੀਲ ਆ, ਉਹਦੇ ਜਿਹੜੇ ਮੁੱਖ ਜਿੱਦਾਂ ਸਵਾਲ ਆ ਗਏ ਨਾ, ਉਹ ਇਦਾਂ ਹੋਣੇ ਕਿ ਕੀ ਇਹ ਸੱਚ ਆ। ਮਤਲਬ ਤੁਹਾਡੀ ਜਿਹੜੀ ਤੁਸੀਂ ਜੋ ਸਟੇਟਮੈਂਟ ਦਿੱਤੀਆਂ, ਜੋ ਤੁਸੀਂ ਲਿਖ ਕੇ ਸਬਮਿਟ ਕੀਤਾ, ਸਾਰਾ ਕੀਤਾ, ਜੋ ਤੁਸੀਂ ਡਾਇਰੈਕਟ ਐਗਜ਼ਾਮੀਨੇਸ਼ਨ ਦਿੱਤਾ, ਹੁਣ ਉਹਨੇ ਸਵਾਲਾਂ ਦੇ ਵਿੱਚੋਂ ਦੀ ਸਵਾਲ ਕੱਢਣੇ ਨੇ ਅੱਗੇ ਨਾ।
ਸੋ ਉਹਨੇ ਪੁੱਛਣਾ ਕਿ ਕੀ ਇਹ ਸੱਚ ਆ, ਫਿਰ ਤੁਸੀਂ ਉਹਦਾ ਜਵਾਬ ਦੇਣਾ, ਫਿਰ ਉਹਨੇ ਅੱਗੇ ਆਪਣੇ ਜਿਹੜੇ ਕੁਐਸਚਨ ਉਹ ਤਿਆਰ ਕਰਨੇ। ਕਈ ਵਾਰੀ ਉਹਨੇ ਤੁਹਾਨੂੰ ਸਟੇਟਮੈਂਟ ਦੇਣੀ ਕਿ ਇੱਦਾਂ ਸੀਗਾ, ਕੀ ਇਹ ਗੱਲ ਸਹੀ ਆ ਕਿ ਨਹੀਂ ਸਹੀ ਹੈ, ਹੈ ਨਾ। ਸੋ ਉਹਨਾਂ ਦੇ ਆਪਣੇ ਆਪਣੇ ਸਟਾਈਲ ਆ, ਹਰੇਕ ਵਕੀਲ ਦਾ ਆਪਣਾ ਆਪਣਾ ਸਟਾਈਲ ਹੈ, ਹਰ ਸਰਕਾਰੀ ਵਕੀਲ ਦਾ ਆਪਣਾ ਸਟਾਈਲ ਹੈ ਕਿ ਕਿਸ ਹਿਸਾਬ ਨਾਲ ਉਹਨੇ ਜਵਾਬ ਤੁਹਾਨੂੰ ਦੇਣੇ ਨੇ, ਕੁਐਸਚਨ ਪੁੱਛਣੇ ਨੇ। ਹੁਣ ਤੁਹਾਡਾ ਫਰਜ਼ ਇਹ ਬਣਦਾ ਹੈ ਕਿ ਜਦੋਂ ਤੁਹਾਨੂੰ ਉਹਨੇ ਸਵਾਲ ਪੁੱਛਿਆ, ਤੁਸੀਂ ਉਹਨੂੰ ਇੱਕ ਮੂਮੈਂਟ ਲੈ ਕੇ ਉਹਨੂੰ ਸੋਚੋ ਕਿ ਇਹਨੇ ਸਵਾਲ ਮੇਰੇ ਕੋਲ ਪੁੱਛਿਆ ਕੀ ਆ। ਮਤਲਬ ਕਿ ਤੁਸੀਂ ਜੋ ਉਹਨੇ ਪੁੱਛਿਆ ਉਹ ਬੜੀ ਡੂੰਘਾਈ 'ਚ ਤੁਹਾਡੇ ਕੋਲ ਸਵਾਲ ਪੁੱਛਦੇ ਨੇ, ਇਹ ਨਹੀਂ ਕਿ ਉੱਤੋਂ ਐਵੇਂ ਉਹਨੇ ਜਾਲੀ ਜਿਹਾ ਸਵਾਲ ਪੁੱਛਿਆ ਜੀ, ਤੇ ਤੁਸੀਂ ਕੋਈ ਵੀ ਆਨਸਰ ਦੇ ਦਿੱਤਾ। ਤੁਸੀਂ ਉਹਨੂੰ ਬਿਲਕੁਲ ਸੋਚ ਕੇ ਫਿਰ ਉਹਦਾ ਜਵਾਬ ਦੇਣਾ ਹੈ। ਫੋਰ ਐਗਜ਼ਾਮਪਲ ਤੁਸੀਂ ਕਹਿਣਾ ਕਿ ਹਾਂ ਇੱਦਾਂ ਹੋਇਆ ਸੀਗਾ, ਪਰ ਫਿਰ ਤੁਸੀਂ ਆਪਣਾ ਜਵਾਬ ਦੇਣਾ ਕਿ ਨਹੀਂ ਇੱਦਾਂ ਨਹੀਂ ਸੀਗਾ, ਪਰ, ਹੈ ਨਾ। ਤੁਸੀਂ ਆਪਣਾ ਜਿਹੜਾ ਉਹਨੂੰ ਯੈਸ ਨੋ ਸਿੱਧੇ ਕਲੀਅਰ ਕਰਕੇ ਕਿ ਹਾਂ ਕਹਿਣਾ ਜਾਂ ਨਾ ਕਹਿਣਾ ਉਹ ਕਰਕੇ ਫਿਰ ਤੁਸੀਂ ਆਪਣੀ ਐਕਸਪਲੇਨੇਸ਼ਨ ਦੇਣੀ ਹੈ। ਕਈ ਵਾਰੀ ਕੀ ਹੁੰਦਾ ਕਿ ਕਲਾਇੰਟ ਆਨਸਰ ਕਰਨ ਲੱਗ ਪੈਂਦਾ ਤੇ ਇਹ ਤਾਂ ਦੱਸਿਆ ਨਹੀਂ ਕਲਾਇੰਟ ਨੇ ਕਿ ਮੈਂ ਹਾਂ ਕਹਿ ਰਿਹਾ ਜਾਂ ਮੈਂ ਨਾ ਕਹਿ ਰਿਹਾ ਨਾ। ਮਤਲਬ ਕਿ ਸਫਾਈਆਂ ਦੇਣ ਤੋਂ ਪਹਿਲਾਂ ਤੁਸੀਂ ਪਹਿਲਾਂ ਆਪਣਾ ਕਲੀਅਰਲੀ ਦੱਸੋ ਕਿ ਹਾਂ ਜਾਂ ਨਾ, ਕਿ ਤੁਸੀਂ ਉਹਨੂੰ ਐਡਮਿਟ ਕਰ ਰਹੇ ਆ, ਡਿਨਾਈ ਕਰ ਰਹੇ ਆ, ਹੈ ਨਾ। ਤੇ ਤੁਸੀਂ ਜਿਹੜਾ ਆਪਣੇ ਜਵਾਬ ਆ, ਤੁਸੀਂ ਜਿਹੜਾ ਤੁਹਾਡਾ ਬੋਲਣ ਦਾ ਤਰੀਕਾ, ਤੁਸੀਂ ਹਮੇਸ਼ਾ ਕਾਮ ਰਹਿਣਾ, ਕਦੀ ਤੁਸੀਂ ਤੇਜ਼ੀ 'ਚ ਜਵਾਬ ਨਹੀਂ ਦੇਣਾ। ਜਿਹੜਾ ਟਰਾਇਲ ਅਟਰਨੀ ਹੈ ਉਹਨੂੰ ਬਹੁਤ ਐਕਸਪੀਰੀਅੰਸ ਆ ਤੁਹਾਨੂੰ ਉਲਝਾਉਣ ਦਾ। ਉਹ ਭਾਵੇਂ ਤੇਜ਼ ਬੋਲ ਰਿਹਾ ਜਾਂ ਜਿੱਦਾਂ ਮਰਜ਼ੀ ਬੋਲ ਰਿਹਾ, ਤੁਹਾਨੂੰ ਰਸ਼ ਕਰ ਰਿਹਾ, ਤੁਸੀਂ ਉਹਦੇ ਹਿਸਾਬ ਨਾਲ ਨਹੀਂ ਚੱਲਣਾ। ਤੁਸੀਂ ਆਪਣੇ ਹਿਸਾਬ ਨਾਲ, ਜਿੱਦਾਂ ਹੁਣ ਇਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਟੋਨ ਤੇ ਗੱਲ ਕਰ ਰਿਹਾ, ਤੁਸੀਂ ਇਸੇ ਟੋਨ ਨੂੰ ਮੇਨਟੇਨ ਕਰਕੇ ਆਰਾਮ ਨਾਲ ਆਪਣਾ ਜਿਹੜਾ ਸੰਯਮ ਨਾਲ ਜਵਾਬ ਤੁਸੀਂ ਆਪਣੇ ਦੇਣੇ ਆ, ਠੀਕ ਹੈ। ਹੁਣ ਜਿਹੜਾ, ਜੇ ਤੁਹਾਨੂੰ ਉਹਦਾ ਸਵਾਲ ਨਹੀਂ ਸਮਝ ਲੱਗਦਾ, ਤੁਸੀਂ ਉਹਨੂੰ ਕਹੋ ਕਿ ਮੈਨੂੰ ਇਹ ਸਵਾਲ ਸਮਝ ਨਹੀਂ ਲੱਗਿਆ, ਇਹਨੂੰ ਦੁਬਾਰਾ ਰਿਪੀਟ ਕਰ ਜਾਂ ਇਹਨੂੰ ਰੀਫਰੇਜ਼ ਕਰ ਕਿ ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਤੁਸੀਂ ਕੀ ਪੁੱਛਣਾ ਚਾਹ ਰਹੇ ਹੋ। ਤੇ ਤੁਸੀਂ ਇਦਾਂ ਜਿੰਨੀ ਵਾਰੀ ਮਰਜ਼ੀ ਕਰ ਸਕਦੇ ਹੋ। ਤੇ ਟਰਾਇਲ ਅਟਰਨੀ ਫਿਰ ਦੁਬਾਰਾ ਟਰਾਂਸਲੇਟਰ ਦੇ ਥਰੂ ਤੁਹਾਨੂੰ ਦੁਬਾਰਾ ਬੋਲ ਕੇ ਦੱਸੂਗਾ। ਜੇ ਤੁਹਾਨੂੰ ਸ਼ੱਕ ਆ ਕਿ ਕੋਈ ਕੁਐਸਚਨ ਤੁਹਾਨੂੰ ਅੱਧਾ ਪਚੱਧਾ ਜਿਹਾ ਹੀ ਸਮਝ ਆਇਆ, ਹੈ ਨਾ, ਭਾਵੇਂ 70-80% ਹੀ ਸਮਝ ਆਇਆ, ਤੁਸੀਂ ਉਹਦਾ ਜਵਾਬ ਨਹੀਂ ਦੇਣਾ ਜਦ ਤੱਕ ਤੁਹਾਨੂੰ ਕੁਐਸਚਨ ਉਹ 100% ਨਹੀਂ ਸਮਝ ਆ ਜਾਂਦਾ। ਤੁਸੀਂ ਇਹੀ ਕਹਿਣਾ ਕਿ ਮੈਨੂੰ ਇਹ ਸਵਾਲ ਦੁਬਾਰਾ ਦੱਸਿਆ ਜਾਵੇ। ਸੋ ਕਈ ਵਾਰੀ ਕੀ ਆ ਕਿ ਕਾਹਲੀ ਕਾਹਲੀ ਦੇ ਵਿੱਚ ਆਪਣਾ ਵਕੀਲ ਤੁਹਾਡਾ ਕਾਹਲੀ 'ਚ ਹੁੰਦਾ, ਉਦੋਂ ਸਰਕਾਰੀ ਵਕੀਲ ਨੇ ਸਪੀਡ ਫੜੀ ਹੁੰਦੀ ਆ, ਤੇ ਤੁਹਾਨੂੰ ਕਈ ਵਾਰੀ ਲੱਗਦਾ ਕਿ ਨਹੀਂ ਇਹ ਇੱਦਾਂ ਹੀ ਆ, ਇਹਨਾਂ ਨੇ ਮੇਰੀ ਗੱਲ ਨਹੀਂ ਸੁਣਨੀ, ਮੈਨੂੰ ਜਵਾਬ ਦੇਣਾ ਹੀ ਪੈਣਾ। ਸੋ ਇੱਦਾਂ ਕੁਛ ਨਹੀਂ ਹੈਗਾ। ਤੇ ਤੁਹਾਡਾ ਟਰਾਇਲ ਆ, ਤੁਸੀਂ ਮੇਨ ਜਿਹੜੇ ਸੈਂਟਰ ਸਟੇਜ 'ਚੋਂ ਤੁਸੀਂ ਉਹਨੂੰ ਬਿਲਕੁਲ ਜਿੰਨੀ ਵਾਰੀ ਮਰਜ਼ੀ ਕਹਿ ਸਕਦੇ ਹੋ ਕਿ ਮੈਨੂੰ ਸਵਾਲ ਸਮਝ ਨਹੀਂ ਆਇਆ, ਦੁਬਾਰਾ ਰਿਪੀਟ ਕਰੋ। ਸੋ ਹੁਣ ਜਿਹੜਾ ਟਰਾਇਲ ਅਟਰਨੀ ਹੋ ਗਿਆ DHS ਦਾ, ਉਹ ਭਾਵੇਂ ਅਨਫਰੈਂਡਲੀ ਹੋਵੇ ਭਾਵੇਂ ਫਰੈਂਡਲੀ ਹੋਵੇ, ਤੁਹਾਨੂੰ ਉਹਨਾਂ ਫਰਕ ਨਹੀਂ ਪੈਣਾ ਚਾਹੀਦਾ। ਉਹਨਾਂ ਦੀ ਇੱਕ ਜੌਬ ਆ। ਸਾਨੂੰ ਇਹ ਪਤਾ ਕਿ ਉਹ ਸਾਡੀ ਸਾਈਡ ਤੇ ਨਹੀਂ ਹੈਗੇ, ਉਹ ਦੂਜੇ ਬੰਨੇ ਆ। ਸੋ ਸਾਨੂੰ ਮੈਟਰ ਨਹੀਂ ਕਰਦਾ ਕਿ ਉਹ ਰੂਡ ਆ, ਫਰੈਂਡਲੀ ਆ, ਕਿੱਦਾਂ ਦਾ, ਤੇਜ਼ ਆ, ਤਿੱਖਾ, ਛੋਟੇ ਕੁਐਸਚਨ ਪੁੱਛਦਾ, ਜ਼ਿਆਦਾ ਜਵਾਬ ਪੁੱਛਦਾ। ਤੁਸੀਂ ਆਪਣੇ ਵੱਲੋਂ ਪ੍ਰਿਪੇਅਰ ਹੋ ਕੇ ਜਾਣਾ ਕਿ ਤੁਹਾਡੀ ਹੀਅਰਿੰਗ 4-5 ਘੰਟੇ ਆਰਾਮ ਨਾਲ ਚੱਲ ਸਕਦੀ ਹੈ। ਤੁਹਾਡੇ ਕੋਲ ਉਸ ਲੈਵਲ ਦੀ એનર્ਜੀ ਹੋਣੀ ਚਾਹੀਦੀ ਹੈ। ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਲੋਕੀ ਸੋਚ ਕੇ ਨਹੀਂ ਜਾਂਦੇ, ਉਹਨਾਂ ਨੂੰ ਲੱਗਦਾ ਕਿ 20-25 ਮਿੰਟ 'ਚ ਖਤਮ ਹੋ ਜਾਣੀ ਹੈ। ਮੇਰੇ ਦੋਸਤ ਦੀ ਵੀ ਖਤਮ ਹੋ ਗਈ ਸੀ। ਤੇ ਜਦੋਂ ਹੀਅਰਿੰਗ 3-4-5 ਘੰਟੇ ਚੱਲਦੀ ਆ, ਤੇ ਕਈ ਵਾਰੀ ਬੈਠਾ ਬੈਠਾ ਬੰਦਾ ਐਗਜ਼ੌਸਟ ਹੋ ਜਾਂਦਾ, ਉੱਥੇ એનર્ਜੀ ਡ੍ਰੌਪ ਹੋ ਜਾਂਦੀ ਹੈ। ਸੋ ਇਹ ਹੈ ਕਿ ਤੁਸੀਂ ਆਪਣੀ ਜਿਹੜੀ એનર્ਜੀ ਆ ਉਹ ਮੇਨਟੇਨ ਰੱਖਣੀ ਹੈ। ਤੁਸੀਂ ਹਮੇਸ਼ਾ ਕਾਮ ਰਹਿਣਾ। ਤੁਸੀਂ ਕਦੀ ਰੂਡ ਨਹੀਂ ਹੋਣਾ ਸਰਕਾਰੀ ਵਕੀਲ ਨਾਲ, ਜਾਂ ਉਹ ਤੁਸੀਂ ਆਰਾਮ ਨਾਲ ਕੁਐਸਚਨ ਦੇਣੇ, ਭਾਵੇਂ ਉਹ ਜੋ ਮਰਜ਼ੀ ਕਹਿ ਰਿਹਾ, ਠੀਕ ਹੈ। ਸੋ ਇਹਨੂੰ ਆਪਾਂ ਕਹਿੰਦੇ ਆ ਕ੍ਰਾਸ ਐਗਜ਼ਾਮੀਨੇਸ਼ਨ, ਤੇ ਇਹ ਸਰਕਾਰੀ ਬਿਲਕੁਲ। ਵਕੀਲ ਨੇ ਕਰਨਾ। ਜੀ, ਜੀ। ਸੋ ਬਿਲਕੁਲ, ਸੋ ਇਹਦਾ ਮਤਲਬ ਆ ਵੀ ਜਿਹੜੀ ਕ੍ਰਾਸ ਐਗਜ਼ਾਮੀਨੇਸ਼ਨ ਉਹ ਬਹੁਤ ਵੱਡੀ ਡੀਲ ਆ ਤੁਹਾਡੇ ਕੇਸ ਨੂੰ, ਜਿਹੜਾ ਇੱਕ ਹਿਸਾਬ ਦੇ ਨਾਲ ਤੁਹਾਡੇ ਹੱਕ ਵਿੱਚ ਜਾਂ ਤੁਹਾਡੇ ਅਗੇਂਸਟ ਜਿਹੜਾ ਉਹ ਲੈ ਕੇ ਜਾਣ ਦੇ ਲਈ। ਤੇ ਕ੍ਰਾਸ ਐਗਜ਼ਾਮੀਨੇਸ਼ਨ ਤੋਂ ਬਾਅਦ ਦੇ ਵਿੱਚ ਫਿਰ ਕੀ ਹੁੰਦਾ ਹੈ ਜੀ? ਪਹਿਲਾਂ ਤਾਂ ਜੀ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜਾ ਤੁਹਾਡਾ, ਗੱਲ ਕਰੀਏ ਕਿ ਅਜੇ ਪੂਰਾ ਕ੍ਰਾਸ ਐਗਜ਼ਾਮੀਨੇਸ਼ਨ ਨਹੀਂ, ਜਿਹੜੀ ਉਹਦੇ ਵਿੱਚ ਇੱਕ ਚੀਜ਼ ਹੈ ਕਿ ਤੁਹਾਡੇ ਵਕੀਲ ਦਾ ਕੀ ਰੋਲ ਆ। ਤਾਂ ਤੁਹਾਡੇ ਵਕੀਲ ਨੇ ਉਹਨੂੰ ਆਬਜੈਕਸ਼ਨਸ ਕਰਨੀਆਂ ਹੁੰਦੀਆਂ, ਸੇਮ ਚੀਜ਼ ਕਿ ਜਿੱਦਾਂ ਸਰਕਾਰੀ ਵਕੀਲ ਜੇ ਗਲਤ ਸਵਾਲ ਪੁੱਛ ਰਿਹਾ ਜਾਂ ਕੁਛ ਗਲਤ ਇਨਫੋਰਮੇਸ਼ਨ ਪ੍ਰੈਜ਼ੈਂਟ ਕਰ ਰਿਹਾ, ਜ਼ਿਆਦਾਤਰ ਉਹ ਕੀ ਕਰਦੇ ਨੇ ਕਿ ਉਹ ਆਪਣੇ ਵੱਲੋਂ ਹੀ ਫੈਕਟ ਜਿੱਦਾਂ ਬੋਲ ਕੇ ਕਿ ਤੂੰ ਇੱਦਾਂ ਕਿਹਾ ਸੀਗਾ। ਸੋ ਤੁਹਾਡਾ ਫਿਰ ਵਕੀਲ ਆਬਜੈਕਸ਼ਨ ਕਰਦਾ ਹੈ ਕਿ ਇਹ ਜਿਹੜੀ ਆਬਜੈਕਸ਼ਨ ਹੈਗੀ ਕੇਸ ਗਰਾਊਂਡ ਤੇ ਹੈ ਕਿ ਅਜ਼ਿਊਮ ਫੈਕਟਸ ਨਾਟ ਇਨ ਐਵੀਡੈਂਸ, ਕਿ ਨਹੀਂ ਮੇਰੇ ਕਲਾਇੰਟ ਨੇ ਤਾਂ ਇੱਦਾਂ ਕਿਹਾ ਨਹੀਂ ਸੀਗਾ, ਹੈ ਨਾ। ਕਈ ਵਾਰੀ ਉਹ ਤੁਹਾਨੂੰ ਦੁਬਾਰਾ ਸੇਮ ਸਵਾਲ ਪੁੱਛੂਗਾ, ਫਿਰ ਵਕੀਲ ਕਹੂਗਾ ਕਿ ਉਹ ਸਰਕਾਰੀ ਵਕੀਲ ਤਾਂ ਪੁੱਛ ਰਿਹਾ ਕਿ ਦੇਖਦੇ ਹਾਂ ਕਿ ਹੁਣ ਇਹ ਗਲਤ ਕਹਿੰਦਾ ਕਿ ਸੇਮ ਜਵਾਬ ਦਿੰਦਾ। ਸੋ ਆਬਜੈਕਸ਼ਨ ਹੈਗੀ ਕਿ ਆਸਕਡ ਐਂਡ ਆਨਸਰਡ, ਕਿ ਆਲਰੇਡੀ ਮੇਰੇ ਤੋਂ ਪੁੱਛਿਆ ਗਿਆ, ਮੈਂ ਆਲਰੇਡੀ ਆਨਸਰ ਦੇ ਦਿੱਤਾ, ਹੈ ਨਾ। ਸੋ ਕੰਪਾਊਂਡ ਕੁਐਸਚਨ, ਕਿ ਬਹੁਤ ਮਲਟੀਪਲ ਸਵਾਲ ਇੱਕੋ ਤਰੀਕੇ ਨਾਲ ਪੁੱਛ ਰਿਹਾ, ਮੇਰੀ ਟੈਸਟਮਨੀ ਨੂੰ ਮਿਸਕਰੈਕਟਰਾਈਜ਼ ਕਰ ਰਿਹਾ। ਸੋ ਇਦਾਂ ਦੇ ਕਾਫੀ ਜਿਹੜੀ ਆਬਜੈਕਸ਼ਨ ਜਿਹੜੀਆਂ ਤੁਹਾਡੀਆਂ ਜਿਹੜਾ ਵਕੀਲ ਹੈ ਉਹ ਲੇ ਡਾਊਨ ਕਰ ਸਕਦਾ, ਜਿੰਨਾ ਕਿ ਜਿਹੜੇ ਸਰਕਾਰੀ ਵਕੀਲ ਦੇ ਕਈ ਸਾਰੇ ਜਿਹੜੇ ਸਵਾਲ ਆ ਉਹ ਤੋੜੇ ਜਾ ਸਕਦੇ ਆ। ਤੇ ਜਦੋਂ ਇਹ ਸਾਰਾ ਕੁਝ ਹੋ ਗਿਆ, ਤੁਸੀਂ ਆਪਣੀ ਆਬਜੈਕਸ਼ਨ, ਜੇ ਤੁਸੀਂ ਆਬਜੈਕਸ਼ਨ ਨਹੀਂ ਰੇਜ਼ ਕਰਦੇ ਹੋ, ਤੇ ਫਿਰ ਜੋ ਵੀ ਸਰਕਾਰੀ ਵਕੀਲ ਨੇ ਪੁੱਛਿਆ ਜਾਇਜ਼ ਨਜਾਇਜ਼ ਉਹ ਸਾਰਾ ਪਾਰਟ ਆਫ ਰੈਕਡ ਬਣੂਗਾ। ਜੇ ਤੁਸੀਂ ਆਬਜੈਕਟ ਕੀਤਾ ਤੇ ਤੁਹਾਡੀ ਆਬਜੈਕਸ਼ਨ ਨੋਟ ਕੀਤੀ ਜਾਊਗੀ।
ਤੇ ਜੱਜ ਤੁਹਾਡੀ ਆਬਜੈਕਸ਼ਨ ਨੂੰ ਸਸਟੇਨ ਕਰ ਸਕਦਾ ਜਾਂ ਓਵਰਰੂਲ ਕਰ ਸਕਦਾ, ਮਤਲਬ ਕਿ ਉਹ ਕਹਿ ਸਕਦਾ ਕਿ ਸਰਕਾਰੀ ਵਕੀਲ ਗਲਤ ਆ, ਤੂੰ ਇਹ ਸਵਾਲ ਨਹੀਂ ਪੁੱਛਣਾ, ਜਾਂ ਉਹ ਤੁਹਾਨੂੰ ਕਹੂਗਾ ਕਿ ਨਹੀਂ ਸਰਕਾਰੀ ਵਕੀਲ ਸਹੀ ਸਵਾਲ ਪੁੱਛ ਰਿਹਾ। ਤੇ ਫਿਰ ਜਦੋਂ ਤੁਸੀਂ ਅਪੀਲ ਤੇ ਜਾਂਦੇ ਹੋ, ਇਹ ਤੁਹਾਡੇ ਵਕੀਲ ਨੇ ਕਿਹੜੀਆਂ ਆਬਜੈਕਸ਼ਨ ਜਿਹੜੀਆਂ ਰੇਜ਼ ਕੀਤੀਆਂ, ਜੱਜ ਨੇ ਕਿੱਦਾਂ ਆਨਸਰ ਕੀਤਾ, ਇਹ ਸਾਰੀਆਂ ਚੀਜ਼ਾਂ ਜਿਹੜੇ ਰਾਈਟਸ ਹੈਗੇ ਤੁਹਾਡੇ ਉੱਤੇ ਪ੍ਰੀਜ਼ਰਵ ਹੁੰਦੇ ਨੇ। ਜੇ ਤੁਹਾਡੇ ਵਕੀਲ ਨੇ ਆਬਜੈਕਸ਼ਨਸ ਨਹੀਂ ਕੀਤੀਆਂ ਸੀਗੀਆਂ ਅਪੀਲ ਤੇ, ਤੁਸੀਂ ਉਹ ਮੁੱਦੇ ਰੇਜ਼ ਨਹੀਂ ਕਰ ਸਕਦੇ ਹੋ। ਸੋ ਇਹ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਜਿਹੜਾ ਐਵੀਡੈਂਸ ਵਗੈਰਾ ਕੁਛ ਵੀ ਜਿਹੜਾ ਸਰਕਾਰ ਪ੍ਰੈਜ਼ੈਂਟ ਕਰ ਰਹੀ ਹੈ, ਉਹਨੂੰ ਰਾਈਟ ਟਾਈਪ ਆਫ ਜਿਹੜੀਆਂ ਆਬਜੈਕਸ਼ਨਸ ਆ ਉਹ ਜ਼ਰੂਰ ਕਰਨੀਆਂ। ਜੀ ਜੀ ਬਿਲਕੁਲ। ਸੋ ਇਹ ਜਿਹੜੀਆਂ ਆਬਜੈਕਸ਼ਨਸ ਵਗੈਰਾ ਕਰਨਾ, ਇਹ ਜਿਹੜੇ ਰਿਸਪੋਂਡੈਂਟ ਦੇ ਵਕੀਲ ਦਾ ਕੰਮ ਆ। ਬਿਲਕੁਲ ਜੀ। ਸੋ ਉਸੇ ਨੇ ਹੀ ਡਿਸਾਈਡ ਕਰਨਾ ਵੀ ਕਿਹੜਾ ਪਾਰਟ ਆਫ ਰੈਕਡ ਦੇ ਵਿੱਚ ਜਾਣਾ ਚਾਹੀਦਾ ਤੇ ਕਿਹੜਾ ਨਹੀਂ ਜਿਹੜਾ ਉਹ ਜਾਣਾ ਚਾਹੀਦਾ। ਸੋ ਇੱਥੋਂ ਇਹ ਆ ਵੀ ਤੁਹਾਡੇ ਵਕੀਲ ਨੂੰ ਵੀ ਤੁਹਾਨੂੰ ਪੂਰੀ ਉਹਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਕੇਸ ਤੇ ਕੀ ਇਫੈਕਟ ਆ ਕੀ ਨਹੀਂ ਆ। ਤੁਹਾਨੂੰ ਦੋਨਾਂ ਦੀ ਜਿਹੜੀ ਪੂਰੀ ਤਰ੍ਹਾਂ ਜਿਹੜੀ ਜਾਣਕਾਰੀ ਹੋਣੀ ਚਾਹੀਦੀ, ਰਿਸਪੋਂਡੈਂਟ ਦੀ ਵੀ ਤੇ ਵਕੀਲ ਨੂੰ। ਸੋ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਕ੍ਰਾਸ ਐਗਜ਼ਾਮੀਨੇਸ਼ਨ ਬਹੁਤ ਵੱਡੀ ਇੱਕ ਜਿਹੜੀ ਉਹ ਚੀਜ਼ ਆ। ਤੇ ਹੁਣ ਮੰਨ ਲਓ ਇਹ ਸਾਰਾ ਕੁਝ ਹੋ ਗਿਆ, ਡਾਇਰੈਕਟ ਐਗਜ਼ਾਮੀਨੇਸ਼ਨ ਹੋ ਗਈ, ਕ੍ਰਾਸ ਐਗਜ਼ਾਮੀਨੇਸ਼ਨ ਹੋ ਗਈ, ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ? ਸੋ ਕ੍ਰਾਸ ਐਗਜ਼ਾਮਿਨ ਹੁਣ ਹੈਗਾ ਕਿ ਤੁਸੀਂ ਵੀ ਦੱਸਤਾ ਆਪਣੀ ਕਹਾਣੀ, ਸਰਕਾਰੀ ਵਕੀਲ ਨੇ ਵੀ ਤਸੱਲੀ ਕਰਾ ਲਈ। ਹੁਣ ਦੋ ਹੀ ਸਿਨੈਰੀਓ ਹੁੰਦੇ ਆ, ਜਾਂ ਤਾਂ ਮਤਲਬ ਇਟ ਕੈਨ ਬੀ ਗੋਲਡ ਔਰ ਇਟ ਕੈਨ ਬੀ ਅ ਨਾਈਟਮੇਅਰ ਸਿਨੈਰੀਓ, ਕਿ ਤੁਸੀਂ ਗਲਤ ਕਹਿਤਾ, ਤੁਸੀਂ ਡਾਇਰੈਕਟ 'ਚ ਕੁਝ ਹੋਰ ਕਿਹਾ ਸੀਗਾ ਤੇ ਕ੍ਰਾਸ 'ਚ ਤੁਸੀਂ ਹੋਰ ਕਰਤਾ। ਤੇ ਫਿਰ ਜਿਹੜਾ ਤੁਹਾਡਾ ਵਕੀਲ ਜਿਹੜਾ ਹੈਗਾ, ਉਹਨੂੰ ਇੱਕ ਵਾਰੀ ਫੇਰ ਮੌਕਾ ਹੈਗਾ, ਉਹਨੂੰ ਕਹਿੰਦੇ ਨੇ ਰੀਡਾਇਰੈਕਟ, ਮਤਲਬ ਕਿ ਇੱਕ ਵਾਰੀ ਦੁਬਾਰਾ ਡਾਇਰੈਕਟ ਐਗਜ਼ਾਮੀਨੇਸ਼ਨ ਕਰਨ ਦਾ। ਸੋ ਇਹ ਜਿਹੜਾ ਰੀਡਾਇਰੈਕਟ ਦਾ ਹੁਣ ਜਿਹੜਾ ਰੀਡਾਇਰੈਕਟ ਹੈਗਾ, ਉਹ ਵਕੀਲ ਮਤਲਬ ਹੁਣ ਉਹ ਰੀਡਾਇਰੈਕਟ ਹੈਗਾ, ਉਹ ਜਿਹੜਾ ਵਕੀਲ ਨੇ ਉੱਥੇ ਬਹਿ ਕੇ ਡਿਸਾਈਡ ਕੀਤਾ ਕਿ ਮੈਂ ਕੀ ਸਵਾਲ ਪੁੱਛਣੇ ਆ। ਉਹ ਜਿਹੜੇ ਸਵਾਲ ਆ ਉਹ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਵਕੀਲ ਨੇ ਕੀ ਪੁੱਛਣਾ, ਮੈਨੂੰ ਵੀ ਨਹੀਂ ਪਤਾ ਕਿ ਤੁਸੀਂ ਕੀ ਜਵਾਬ ਦੇਣਾ ਹੈਗਾ। ਸੋ ਮੈਨੂੰ ਸੋਚ ਕੇ ਪੁੱਛਣੇ ਪੈਣੇ ਕਿ ਇਹ ਕਲਾਇੰਟ ਕਿੱਦਾਂ ਦਾ ਹੈਗਾ, ਇਹ ਤੇਜ਼ ਆ, ਇਹ ਜਵਾਬ ਦੇ ਸਕਦਾ ਨਹੀਂ ਦੇ ਸਕਦਾ, ਕਿਉਂਕਿ ਮੈਂ ਇੱਦਾਂ ਦਾ ਸਵਾਲ ਨਹੀਂ ਪੁੱਛਣਾ ਚਾਹੁੰਦਾ ਕਿ ਉਹਨਾਂ ਹੋਰ ਜ਼ਿਆਦਾ ਜਿਹੜੀ ਆ ਉਹ ਪ੍ਰੋਬਲਮ ਕ੍ਰੀਏਟ ਹੋ ਜਾਵੇ। ਸੋ ਜਿਹੜਾ ਰੀਡਾਇਰੈਕਟ ਐਗਜ਼ਾਮੀਨੇਸ਼ਨ ਦਾ ਹੈਗਾ, ਇਹਦੇ ਲਈ ਤੁਹਾਨੂੰ ਕਾਫੀ ਜ਼ਿਆਦਾ ਸੋਚ ਵਿਚਾਰ ਕਰਨਾ ਪੈਂਦਾ ਕਿ ਕਿਹੜੇ ਬੰਦੇ ਤੋਂ ਸਵਾਲ ਪੁੱਛੇ ਜਾਣੇ ਚਾਹੀਦੇ, ਕੀ ਉਹ ਜਵਾਬ ਦੇ ਪਾਊਗਾ, ਕੀ ਉਹ ਜਵਾਬ ਨਹੀਂ ਦੇ ਪਾਊਗਾ, ਹੈ ਨਾ। ਸੋ ਰੀਡਾਇਰੈਕਟ ਨਾਲ ਤੁਸੀਂ ਜਿਹੜੇ ਕਾਫੀ ਜ਼ਿਆਦਾ ਜਿਹੜੀਆਂ ਕਹਿ ਲਓ ਕਿ ਜੇ ਕੋਈ ਇੱਦਾਂ ਦਾ ਨੁਕਸਾਨ ਹੋਇਆ ਜਿਹਨੂੰ ਤੁਸੀਂ ਸੋਲਵ ਕਰ ਸਕਦੇ ਹੋ, ਉਹ ਤੁਸੀਂ ਆਪਣਾ ਕਲੈਰੀਫਾਈ ਕਰ ਸਕਦੇ ਹੋ ਰੀਡਾਇਰੈਕਟ ਦੇ ਉੱਤੇ। ਫੋਰ ਐਗਜ਼ਾਮਪਲ, ਜੇ ਬੰਦਾ ਕਹਿੰਦਾ ਕਿ ਕਿਸਾਨ ਸੀਗਾ ਮੈਂ, ਹੈ ਨਾ, ਮੇਰੇ ਨਾਲ ਇੱਦਾਂ ਧੱਕਾ ਹੋਇਆ, ਤੇ ਉਹਨੇ ਕ੍ਰਾਸ ਐਗਜ਼ਾਮੀਨੇਸ਼ਨ ਤੇ ਪੁੱਛਿਆ ਕਿ ਤੇ ਤੈਨੂੰ ਕਿਹੜਾ ਕਿਸੇ ਨੇ ਫੋਰਸ ਕੀਤਾ ਕਿ ਤੂੰ ਕਿਸਾਨ ਬਣ ਕੇ ਰਹਿਣਾ, ਤੂੰ ਇੱਥੇ ਟਰੱਕ ਚਲਾਉਣਾ, ਤੂੰ ਉੱਥੇ ਜਾ ਕੇ ਕਿਉਂ ਨਹੀਂ ਟਰੱਕ ਚਲਾ ਲੈਂਦਾ ਇੰਡੀਆ ਦੇ ਵਿੱਚ, ਹੈ ਨਾ। ਕਿ ਕੋਈ ਇੱਦਾਂ ਤਾਂ ਨਹੀਂ ਕਿ ਤੈਨੂੰ ਕਿਸੇ ਨੇ ਉਹ ਕੀਤਾ। ਤੇ ਫਿਰ ਤੁਸੀਂ ਉਹਨੂੰ ਜਦੋਂ ਰੀਡਾਇਰੈਕਟ ਦੀ ਤੁਹਾਡੀ ਵਾਰੀ ਆਉਂਦੀ ਹੈ, ਫਿਰ ਤੁਹਾਡਾ ਫੋਰ ਐਗਜ਼ਾਮਪਲ ਉਹਦਾ ਸਵਾਲ ਇਹ ਹੋ ਸਕਦਾ ਹੈ ਕਿ 84 ਦੇ ਵਿੱਚ ਕੀ ਹੋਇਆ ਸੀਗਾ। ਬੰਦੇ ਨੇ ਜਵਾਬ ਦਿੱਤਾ ਕਿ 84 ਦੇ ਵਿੱਚ ਪੰਜਾਬ ਦੇ ਵਿੱਚ ਹੀ ਸਿਰਫ ਸਿੱਖ ਮਰੇ ਸੀਗੇ ਕਿ ਬਾਹਰ ਵੀ ਮਰੇ ਸੀਗੇ। ਜੇ ਬੰਦੇ ਕਿਹਾ ਬਾਹਰ ਵੀ ਮਰੇ ਸੀਗੇ, ਹੋਰ ਸਟੇਟਾਂ ਦੇ ਵਿੱਚ ਵੀ ਮਰੇ ਸੀਗੇ, ਕੀ ਕੀਤਾ ਸੀਗਾ ਉਹਨਾਂ ਦਾ, ਉਹਨੇ ਕਹਿਣਾ ਉਹ ਟਰੱਕ ਡਰਾਈਵਰ ਸੀਗੇ, ਹੈ ਨਾ, ਉਹਨਾਂ ਦੇ ਗਲ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਸੀਗਾ। ਸੋ ਇਹ ਰੀਡਾਇਰੈਕਟ ਦਾ ਮਕਸਦ ਕੀ ਹੋਇਆ ਕਿ ਉਹਨੇ ਪਹਿਲਾਂ ਡਾਇਰੈਕਟ ਐਗਜ਼ਾਮੀਨੇਸ਼ਨ ਕੀਤੀ, ਆਪਣੀ ਸਟੋਰੀ ਦੱਸੀ, ਮੈਂ ਫਾਰਮਰ ਹੈ ਇੱਦਾਂ ਵਾ। ਕ੍ਰਾਸ ਐਗਜ਼ਾਮੀਨੇਸ਼ਨ ਤੇ ਉਹਨੇ ਕਿਹਾ ਕਿ ਤੂੰ ਹੋਰ ਕਿਉਂ ਨਹੀਂ ਕਰ ਲੈਂਦਾ, ਇੱਥੇ ਵੀ ਟਰੱਕ ਚਲਾਉਣਾ, ਉੱਥੇ ਵੀ ਕਿਉਂ ਨਹੀਂ ਟਰੱਕ ਚਲਾ ਲੈਂਦਾ। ਤੇ ਰੀਡਾਇਰੈਕਟ ਦੇ ਉੱਤੇ ਵਕੀਲ ਨੇ ਉਹ ਕਲੈਰੀਫਾਈ ਕਰ ਦਿੱਤਾ ਕਿ ਨਹੀਂ, ਪਹਿਲਾਂ ਵੀ ਇੱਦਾਂ ਹੋ ਚੁੱਕਿਆ ਕਿ ਇਹ ਫਾਰਮਰ ਤੱਕ ਲਿਮਿਟਡ ਨਹੀਂ ਹੈਗਾ, ਟਰੱਕ ਵਾਲੇ ਵੀ ਉੱਥੇ ਟਾਇਰ ਪਾ ਕੇ ਸਾੜੇ ਸੀਗੇ। ਫਿਰ ਅਗਲਾ ਸਵਾਲ ਇਹ ਹੈ ਕਿ ਤੈਨੂੰ ਇੱਦਾਂ ਲੱਗਦਾ ਕਿ ਤੂੰ ਕੋਈ ਵੀ ਕਿੱਤਾ ਕਰੂੰਗਾ ਤੈਨੂੰ ਉੱਥੇ ਪ੍ਰੋਬਲਮ ਹੋ ਸਕਦੀ ਹੈ ਨਾ। ਸੋ ਇਹ ਜਿਹੜੇ ਡਾਇਰੈਕਟ ਕ੍ਰਾਸ ਰੀਡਾਇਰੈਕਟ ਹੈਗਾ, ਇਹਦੇ ਵਿੱਚ ਕਾਫੀ ਜੇ ਤੁਹਾਡੀ ਲਾਇਰ ਦੀ ਜਿਹੜੀ ਸਕਿੱਲ ਆ ਜਾਂਦੀ ਹੈ, ਕਈ ਵਾਰੀ ਉਹ ਤੁਹਾਡੇ ਜੇ ਤੁਸੀਂ ਗਲਤ ਬਿਆਨ ਦੇ ਦਿੱਤਾ ਉਹਨੂੰ ਸੋਲਵ ਕਰ ਸਕਦਾ, ਕਈ ਵਾਰੀ ਨਹੀਂ ਕਰ ਸਕਦਾ। ਕਈ ਵਾਰੀ ਉਹ ਜਦੋਂ ਤੁਹਾਡੇ ਕੋਲ ਸਵਾਲ ਪੁੱਛੇ ਇੱਦਾਂ ਵੀ ਹੋ ਸਕਦਾ ਕਿ ਤੁਸੀਂ ਹੋਰ ਗੜਬੜ ਕਰ ਦਿਓ, ਹੈ ਨਾ, ਅੱਗੇ ਜਾ ਕੇ ਹੋਰ ਪ੍ਰੋਬਲਮ ਕ੍ਰੀਏਟ ਕਰ ਦਿਓ। ਸੋ ਇੱਥੇ ਥੋੜ੍ਹਾ ਜਿਹਾ ਕਈ ਵਾਰੀ ਸਾਨੂੰ ਸੋਚਣਾ ਪੈਂਦਾ ਕਿ ਹੁਣ ਇੱਦਾਂ ਹੀ ਚੱਲਣ ਦੀ ਹੈ, ਜੋ ਹੋ ਗਿਆ ਕਿ ਦੁਬਾਰਾ ਰੀਡਾਇਰੈਕਟ ਕਰੀਏ। ਜੀ। ਸੋ ਆਪਾਂ ਰੀਡਾਇਰੈਕਟ ਤੱਕ ਜਿਹੜਾ ਅੱਜ ਪਹੁੰਚੇ ਆ, ਤੇ ਅਗਲੇ ਹਫਤੇ ਫਿਰ ਆਪਾਂ ਕੇਸ ਦਾ ਨਿਪਟਾਰਾ ਕਰੀਏ ਵੀ ਉਸ ਤੋਂ ਬਾਅਦ ਦੇ ਵਿੱਚ ਫਿਰ ਕੀ ਹੁੰਦਾ ਆ ਵੀ ਰੀਡਾਇਰੈਕਟ ਕੁਐਸਚਨਸ ਤੋਂ ਬਾਅਦ ਦੇ ਵਿੱਚ ਕੇਸ ਦਾ ਨਿਪਟਾਰਾ ਹੀ ਆ ਤਕਰੀਬਨ। ਬੇਸਿਕਲੀ ਠੀਕ ਹੈ। ਲੌਂਗ ਸਟੋਰੀ ਸ਼ਾਰਟ, ਹੁਣ ਇਸ ਤੋਂ ਬਾਅਦ ਇਹ ਹੈ ਕਿ ਜੇ ਕੋਈ ਵਿਟਨੈਸ ਵਗੈਰਾ ਹੈਗੇ ਨੇ ਉਹਨੂੰ ਵੀ ਤੁਸੀਂ ਪਾ ਸਕਦੇ ਹੋ, ਉਹਨਾਂ ਦਾ ਵੀ ਸੇਮ ਡਾਇਰੈਕਟ ਐਗਜ਼ਾਮੀਨੇਸ਼ਨ, ਡਾਇਰੈਕਟ ਤੇ ਕ੍ਰਾਸ। ਤੇ ਜਦੋਂ ਫਿਰ ਇੱਕ ਵਾਰੀ ਸਾਰਾ ਉਹਨਾਂ ਨੇ ਸੁਣ ਲਿਆ ਤੇ ਜੱਜ ਫਿਰ ਆਪਣਾ ਫਾਈਨਲ ਜਿਹੜਾ ਤੁਹਾਡਾ ਡਿਸੀਜਨ ਦਿੰਦਾ। ਕਈ ਵਾਰੀ ਉੱਥੇ ਓਰਲ ਡਿਸੀਜਨ ਦੇ ਦਿੰਦਾ, ਕਈ ਵਾਰੀ ਉਹ ਕਹਿੰਦਾ ਕਿ ਮੈਂ ਬਾਅਦ 'ਚ ਡਿਸੀਜਨ ਦੇਣਾ, ਮੈਂ ਰਿਟਨ ਡਿਸੀਜਨ ਦੇਣਾ। ਕਈ ਵਾਰੀ ਉਹ ਓਰਲ ਡਿਸੀਜਨ ਦੇ ਨਾਲ ਆਪਣੀ ਓਪੀਨੀਅਨ ਪੜ੍ਹ ਕੇ ਸੁਣਾਉਂਦਾ, ਕਈ ਵਾਰੀ ਉਹ ਸਿੰਪਲ ਕਹਿੰਦਾ ਕਿ ਪਾਸ ਫੇਲ ਆ ਕੇਸ। ਸੋ ਬੇਸਿਕਲੀ ਕਈ ਵਾਰੀ ਤੁਹਾਡਾ ਉਸੇ ਦਿਨ ਕੇਸ ਅਪਰੂਵ ਕਰ ਦਿੰਦੇ ਨੇ, ਕਈ ਵਾਰੀ ਜੱਜ ਕਹਿੰਦਾ ਕਿ ਮੈਂ ਪੂਰਾ ਡਿਟੇਲਡ ਐਵੀਡੈਂਸ ਲਿਖ ਕੇ ਦੇਣਾ। ਉਹਦਾ ਮਤਲਬ ਇਹ ਨਹੀਂ ਤੁਹਾਡਾ ਕੇਸ ਫੇਲ ਹੋ ਗਿਆ, ਉਹਦਾ ਮਤਲਬ ਇਹ ਹੈਗਾ ਕਿ ਜੱਜ ਨੇ ਉਹਦੇ ਬਾਰੇ ਸੋਚਣਾ, ਵਿਚਾਰਨਾ ਤੇ ਡਿਸੀਜਨ ਦੇਣਾ, ਕਿਉਂਕਿ ਜੱਜ ਨੂੰ ਪਤਾ ਕਿ ਜੇ ਗਲਤ ਡਿਸੀਜਨ ਦਊਗਾ ਤੇ ਉਹ ਉੱਤੇ ਜਾ ਕੇ ਅਪੀਲ ਕਰਕੇ ਰਿਵਰਸ ਹੋ ਸਕਦਾ ਹੈ ਤੇ ਜੱਜ ਦਾ ਵੀ ਰੈਕੋਰਡ ਖਰਾਬ ਹੋ ਸਕਦਾ ਹੈ। ਸੋ ਕਈ ਵਾਰੀ ਉਹ ਫਿਰ ਸੋਚ ਕੇ ਜਿਹੜਾ ਹੈਗਾ ਆਪਣਾ ਡਿਸੀਜਨ 3-4 ਮਹੀਨਿਆਂ 'ਚ ਦਿੰਦੇ ਆ। ਸੋ
ਕੋਰਟ ਦਾ ਫਿਰ ਜਿਹੜਾ ਉਹੀ ਸਿਨੈਰੀਓ। ਸੋ ਅਗਲੇ ਹਫ਼ਤੇ ਫਿਰ ਆਪਾਂ ਇਸ ਤੋਂ ਬਾਅਦ ਕੀ ਹੁੰਦਾ ਉਹ ਡਿਸਕਸ ਕਰਾਂਗੇ। ਠੀਕ ਹੈ ਜੀ। ਸੋ ਬਿਲਕੁਲ ਤੇ ਸੋ ਇਹ ਅੱਜ ਤੁਹਾਨੂੰ ਆਪਾਂ ਕੋਰਟ ਦੀ ਕਾਰਵਾਈ ਜੋ ਅੰਦਰ ਕੋਰਟ ਦੇ ਵਿੱਚ ਹੁੰਦਾ ਆ ਉਸ ਦੇ ਬਾਰੇ ਜਿਹੜਾ ਉਹ ਦੱਸਿਆ, ਕਿੱਦਾਂ ਸਵਾਲ ਜਵਾਬ ਹੁੰਦੇ ਆ। ਸੋ ਇਹ ਕਾਫੀ ਘੰਟੇ ਲੰਮਾ ਚੌੜਾ ਪ੍ਰੋਸੈਸ ਆ, 3-4 ਘੰਟੇ ਆਰਾਮ ਦੇ ਨਾਲ ਲੱਗ ਜਾਂਦੇ ਹਰ ਕੇਸ ਨੂੰ। ਡਿਪੈਂਡ ਕਰਦਾ ਕਿਹੜਾ ਜੱਜ, ਕਿਹੜਾ ਸਰਕਾਰੀ ਵਕੀਲ ਆ, ਕਿੱਦਾਂ ਦਾ ਕਲਾਇੰਟ ਆ, ਤੁਹਾਡੀ ਆਪਣੀ ਸਟ੍ਰੈਟਜੀ ਡਿਪੈਂਡ ਕਰਦੀ ਹੈ। ਕਈ ਵਾਰੀ ਤੁਸੀਂ ਨੈਰੋ ਡਾਊਨ ਕਰ ਲੈਂਦੇ ਹੋ ਸਿੱਧੇ ਕਿ ਕਿਹੜੇ ਮੁੱਦਿਆਂ ਤੇ ਬਹਿਸ ਕਰਨੀ ਹੈ, ਤੇ ਉਹ ਸਿੱਧੇ ਜਾ ਕੇ ਕਹਿੰਦੇ ਨੇ ਕਿ ਮੈਨੂੰ ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈਗੀ, ਇਹ ਤੁਹਾਡੇ ਕੇਸ ਨਾਲ ਮੈਂ 2-4 ਸਵਾਲ ਪੁੱਛਣੇ, ਜੇ ਸਹੀ ਕਰਤਾ ਇਹਨੇ ਤੇ ਫਿਰ ਤੁਸੀਂ ਪੂਰੀ ਜਿਹੜੀ ਹੈ ਸਟੇਟਮੈਂਟ ਦੇ ਵਿੱਚ ਨਹੀਂ ਜਾਂਦੇ ਹੋ। ਕਈ ਵਾਰੀ ਟਰਾਇਲ ਤੁਹਾਡੇ 20 ਮਿੰਟ ਦੇ ਵੀ ਹੋ ਸਕਦੇ ਨੇ, ਪਰ ਜ਼ਿਆਦਾਤਰ ਇਹ ਹੈ ਕਿ ਵਕੀਲ ਦੇ ਫੇਵਰ 'ਚ ਜਾਂਦਾ ਹੈ ਕਿ ਜੇ ਕਲਾਇੰਟ ਕ੍ਰੈਡੀਬਲੀ ਟੈਸਟੀਫਾਈ ਕਰ ਸਕਦਾ ਹੈ ਤੇ ਉਹਨੂੰ ਜਿਹੜੀਆਂ ਸਾਰੀਆਂ ਚੀਜ਼ਾਂ ਰੈਕਰਡ 'ਚ ਪਾਉਣੀਆਂ ਚਾਹੀਦੀਆਂ ਤਾਂ ਕਿ ਅਪੀਲ ਦੇ ਵਿੱਚ ਸਾਰੇ ਰਾਈਟ ਪ੍ਰੀਜ਼ਰਵ ਹੋ ਸਕਣ। ਜੇ ਤੁਸੀਂ ਛੋਟੀ ਹੀਅਰਿੰਗ ਕਰੋਗੇ ਤਾਂ ਫਿਰ ਤੁਸੀਂ ਅਪੀਲ 'ਚ ਵੀ ਉਹੀ ਮੁੱਦਿਆਂ ਨਾਲ ਸਟਕ ਹੋ ਜਾਂਦੇ। ਠੀਕ ਹੈ ਜੀ, ਠੀਕ ਹੈ। ਸੋ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਸੋਤੇ ਤੁਹਾਡੇ ਲਵਾਂਗੇ ਆਪਾਂ ਸਵਾਲ। ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ ਰਹੇਗਾ 408-272-5200 4082725200 ਤੇ ਕੁਝ ਸਵਾਲ ਆਪਾਂ ਜਿਹੜੇ ਆ ਫੇਸਬੁੱਕ, YouTube ਕਮੈਂਟਸ ਤੋਂ ਵੀ ਜਿਹੜੇ ਉਹ ਆਪਾਂ ਲਵਾਂਗੇ। ਸੋ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। KOVO Yuba City 1450 AM, KIIT Sacramento 1470 AM, KCVR Lodi Stockton 1570 AM। ਵਿਆਹੀ ਨੂੰ 4 ਦਿਨ ਨਹੀਂ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਿਲ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨਵਿਲ ਦਾ ਨੰਬਰ ਹੈ 5593133470 ਯਾਨੀ 5593133470। Toyota of Clovis, 895 West Shah Avenue, Clovis. Easy Truck and Trailer Repair, Fresno 3153 East Movaga Avenue, Fresno। ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशन तो वधिया डिस्काउंट मिलेगा। कैरियर ਨੂੰ ਪੂਰਾ ਡਿਸਕਾਊਂਟ ਦਿਸੇਗਾ। ਇਸ फ्यूल कार्ड ਦੇ ਲਈ ਅੱਜ ਹੀ ਕਾਲ ਕਰੋ। ਟਰੱਕਿੰਗ ਮਲਟੀ ਸਰਵਿਸਿਜ਼ 4082722600, 4082722600। ਪੰਜਾਬੀ ਵਿੱਚ ਸਾਰੀ ਗੱਲ ਸਮਝਾਉਣਗੇ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਠੀਕ ਹੈ ਜੀ, ਦੱਸੋ ਭਾਜੀ। ਜੀ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਅੱਜ ਹੀ ਕਾਲ ਕਰੋ। ਹਾਂਜੀ, ਉਹ ਮੈਂ ਕਿਹਾ ਮੁਕਾ ਹੀ ਦਿੱਤਾ। ਫਿਰ ਮੈਂ ਕਿਹਾ ਆਪਣਾ ਨਾ ਅੱਧਾ ਕੁ ਜਿਹਾ ਬਚਿਆ ਰਹਿਣਾ, ਛੋਟਾ ਜਿਹਾ ਉਹਦਾ ਸ਼ੋਅ ਨਹੀਂ ਬਣਨਾ ਸੀਗਾ ਪੂਰਾ। ਹਮੇਸ਼ਾ ਯਾਦ ਰੱਖੋ ਭਰੋਸੇ ਫਿਰ ਵਿਟਨੈਸ ਤੇ ਮੈਂ ਕਿਹਾ ਜਿੰਨਾ ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਸਾਕਾਰ। ਉਹਨਾਂ ਦਾ ਨੰਬਰ ਹੈ 509-825-5555 ਨੰਬਰ ID 6989 ਨੰਬਰ 02 ਕਰਤਾ ਭਾਜੀ। ਇੱਕ ਵਾਰੀ ਬੰਦਾ ਪਹੁੰਚ ਗਿਆ।
मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी का स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। इंडियन खाने दी एंडलेस वैरायटी, ਟਿੱਕੀ, समोसा, ਦਹੀਂ ਭੱਲਾ, डोसा, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। इथों तुसी इंडियन भांडे भी खरीद सकते हो। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ज्यादा जानकारी लई कॉल करो 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੀਨਿਊ ਫ੍ਰਿਜ਼ਨੋ। हफ्ते दे 7 दिन सवेरे 9 बजे तो राती 9 बजे तक। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ ਦੀ ਐਡ ਦੇ ਲਈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ US ਇਮੀਗ੍ਰੇਸ਼ਨ ਦਾ ਅੱਜ ਦਾ ਇਹ ਜਿਹੜਾ ਇਹ ਪ੍ਰੋਗਰਾਮ ਤੇ ਆਪਾਂ ਹੁਣ ਤੁਹਾਡੀਆਂ ਜਿਹੜੀਆਂ ਕਾਲਸ ਲਵਾਂਗੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 4082725200 ਆਓ ਵਾਰੀ ਸਿਰ ਆਪਾਂ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਅਟਾਰਨੀ ਟਰਕੀਆਣਾ ਜੀ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਤੇ ਆਓ ਵਾਰੀ ਸਿਰ ਆਪਣੇ ਕਾਲਸ ਆ ਉਹਨਾਂ ਦਾ ਗੱਲ ਕਰਦੇ ਹਾਂ ਤੇ ਸਰੋਤਿਓ ਬੇਨਤੀ ਆ ਇਹੀ ਆ ਇੱਕ ਸਵਾਲ ਪੁੱਛਣਾ ਥੋੜੇ ਸਮੇਂ 'ਚ ਪੁੱਛਣਾ ਤਾਂ ਜੋ ਆਪਾਂ ਵੱਧ ਤੋਂ ਵੱਧ ਜਿਹੜੇ ਕਾਲਸ ਆ ਉਹ ਲੈ ਸਕੀਏ। ਕੁਛ ਕੁ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਕੁਛ ਕੁ ਆਪਾਂ ਜਿਹੜੇ ਕਮੈਂਟਸ ਆ ਸਾਡੇ ਫੇਸਬੁੱਕ YouTube ਤੇ ਸਵਾਲ ਆ ਉਹਨਾਂ ਨੂੰ ਵੀ ਲੈਣ ਦੀ ਇਸ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੇ ਅੱਜ ਦੇ ਪਹਿਲੇ ਕਾਲਰ ਬਲਵਿੰਦਰ ਜੀ ਕੈਨੇਡਾ। ਸਤਿ ਸ਼੍ਰੀ ਅਕਾਲ। ਹਾਂਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਕੈਨੇਡੀਅਨ ਸਿਟੀਜ਼ਨ ਟਰੱਕ ਡਰਾਈਵਰ ਵਾਸਤੇ ਵੀ ਕੋਈ ਆਪਸ਼ਨ ਹੈ ਜੀ ਵੀ ਜੋ US 'ਚ ਆ ਕੇ ਕੰਮ ਕਰਨਾ ਚਾਹਵੇ ਐਜ਼ ਏ ਡਰਾਈਵਰ ਜਾਂ ਐਜ਼ ਏ ਓਨਰ ਆਪਰੇਟਰ ਆਪਣਾ ਟਰੱਕ ਲੈ ਕੇ ਉਸ ਵਾਸਤੇ ਵੀ ਕੋਈ ਆਪਸ਼ਨ ਹੈਗੀ ਹੈ ਜੀ? ਜੀ ਇਹਦੇ ਵਾਸਤੇ ਜੀ ਤੁਸੀਂ ਐਜ਼ ਅ ਡਰਾਈਵਰ ਨਹੀਂ ਕੰਮ ਕਰ ਸਕਦੇ ਆ ਮਤਲਬ ਤੁਸੀਂ ਅਮਰੀਕਾ 'ਚ ਰਹਿ ਨਹੀਂ ਸਕਦੇ ਐਜ਼ ਅ ਡਰਾਈਵਰ। ਇਹਦੇ ਵਾਸਤੇ ਆਪਾਂ ਇੱਕ ਡਿਸਕਸ਼ਨ ਕੀਤੀ ਸੀ ਕਿ E2 ਵੀਜ਼ਾ ਹੁੰਦਾ ਕਿ ਜੇ ਤੁਸੀਂ ਐਜ਼ ਅ ਇਨਵੈਸਟਰ ਆਉਂਦੇ ਹੋ ਕੰਪਨੀ ਖੋਲ੍ਹਣੀ ਆਪਣੀ 5-7 ਬੰਦੇ ਹਾਇਰ ਕਰਨੇ ਆ ਟਰੱਕਿੰਗ ਕੰਪਨੀ ਜਿਹੜੀ ਖੋਲ੍ਹਣੀ ਆ ਉਹਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਹੋ ਜਾਂਦੀਆਂ ਤੇ ਤਕਰੀਬਨ $2-3 ਲੱਖ ਦੀ ਤੁਹਾਡੀ ਇਨਵੈਸਟਮੈਂਟ ਚਾਹੀਦੀ ਹੈ ਘੱਟੋ ਘੱਟ ਤੇ ਐਜ਼ ਅ ਓਨਰ ਆਪਰੇਟਰ ਨਹੀਂ ਆ ਸਕਦੇ ਐਜ਼ ਅ ਓਨਰ ਆ ਸਕਦੇ ਹੋ ਤੁਸੀਂ। ਜੀ ਜੇ ਤੁਸੀਂ ਆ ਕੇ ਕੰਪਨੀ ਖੋਲੋ ਤਾਂ ਫਿਰ ਕੰਮ ਜਿਹੜਾ ਤੁਹਾਡਾ ਇੱਥੇ ਚੱਲ ਸਕਦਾ ਹੈਗਾ ਆ। ਕੁਛ ਕੁ ਵੀਕ ਪਹਿਲਾਂ ਮਹੀਨਾ ਕੁ ਪਹਿਲਾਂ ਜਿਹੜਾ ਇਹ ਅਸੀਂ ਸ਼ੋਅ ਕੀਤਾ ਸੀ ਪੰਜਾਬੀ ਰੇਡੀਓ USA ਦੇ ਤੁਸੀਂ YouTube ਚੈਨਲ ਤੇ ਜਾਇਓ ਤੇ ਜਾ ਕੇ ਜਿਹੜਾ US ਇਮੀਗ੍ਰੇਸ਼ਨ ਦਾ ਜਾਂ ਅਟਾਰਨੀ ਟਰਕੀਆਨਾ ਅਪਡੇਟ ਅਮਰੀਕਾ ਜਿਹੜਾ ਲਿਖਿਓ ਤੇ ਨਾਲ E2 ਵੀਜ਼ਾ ਮੇ ਵੀ ਜਿਹੜਾ ਉਹ ਲਿਖ ਲਿਓ ਤੇ ਫਿਰ ਤੁਹਾਨੂੰ ਉਸ ਦੇ ਬਾਰੇ ਉਹ ਸ਼ੋਅ ਆ ਜਾਏਗਾ ਪੂਰਾ ਜਾਣਕਾਰੀ ਉਸ ਦੇ ਵਿੱਚ ਉਹਨਾਂ ਨੇ ਦੱਸੀ ਹੈਗੀ ਆ। ਅਗਲੇ ਕਾਲਰ ਨੇ ਪਿੰਦਰ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਪੁੱਛੋ ਜੀ ਸਵਾਲ। ਭਾਜੀ ਉਹ ਹਾਂਜੀ ਦਿੱਲੀ ਵਿੱਚ ਯੂ ਵੀਜ਼ੇ ਦੀ ਇੰਟਰਵਿਊ ਤੱਕ ਸ਼ੁਰੂ ਹੋਣੀ ਹੈ ਭਾਜੀ? ਯੂ ਵੀਜ਼ੇ ਦੀਆਂ ਤਾਂ ਨਹੀਂ ਅਜੇ ਆਣੀਆਂ ਪਹਿਲਾਂ ਫੈਮਿਲੀ ਵਾਲੇ ਇਹਨਾਂ ਨੇ ਨਿਪਟਾਣੇ ਆ ਸੋ ਯੂ ਵੀਜ਼ੇ ਦਾ ਤੁਹਾਨੂੰ ਵੇਟ ਕਰਨਾ ਪੈਣਾ। ਕਿੰਨਾ ਕੁ ਵੇਟ ਕਰਨਾ ਪੈਣਾ ਭਾਜੀ? ਸਾਲ ਤੋਂ ਹੋ ਗਿਆ ਵੇਟ ਕਰਦੇ। ਨਹੀਂ ਇਹ ਹੁਣ ਇਹ ਸਟੇਟਮੈਂਟ ਦੇ ਇਹ ਹੁਣ ਸਕੱਤਰ ਥੋੜੀ ਹੈਗੇ ਆ ਜਿਹੜੇ ਅਟਾਰਨੀ ਟਰਕੀਆਨਾ ਨੇ ਇਹਨਾਂ ਨੇ ਇੰਟਰਵਿਊ ਲੈ ਲੈਣੀਆਂ। ਨਹੀਂ ਵੇਟ ਹੀ ਕਰਨਾ ਪੈਣਾ ਤੁਹਾਨੂੰ। ਸਾਡੇ ਨਾਲ ਤਾਂ ਅਸੀਂ ਨਾਰਾਜ਼ ਹੋ ਕੇ ਤਾਂ ਕੁਛ ਵੀ ਨਹੀਂ ਮਿਲਣਾ। ਮੈਂ ਹੀ ਕਹਿੰਦੇ ਜਾਓ ਕੱਲ ਨੂੰ ਦੇ ਆਓ ਇੰਟਰਵਿਊ ਉੱਥੇ ਹੋਣੀ ਨਹੀਂ ਫਿਰ ਉਹਦਾ ਕੀ ਹੋ ਜਾਣਾ ਦੱਸੋ। ਐਵੇਂ ਹੀ ਕਿੰਨਾ ਕੁ ਵੇਟ ਕਰੀਏ ਜਿੱਦਾਂ ਹੱਦ ਹੋ ਗਈ ਆ। ਇਹ ਤਾਂ ਹੁਣ ਭਾਈ ਤੁਸੀਂ ਆਉਣਾ ਅਮਰੀਕਾ ਨੂੰ ਅਮਰੀਕਾ ਦੀ ਮਰਜ਼ੀ ਆ ਕਦੋਂ ਉਹਨਾਂ ਨੇ ਦਰਵਾਜ਼ੇ ਖੋਲਣੇ ਆ ਐ ਨਹੀਂ ਹੁੰਦੀ ਜੀ ਗੱਲ। ਅਗਲੇ ਕਾਲਰ ਨਾ ਗੱਲ ਏਦਾਂ ਦੇਖੋ ਹੁਣ ਜਿਹਦਾ ਵਿਆਹ ਹੋਇਆ ਵਾ
ਉਹ ਰੋ ਰਿਹਾ ਕਿ ਮੇਰੀ ਘਰ ਵਾਲੀ ਨਹੀਂ ਆ ਪਾ ਰਹੀ, ਜਿਹਦੇ ਪੇਰੈਂਟਸ ਆ ਉਹ ਕਹਿ ਰਹੇ ਮੇਰੇ ਘਰ ਵਾਲੇ ਉਹ ਨਹੀਂ ਆ ਪਾ ਰਹੇ, ਜਿਹੜੇ ਭੈਣ ਭਾਈ ਵਾਲੇ ਉਹ ਆ, ਹਨਾ। ਹੁਣ ਉਹ ਫੈਮਿਲੀ ਵਾਲੇ ਨੂੰ ਉਹ ਪਹਿਲ ਦੇਣ ਕਿ ਜਿੱਦਾਂ ਹੁਣ ਤੁਹਾਡਾ ਯੂ ਵੀਜ਼ਾ, ਤੁਹਾਡੇ ਨਾਲ ਕ੍ਰਾਈਮ ਹੋਇਆ ਸੀਗਾ, ਤੁਹਾਨੂੰ ਉਹਨਾਂ ਨੇ ਦੇਰ ਸਵੇਰ ਉਹਨਾਂ ਨੇ ਤੁਹਾਨੂੰ ਦੇ ਦੇਣਾ, ਪਰ ਉਹਨਾਂ ਦਾ ਇਹ ਹੈ ਕਿ ਤੁਹਾਨੂੰ ਕਿਉਂ ਉਹ ਪਹਿਲ ਦੇਣ, ਹਨਾ। ਪਹਿਲਾਂ ਸਿਸਟਮ ਦਾ ਡਿਲੇ ਚੱਲ ਰਿਹਾ, ਸੋ ਸਾਰਿਆਂ ਨੂੰ ਨਹੀਂ ਉਹ ਖੁਸ਼ ਕਰ ਸਕਦੇ। ਸੋ ਉਹਨਾਂ ਦੀ ਪਹਿਲ ਜਿਹੜੀ ਹੈਗੀ ਆ ਇਮੀਡੀਏਟ ਰਿਲੇਟਿਵ, ਘਰ ਵਾਲੀ, ਮਾਈਨਰ ਬੱਚੇ, ਉਸ ਤੋਂ ਬਾਅਦ ਪੇਰੈਂਟਸ, ਤੇ ਫਿਰ ਜਿਹੜੇ ਬਾਕੀ H1B ਵਰਕਰ ਵਾਲੇ, ਸਟੂਡੈਂਟ ਵਾਲੇ ਜਿਨ੍ਹਾਂ ਦੇ ਸਕੂਲ ਵਗੈਰਾ ਸ਼ੁਰੂ ਹੋਣੇ ਆ, ਤੇ ਫਿਰ ਜਿਹੜਾ ਯੂ ਵੀਜ਼ੇ ਵਗੈਰਾ ਵਾਲੇ ਆ ਉਹ ਸਭ ਤੋਂ ਐਂਡ ਵਾਲੀ ਕੈਟਾਗਰੀ 'ਚ ਆ। ਸੋ ਇਹ ਸਾਲ ਦੇ ਤੁਹਾਡੇ ਹੁਣ ਅਗਲੇ 2 ਸਾਲ ਵੀ ਹੋਰ ਲੱਗ ਸਕਦੇ ਆ, ਸੋ ਇਹਨੂੰ ਤੁਸੀਂ ਵੇਟ ਹੀ ਕਰ ਸਕਦੇ, ਹੋਰ ਕੁਝ ਨਹੀਂ ਕਰ ਸਕਦੇ। ਤੇ ਗੱਲ ਇੱਥੇ ਆ ਟਰਕੀਆਨਾ ਜੀ, ਮੈਂ ਨਾਲ ਇਹ ਵੀ ਗੱਲ ਜੋੜਦਾ ਵੀ ਬਾਅਦ 'ਚ ਅਜਿਹੇ ਲੋਕਾਂ ਫਸਦੇ ਆ ਯਾਰ, ਉਹ ਸਾਡੇ ਨਾਲ ਹਜ਼ਾਰਾਂ ਡਾਲਰ ਮਾਰ ਗਿਆ ਉਹ ਵਕੀਲ, ਉਹ ਉਹਨੇ ਕਿਹਾ ਸੀਗਾ ਵੀ ਅਸੀਂ ਤੇ ਦਵਾ ਦੇਣੀ ਤੁਹਾਡੀ ਇੰਟਰਵਿਊ, ਜਲਦੀ ਕਰਾ ਦੇਣੀ ਆ। ਉਹਨਾਂ ਕਹਿਣਾ ਦਿਓ ਜੀ $5000 ਠੋਕ ਕੇ ਦੇਣਾ ਇਹਨਾਂ ਨੇ, ਤੇ ਬਾਅਦ 'ਚ ਕਹਿਣਾ ਵੇਟ ਫਿਰ 2 ਸਾਲ ਹੋਣੀ ਆ। ਸੋ ਕਿਸੇ ਦੇ ਹੱਥ ਨਹੀਂ ਹੁੰਦਾ ਇਹ, ਜਦੋਂ ਉੱਤੋਂ ਆਉਣਾ ਆ, ਜਦੋਂ ਉਹਨਾਂ ਨੇ ਕਹਿਣਾ ਆ ਉਹੀ ਹੋਣਾ ਆ। ਇੱਕ ਝੂਠੀਆਂ ਖਬਰਾਂ ਤੋਂ ਬਚਿਆ ਕਰੋ। ਟਰਕੀਆਨਾ ਜੀ ਆਪਾਂ ਕੱਲ ਪਰਸੋਂ ਹੀ ਦੇਖਦੇ ਸੀ ਇੱਕ ਜਿਹੜੀ ਵੀਡੀਓ ਆ ਵੀ ਕਿਸ ਤਰੀਕੇ ਦੇ ਨਾਲ ਹੁਣ ਉੱਥੇ ਇਹ ਕਿਹਾ ਜਾ ਰਿਹਾ ਆ ਵੀ ਪਹੁੰਚ ਜਾਓ ਅਮਰੀਕਾ, ਹੁਣ ਨਹੀਂ ਤੁਹਾਨੂੰ ਵਾਪਸ ਕਰ ਸਕਦੇ ਇੱਥੇ, ਇੱਕ ਵਾਰੀ ਟੱਪ ਗਏ ਤੁਸੀਂ ਤੇ ਫਿਰ ਨਹੀਂ ਹੋਣਾ। ਤੁਸੀਂ ਦੇਖੋ ਵੀ ਕਿੱਦਾਂ ਝੂਠ ਫੈਲਾਇਆ ਜਾ ਰਿਹਾ। ਹਾਂਜੀ, ਥੱਲੇ ਮੈਂ ਕਮੈਂਟਸ ਵੀ ਦੇਖ ਰਿਹਾ ਸੀਗਾ, ਲੋਕੀ ਕਹਿੰਦੇ ਗੁੱਡ ਨਿਊਜ਼, ਬੜਾ ਵਧੀਆ ਯਾ। ਸੋ ਝੂਠੀਆਂ ਖਬਰਾਂ ਤੋਂ ਹੁਣ ਸਾਡਾ ਕੰਮ ਇਹ ਨਹੀਂ ਹੈਗਾ ਕਿ ਤੁਹਾਨੂੰ ਗੁੱਡ ਨਿਊਜ਼ ਦੇਣਾ, ਤੁਹਾਨੂੰ ਹਮੇਸ਼ਾ ਖੁਸ਼ ਰੱਖਣਾ। ਸਾਡਾ ਕੰਮ ਹੈਗਾ ਕਿ ਤੁਹਾਨੂੰ ਸਹੀ ਖਬਰ ਦੇਣਾ, ਭਾਵੇਂ ਤੁਹਾਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ। ਸੁਖ ਜੀ ਕੀ ਸਵਾਲ ਹੈ? ਜੀ ਮੇਰੇ ਨਾਲ ਫਰੈਂਡ ਆ, ਉਹਦੀ ਵਾਈਫ ਇੰਡੀਆ, ਉਹਦੇ ਕੋਲ ਇਸ ਟਾਈਮ ਗ੍ਰੀਨ ਕਾਰਡ ਸੀ, ਪਰ ਉਹਦੀ ਇੰਟਰਵਿਊ ਹੋਈ ਨੂੰ 2-1.5 ਮਹੀਨਾ ਹੋ ਗਿਆ। ਕੱਲ ਉਹਨੂੰ ਈਮੇਲ ਆਈ ਵੀ ਤੇਰੀ ਬੈਕਗਰਾਉਂਡ ਚੈੱਕ ਹੋ ਗਈ, ਹੁਣ ਸਹੁੰ ਦੀ ਚਿੱਠੀ ਮਹੀਨੇ ਤੱਕ ਪਹੁੰਚਣਗੇ। ਕੁਐਸਚਨ ਇਹ ਵੀ ਉਹਦੇ ਸਾਰੇ ਵਾਈਫ ਦੇ ਪੇਪਰ ਇੰਡੀਆ ਜਾ ਚੁੱਕੇ ਆ, ਹੁਣ ਉਹਨੂੰ ਸਟੇਟਸ ਚੇਂਜ ਕਰਨਾ ਚਾਹੀਦਾ ਤੇ ਨਹੀਂ ਚਾਹੀਦਾ? ਤੁਸੀਂ ਭਾਜੀ ਦੱਸਿਆ ਕਿ ਗ੍ਰੀਨ ਕਾਰਡ ਆ ਵਾਈਫ ਦੇ ਕੋਲ? ਹਾਂਜੀ, ਉਹਦਾ ਪਹਿਲੋਂ ਗ੍ਰੀਨ ਕਾਰਡ ਸੀ। ਗ੍ਰੀਨ ਕਾਰਡ ਦੇ ਬੇਸ ਤੇ ਉਹਨੂੰ ਸਾਲ ਤੋਂ ਜ਼ਿਆਦਾ ਹੋ ਗਏ, 2 ਸਾਲ ਹੋ ਗਏ ਵਿਆਹ ਹੋਏ, ਉਹਨੇ ਐਪਲੀਕੇਸ਼ਨ ਅਪਲਾਈ ਕੀਤੀ ਹੋਈ ਸੀ ਤੇ ਉਹ ਅਪਰੂਵ ਹੋ ਕੇ ਪੇਪਰ ਜਿੱਦਾਂ ਇੰਡੀਆ 'ਚ ਹੈਗੇ, ਹੁਣ ਉਹ ਇੰਟਰਵਿਊ ਦੀ ਵੇਟ ਕਰਦੇ ਤੇ ਉਹਨੂੰ ਕਿਸੇ ਨੇ ਕਹਿ ਦਿੱਤਾ ਕਿ ਜਿਹੜੇ ਗ੍ਰੀਨ ਕਾਰਡ ਹੈ ਉਹਨਾਂ ਦੀ ਇੰਟਰਵਿਊ ਹਲੇ ਉਹ ਕਰਦੇ ਨਹੀਂ ਪਏ, ਸਿਰਫ ਸਿਟੀਜ਼ਨ ਵਾਲਿਆਂ ਨੂੰ ਵੀਜ਼ਾ ਦਿੰਦੇ, ਗ੍ਰੀਨ ਕਾਰਡ ਵਾਲਿਆਂ ਨੂੰ ਵੀਜ਼ਾ ਨਹੀਂ ਦਿੰਦੇ ਪਏ। ਨਹੀਂ ਏਦਾਂ ਕੁਝ ਨਹੀਂ ਹੈਗਾ, ਪਰ ਜੇ ਤੁਹਾਡਾ ਉੱਦਾਂ ਇਹ ਹੈ ਕਿ ਜੇ ਤੁਹਾਡਾ ਇਹ ਫਰੈਂਡ ਜੇ ਸਿਟੀਜ਼ਨ ਬਣ ਸਕਦਾ ਤਾਂ ਜ਼ਰੂਰ ਇਹਦੇ ਵਿੱਚ ਕੋਈ ਸਲੋ ਡਾਊਨ ਨਹੀਂ ਹੋਣਾ, ਫਾਸਟਰ ਹੀ ਹੋਊਗਾ। ਤੇ ਬਿਲਕੁਲ ਜੇ ਸਹੁੰ ਚੱਕ ਸਕਦਾ ਚੱਕ ਕੇ ਸਿਟੀਜ਼ਨ ਬਣ ਜਾਵੇ, ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ, ਕਿਉਂਕਿ ਉਹਦੀ ਇੰਟਰਵਿਊ ਹੋ ਚੁੱਕੀ ਹੋਈ ਹੈ, ਉਦੋਂ ਉਹਨਾਂ ਨੇ ਕਿਹਾ ਸੀ ਵੀ ਤੇਰੀ ਬੈਕਗਰਾਉਂਡ ਚੈੱਕ ਹੋ ਕੇ ਨਹੀਂ ਆਈ, ਟਾਈਮ ਲੱਗੂਗਾ, ਤੇ ਕੱਲ ਉਹਨੂੰ ਈਮੇਲ ਆ ਗਈ ਵੀ ਵਿਦਿਨ 30 ਡੇਜ਼ ਤੈਨੂੰ ਸਹੁੰ ਚੁੱਕਣ ਦੀ ਚਿੱਠੀ ਤੈਨੂੰ ਮਿਲ ਜਾਊਗੀ। ਜੀ ਦੱਸਤਾ ਨਾ, ਜਿੱਦਾਂ ਤੁਹਾਨੂੰ ਵਕੀਲ ਸਾਹਿਬ ਨੇ ਦੱਸਤਾ ਆ ਵੀ ਕੋਈ ਉਹਦੇ ਵਿੱਚ ਟੈਨਸ਼ਨ ਨਹੀਂ ਹੈ। ਜੇ ਉਹ ਸਹੁੰ ਚੱਕ ਵੀ ਲੈਂਦੇ ਆ ਤਾਂ ਕੰਮ ਤੇਜ਼ ਹੀ ਹੋਊਗਾ, ਸਲੋ ਡਾਊਨ ਨਹੀਂ ਹੁੰਦਾ ਜੀ। ਤੇ ਅਗਲੇ ਆਪਣੇ ਮੈਂ ਭਾਜੀ ਇੱਕ ਇਹਨਾਂ ਨੂੰ ਆਈ ਥਿੰਕ ਇਹਨਾਂ ਦਾ ਨਾ ਇੱਕ ਮੈਂ ਐਡਰੈਸ ਕਰਦਾ। ਇਹਨਾਂ ਦਾ ਇਹ ਸੀਗਾ ਕਿ ਜੇ ਉਹਨੂੰ ਵੀਜ਼ਾ ਮਿਲਦਾ, ਹੁਣ ਮੈਨੂੰ ਨਹੀਂ ਪਤਾ ਜੇ ਭਾਜੀ ਤੁਹਾਡਾ ਇਹ ਸਵਾਲ ਹੈ ਕਿ ਕਿੰਨੀ ਦੇਰ 'ਚ ਵੀਜ਼ਾ ਮਿਲਣਾ, ਉਹਦੀ ਇੰਟਰਵਿਊ ਹੋ ਗਈ ਸੀ, ਮੈਂ ਉਹਦਾ ਜਵਾਬ ਨਹੀਂ ਦੇ ਸਕਦਾ। ਜੇ ਤੁਹਾਨੂੰ ਵੀਜ਼ਾ ਤੁਸੀਂ ਕਹਿ ਲਓ ਕਿ 5, 10, 15 ਦਿਨਾਂ 'ਚ ਮਿਲ ਜਾਣਾ, ਫਿਰ ਸਿਟੀਜ਼ਨ ਬਣ ਕੇ ਕੋਈ ਫਾਇਦਾ ਨਹੀਂ, ਕਿਉਂਕਿ ਫਿਰ ਸੇਮ ਜਿਹੜੀ ਕੈਟਾਗਰੀ ਹੈਗੀ ਆ F2A ਦੇ ਵਿੱਚ ਆ ਸਕਦੇ ਆ। ਪਰ ਓਬਵੀਅਸਲੀ ਜੇ ਇੱਕ ਵਾਰੀ ਸਿਟੀਜ਼ਨ ਬਣ ਗਏ ਤਾਂ ਉਹ F2A ਕੈਟਾਗਰੀ 'ਚ ਨਹੀਂ, ਇਮੀਡੀਏਟ ਰਿਲੇਟਿਵ ਕੈਟਾਗਰੀ 'ਚ ਆਉਗੇ, ਉਹਨਾਂ ਨੂੰ ਦੁਬਾਰਾ ਵੀਜ਼ਾ ਲੈਣ ਲਈ ਕਿਹਾ ਜਾ ਸਕਦਾ। ਸੋ ਜਿਹੜਾ ਤੁਹਾਡਾ ਟੈਕਨੀਕਲੀ ਤੁਹਾਡਾ ਸਵਾਲ ਦਾ ਜਵਾਬ ਹੈਗਾ ਕਿ ਹੁਣ ਉਹਦਾ ਸਾਰਾ ਫਿੰਗਰਪ੍ਰਿੰਟ ਵਗੈਰਾ ਇਹ ਸਾਰਾ ਹੋ ਗਏ ਕਿ ਕਿੰਨੀ ਦੇਰ 'ਚ ਉਹਦਾ ਉਹ ਆਊਗਾ, ਉਹਦਾ ਜਵਾਬ ਨਹੀਂ ਮੈਂ ਦੇ ਸਕਦਾ। ਉਹ ਤੁਹਾਡਾ ਆਪਣਾ ਗੈਂਬਲ ਆ। ਜੇ ਤੁਸੀਂ ਵੇਟ ਕਰਕੇ ਦੇਖਣੀ ਹੈ, ਇੰਟਰਵਿਊ ਵਗੈਰਾ ਹੋ ਗਈ, 2 ਮਹੀਨੇ ਤੁਸੀਂ ਵੇਟ ਕਰਕੇ ਦੇਖ ਲਓ। ਜੇ 2 ਮਹੀਨੇ 'ਚ ਗੱਲ ਬਣਦੀ ਹੈ ਗੁੱਡ ਆ, ਨਹੀਂ ਤਾਂ ਫਿਰ ਆਪਣਾ ਬੰਦੇ ਨੂੰ ਕੋਈ ਸਿਟੀਜ਼ਨ ਬਣੇ ਆਰਾਮ ਨਾਲ, ਹਨਾ ਜੀ। ਜੀ ਨਾਲੇ ਜਿੱਦਾਂ ਉਹ ਕਹਿ ਰਹੇ ਆ ਵੀ ਉਹ ਇੰਟਰਵਿਊ ਹੋ ਗਈ, ਬੈਕਗਰਾਉਂਡ ਚੈੱਕ ਦਾ ਵੀ ਉਹਨਾਂ ਨੇ ਓਕੇ ਕਰਤਾ, ਤੇ ਬਸ ਫਿਰ ਜੇ ਕਿਨਾਰੇ ਤੇ ਆ ਤੇ ਫਿਰ ਇੰਤਜ਼ਾਰ ਕਰ ਲਓ। ਨੀਨੂ ਹੈਲੋ, ਹਾਂਜੀ ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈਗਾ, F4 ਕੈਟਾਗਰੀ 'ਚ 2009 'ਚ ਅਪਲਾਈ ਕੀਤਾ ਸੀ, ਅਗਸਤ 2010 ਨੂੰ ਅਪਰੂਵਲ ਆ ਗਈ ਸੀ, ਤੇ ਮੇਰੇ 2 ਭਤੀਜੇ, ਇੱਕ ਦੀ ਏਜ ਹੁਣ ਅਕਤੂਬਰ 20 ਨੂੰ 16 ਹੋਣੀ ਹੈਗੀ ਆ। ਜਿਸ ਤਰੀਕੇ ਨਾਲ ਹੁਣ ਇਹ ਟਾਈਮ ਚੱਲ ਰਿਹਾ 5 ਸਾਲ 6 ਸਾਲ ਪਤਾ ਨਹੀਂ, ਮਤਲਬ 21 ਤੋਂ ਉੱਪਰ ਵੀ ਹੋ ਸਕਦਾ ਬੱਚਾ, ਪਰ ਉਹਦੇ ਕੋਲ ਮੇਰੀ ਬ੍ਰਦਰ ਕੋਲ ਪੂਰੀ ਫੈਮਿਲੀ ਦਾ ਵਿਜ਼ਿਟਰ ਵੀਜ਼ਾ ਵੀ ਹੈਗਾ ਹੈ, ਤੇ ਕੁਝ ਆਪਸ਼ਨ ਹੈ ਉਹ ਬੱਚੇ ਲਈ ਜਿਹੜਾ ਹੁਣ ਅੱਜ ਹਜੇ 16 ਦਾ ਹੋਣਾ, ਇਸ ਮਹੀਨੇ ਉਹਨੇ ਮਤਲਬ ਜੇ ਹੁਣ ਉਹਦੀ 5 ਜਾਂ 6 ਸਾਲ ਵਾਰੀ ਨਹੀਂ ਆਉਂਦੀ, ਉਹ 21 ਤੋਂ ਉੱਤੇ ਟੱਪ ਜਾਂਦਾ, ਪਤਾ ਨਹੀਂ ਹੋ ਸਕਦਾ ਏਦਾਂ ਵੀ ਕੁਝ ਪੜ੍ਹਨ ਦੇ ਲਈ ਉਹਦੇ ਲਈ ਕੁਝ ਕੀਤਾ ਜਾ ਸਕਦਾ, ਬੱਚਾ ਆ ਸਕਦਾ 16 ਵਾਲਾ ਇੱਥੇ ਕੋਈ ਆਪਸ਼ਨ ਵਿਜ਼ਿਟਰ ਹੈ ਫੁੱਲ ਫੈਮਿਲੀ ਕੋਲ? ਹਾਂਜੀ ਮੈਂ ਸਮਝ ਗਿਆ। ਸੋ ਪਹਿਲਾਂ ਤਾਂ ਇਹ ਹੈ ਕਿ ਕੋਈ ਵੀ ਪ੍ਰੈਡਿਕਟ ਨਹੀਂ ਕਰ ਸਕਦਾ ਕਿ ਵੀਜ਼ਾ ਰੈਟਰੋਗ੍ਰੇਸ਼ਨ ਕਿੱਦਾਂ ਚੱਲਣਾ, ਡਿਲੇ ਕਿੰਨਾ ਚੱਲਣਾ, ਕਿ ਬੱਚੇ ਨੇ 24 ਸਾਲ ਦਾ ਹੋਣਾ ਕਿ 27 ਸਾਲ ਦਾ ਹੋਣਾ, ਹੈ ਨਾ। ਸੋ ਪਹਿਲਾ ਗੱਲ ਤਾਂ ਉਹ ਇੰਪੋਸੀਬਲ ਹੈਗਾ ਪ੍ਰੈਡਿਕਟ ਕਰਨਾ। ਜਿਹੜਾ ਤੁਹਾਡਾ 130 ਸੀਗਾ ਉਹ ਬੜੀ ਛੇਤੀ ਅਪਰੂਵ ਹੋ ਗਿਆ, ਜਿੰਨਾ ਵੀ ਸਾਲ 2 ਸਾਲ ਸੀਗੇ ਇਹ ਰੀਕੈਪਚਰ ਹੋ ਜਾਊਗੇ।
ਸੋ ਇਹ ਤੁਹਾਡੀ ਕਿਸਮਤ ਆ, ਇਹਦਾ ਕੋਈ ਵਕੀਲ ਜਵਾਬ ਨਹੀਂ ਦੇ ਸਕਦਾ। ਇਹ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਵੀਜ਼ਾ ਨੰਬਰ ਕਰੰਟ ਹੋਇਆ। ਕੀ ਉਹ ਇੱਥੇ ਪੜ੍ਹਨ ਆ ਸਕਦਾ? ਬਿਲਕੁਲ, ਉਹ ਸਟੂਡੈਂਟ ਵੀਜ਼ਾ ਟਰਾਈ ਕਰ ਸਕਦਾ ਹੈਗਾ। ਅਤੇ ਜਿਹੜੀ ਇਮੀਗ੍ਰੈਂਟ ਪਟੀਸ਼ਨ ਆ ਉਹ ਤੁਸੀਂ ਆਪਣੇ ਭੈਣ ਭਾਈ ਲਈ ਫਾਈਲ ਕੀਤੀ ਸੀਗੀ, ਬੱਚੇ ਲਈ ਨਹੀਂ ਫਾਈਲ ਕੀਤੀ ਸੀਗੀ। ਉਹ ਇੱਕ ਡੈਰੀਵੇਟਿਵ ਬੈਨੀਫਿਸ਼ਰੀ ਸੀਗਾ। ਸੋ ਸਟੂਡੈਂਟ ਵੀਜ਼ਾ ਟਰਾਈ ਕਰੋ। ਸਟੂਡੈਂਟ ਵੀਜ਼ਾ ਦੇ ਵਿੱਚ ਉਹਨਾਂ ਨੇ ਆਹੀ ਦੇਖਣਾ ਹੁੰਦਾ ਕਿ ਜੈਨੂਇਨ ਪੜ੍ਹਨ ਜਾ ਰਿਹਾ, ਵਧੀਆ ਰੈਂਕਡ ਯੂਨੀਵਰਸਿਟੀ 'ਚ ਪੜ੍ਹਨ ਜਾ ਰਿਹਾ। ਜੇ ਤੁਸੀਂ ਜਾਣਾ, ਤੁਸੀਂ ਆਪ ਐਡਮਿਸ਼ਨ ਕਰਕੇ ਜਾਣਾ। ਕਿਸੇ ਵੀ ਏਜੰਟ ਊਜੰਟ ਦੀ, ਜਿਹੜੇ ਆ ਇਮੀਗ੍ਰੇਸ਼ਨ ਕੰਮ ਕਰਦੇ ਆ, ਇਹਨਾਂ ਦੀ ਕਿਸੇ ਦੀ ਹੈਲਪ ਨਹੀਂ ਲੈਣੀ ਸਕੂਲ ਦੇ ਵਿੱਚ। ਕਿਉਂਕਿ ਉਹ ਸਕੂਲ ਵਧੀਆ ਨਹੀਂ ਹੁੰਦੇ। ਤੁਸੀਂ ਜਿਹੜੇ ਨਾਰਮਲ ਸਕੂਲ ਆ ਉਹਦੇ ਵਿੱਚ ਐਡਮਿਸ਼ਨ ਲਓ। ਜੇ ਤੁਹਾਡਾ ਰਾਈਮ ਐਂਡ ਰੀਜ਼ਨਿੰਗ ਬਣਦੀ ਹੈ ਕਿ ਵਾਕਈ ਪੜ੍ਹਨ ਲਿਖਣ ਵਾਲਾ ਬੱਚਾ ਵਾ, ਕਿਉਂ ਪੜ੍ਹਨ ਜਾ ਰਿਹਾ, ਕਿੱਥੇ ਪੜ੍ਹਨ ਜਾ ਰਿਹਾ, ਕਿਹੜੀ ਰੈਂਕ ਦੀ ਯੂਨੀਵਰਸਿਟੀ ਹੈ, ਜੇ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਐਡ ਅਪ ਹੋ ਜਾਂਦੀਆਂ, ਵਧੀਆ ਯੂਨੀਵਰਸਿਟੀ ਹੈ, ਤਾਂ ਹੋ ਸਕਦਾ ਕਿ ਉਹਨੂੰ ਵੀਜ਼ਾ ਮਿਲ ਜਾਵੇ। ਜੀ, ਅਗਲੇ ਕਾਲਰ ਨੇ ਬੈਂਜੀ ਮਾਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ। ਕੀ ਸਵਾਲ? ਹਾਂਜੀ, ਜੇ ਪੇਰੈਂਟਸ ਇੱਥੇ ਗ੍ਰੀਨ ਕਾਰਡ ਹੋਣੇ US ਦੇ ਵਿੱਚ, ਤੇ ਉਹਨਾਂ ਦੇ ਬੱਚਾ ਇੱਕ ਇੱਥੇ ਸਟੂਡੈਂਟ ਪੜ੍ਹਨ ਆਇਆ ਹੈ ਓਵਰ 21, ਤੇ ਇੱਕ ਅਨਲੀਗਲ ਇੱਥੇ ਆਇਆ ਹੋਇਆ, ਤੇ ਉਹਨਾਂ ਨੂੰ ਉਹ ਅਪਲਾਈ ਕਰ ਸਕਦੇ ਆ ਵੀ ਜਾਣੀ ਅਨਮੈਰਿਡ ਤੌਰ ਤੇ? ਬਿਲਕੁਲ ਕਰ ਸਕਦੇ ਆ, ਬਿਲਕੁਲ ਕਰ ਸਕਦੇ ਆ। ਜਿਹੜਾ ਤਾਂ ਸਟੂਡੈਂਟ ਵਾਲਾ ਵਾ, ਉਹਨੂੰ ਕਹੋ ਸਟੂਡੈਂਟ ਸਟੇਟਸ ਮੇਨਟੇਨ ਰੱਖੀ ਜਾਵੇ। 7 ਕੁ ਸਾਲ ਦਾ ਸਾਰਾ ਪ੍ਰੋਸੈਸ ਆ। 7 ਕੁ ਸਾਲ ਦੇ ਵਿੱਚ ਨੰਬਰ ਆ ਜਾਊਗਾ। ਸੋ ਇੰਨਾ ਕੰਪਲੀਕੇਟਡ ਪ੍ਰੋਸੈਸ ਨਹੀਂ ਹੈਗਾ, ਐਜ਼ ਲੌਂਗ ਐਜ਼ ਜੇ ਉਹ ਬੱਚਾ ਆਪਣਾ ਸਟੇਟਸ ਮੇਨਟੇਨ ਰੱਖੀ ਜਾਂਦਾ। ਜਿਹੜਾ ਬੱਚਾ ਕੱਚਾ ਆ, ਗੁੱਡ ਨਿਊਜ਼ ਆ ਕਿ ਉਹ ਵੀ ਫਾਈਲ ਕਰ ਸਕਦਾ, ਪਰ ਉਹਨੂੰ ਕੰਟਰੀ ਆਊਟ ਕਰਨਾ ਪੈਣਾ। ਵੇਵਰ ਦਾ ਪ੍ਰੋਸੈਸ, ਵੇਵਰ ਦੇ ਵਿੱਚ ਹੁਣ ਜਿਹੜੇ ਇਹਨਾਂ ਨੇ 2-3 ਸਾਲ ਦੇ ਪਿੱਛੋਂ ਦੀ ਇਹਨਾਂ ਨੇ ਜਿਹੜੇ ਗ੍ਰੀਨ ਕਾਰਡ ਪੇਰੈਂਟਸ ਆ, ਉਹਨਾਂ ਨੂੰ ਵੀ ਕੁਆਲੀਫਾਈਂਗ ਰਿਲੇਟਿਵ ਬਣਾ ਦਿੱਤਾ ਵਾ। ਪਹਿਲਾਂ ਸਿਰਫ ਸਿਟੀਜ਼ਨ ਸੀਗੇ। ਸੋ ਪੇਰੈਂਟਸ ਕੁਆਲੀਫਾਈਂਗ ਰਿਲੇਟਿਵ ਕਿਉਂਕਿ ਬਣ ਸਕਦੇ ਆ, ਅਤੇ ਜਿਹੜਾ ਇਲੀਗਲ ਬੰਦਾ ਆਇਆ ਵਾ ਉਹ ਵੀ ਤੁਹਾਡਾ ਜਿਹੜਾ ਪੱਕਾ ਹੋ ਸਕਦਾ। ਉਹਦਾ ਪ੍ਰੋਸੈਸ ਥੋੜ੍ਹਾ ਜਿਹਾ ਕੰਪਲੀਕੇਟਡ ਹੋਊਗਾ। ਜੀ ਜੀ, ਅਗਲੇ ਕਾਲਰ ਮਨਦੀਪ। ਜੀ, ਕੀ ਸਵਾਲ ਹੈ? ਹਾਂਜੀ ਸਰ, ਮੇਰਾ ਕੁਐਸਚਨ ਸੀਗਾ, ਮੇਰੇ ਭਾਬੀ ਨੇ ਉਹ ਆਏ ਸੀਗੇ ਇੱਥੋਂ ਕੈਨੇਡਾ ਤੋਂ, ਅਤੇ ਉਹਨਾਂ ਦਾ ਐਡਜਸਟਮੈਂਟ ਆਫ ਸਟੇਟਸ ਦਾ ਕੇਸ ਅਪਲਾਈ ਕੀਤਾ ਹੋਇਆ ਸੀ, ਅਤੇ ਉਹਨਾਂ ਦੀ ਇੰਟਰਵਿਊ ਆ ਗਈ ਹੋਈ ਆ 2 ਨਵੰਬਰ ਦੀ। ਬਟ ਥੋੜ੍ਹੀ ਜਿਹੀ ਪ੍ਰੋਬਲਮ ਇਹ ਆ ਕਿ ਉਹ ਨਾ ਪ੍ਰੈਗਨੈਂਟ ਆ, ਅਤੇ ਡਿਊ ਡੇਟ ਵੀ ਸੇਮ ਡੇਟ ਦੀ ਆ। ਅਤੇ ਅਸੀਂ ਹੁਣ ਥੋੜ੍ਹੀ ਕਨਫਿਊਜ਼ਨ 'ਚ ਆ ਵੀ ਇਹ ਜੇ ਡੇਟ ਚੇਂਜ ਕਰਵਾ ਲਈਏ ਤਾਂ ਕਿੰਨਾ ਕੁ ਡਿਲੇ ਹੁੰਦਾ ਆ ਡੇਟ? ਨਹੀਂ, ਤੁਸੀਂ ਡੇਟ ਚੇਂਜ ਕਰਾਓ। ਹੈਲਥ ਸਭ ਤੋਂ ਪਹਿਲਾਂ ਵਾ। ਜੇ ਪ੍ਰੈਗਨੈਂਟ ਆ, ਡਿਊ ਡੇਟ ਵੀ ਉਹ ਆ, ਤੁਸੀਂ ਪੰਗਾ ਨਾ ਲਓ, ਅਤੇ ਤੁਸੀਂ ਆਪਣੀ ਆਰਾਮ ਨਾਲ ਉਹਨਾਂ ਨੂੰ ਰੀਸਕੈਜੂਲ ਕਰੋ। ਕੋਈ ਚੱਕਰ ਨਹੀਂ ਹੈਗਾ। ਡਿਲੇ ਕਿੰਨਾ ਕੁ ਹੋਣਾ ਵਾ? 2 ਕੁ ਮਹੀਨੇ ਦਾ ਡਿਲੇ ਹੋ ਜਾਊਗਾ ਜ਼ਿਆਦਾ ਤੋਂ ਜ਼ਿਆਦਾ, ਕੋਈ ਫਰਕ ਨਹੀਂ ਪੈਣਾ। ਇਹ ਕਿਹੜਾ ਅਸਾਈਲਮ ਦਾ ਕੇਸ ਆ। ਅਤੇ ਫਿਰ ਜਿਹੜੇ ਮੈਡੀਕਲ ਵਾਲੀ ਹੁੰਦੀ ਆ ਉਹ ਵੀ ਸਰ ਬਾਅਦ 'ਚੋਂ ਹੀ ਕਰਵਾਈਏ, ਕਿਉਂਕਿ ਉਹ 2 ਮਹੀਨੇ ਵੈਲਿਡ ਹੁੰਦੀ ਆ ਆਈ ਥਿੰਕ। 2 ਮਹੀਨੇ ਦੇ ਅੰਦਰ ਸਬਮਿਟ ਕਰਨੀ ਹੁੰਦੀ, 2 ਮਹੀਨੇ ਦੇ ਸਾਈਨ ਦੇ ਵਿੱਚ ਸਬਮਿਟ ਕਰਨੀ ਹੁੰਦੀ ਆ। ਅਤੇ ਹਾਂਜੀ, ਬਿਲਕੁਲ ਤੁਸੀਂ ਬਾਅਦ 'ਚ ਕਰਾਇਓ ਉਹ। ਠੀਕ ਹੈ ਜੀ। ਤੇ ਬੱਚੇ ਦਾ ਵੀ ਐਵੀਡੈਂਸ ਆ ਜਾਊਗਾ ਨਾ ਨਾਲ, ਤੁਹਾਡਾ ਕੇਸ ਸੌਖਾ ਹੋ ਜਾਊਗਾ ਥੋੜਾ। ਜੀ ਜੀ, ਬੇਬੀ ਬੋਰਨ ਹੋ ਲੈਣ ਦਿਓ ਜੀ। ਅਗਲੇ ਕਾਲਰ ਨੇ ਨੇਹਾ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ, ਮੈਂ ਅੱਜ ਤੁਹਾਡਾ ਦੋਨਾਂ ਦਾ ਇੰਟਰਵਿਊ ਸੁਣਿਆ, ਮੈਨੂੰ ਬਹੁਤ ਜ਼ਿਆਦਾ ਹੈਲਪ ਮਿਲੀ ਆ। ਮੇਰਾ ਨੈਕਸਟ ਮੰਥ ਹੀ ਅਸਾਈਲਮ ਦਾ ਕੇਸ ਇੰਟਰਵਿਊ ਡੇਟ ਹੈਗੀ ਆ। ਮੈਂ ਇਹੀ ਪੁੱਛਣਾ ਕਿ ਜਿਹੜਾ ਇੰਟਰਪ੍ਰੇਟਰ ਆਪਾਂ ਦਾ ਕਰਦੇ ਹਾਂ ਫॉर ਲੈਂਗੁਏਜ, ਉਹਦੇ ਨਾਲ ਕੋਈ ਉਹ ਮਾਈਨਸ ਪੁਆਇੰਟ ਤਾਂ ਨਹੀਂ ਹੈਗਾ ਕੋਰਟ ਦੇ ਵਿੱਚ? ਨਹੀਂ, ਕੋਰਟ ਪਹਿਲਾਂ ਤਾਂ ਕੋਰਟ ਦਾ ਆਪਣਾ ਅਪੁਆਇੰਟਡ ਇੰਟਰਪ੍ਰੇਟਰ ਹੁੰਦਾ। ਸੋ ਤੁਸੀਂ ਜੇ ਹਾਂਜੀ, ਤੁਸੀਂ ਫਲੂਐਂਟ ਇੰਗਲਿਸ਼ ਨਹੀਂ ਬੋਲ ਸਕਦੇ, ਜੇ ਤੁਹਾਨੂੰ ਹਮਲੇ ਵਗੈਰਾ ਆਪਣੇ ਦਿਮਾਗ 'ਚ ਤੁਹਾਨੂੰ ਸੋਚਣੇ ਪੈ ਰਹੇ ਆ ਪੰਜਾਬੀ 'ਚ, ਫਿਰ ਤੁਸੀਂ ਕਨਵਰਟ ਕਰਨੇ ਆ। ਅਤੇ ਭਾਵੇਂ ਤੁਸੀਂ ਇੰਗਲਿਸ਼ ਬੋਲਦੇ ਵੀ ਆ, ਤੁਹਾਨੂੰ ਇਹੀ ਰეკਮੈਂਡਡ ਆ ਕਿ ਤੁਸੀਂ ਇੰਟਰਪ੍ਰੇਟਰ ਦੇ ਥਰੂ ਹੀ ਜਾਓ, ਤਾਂ ਕਿ ਤੁਹਾਨੂੰ ਉੱਥੇ ਇਹ ਨਾ ਫਾਈਟ ਪਵੇ ਕਿ ਮੈਂ ਹੁਣ ਇਹਨੂੰ ਇੰਗਲਿਸ਼ 'ਚ ਸਮਝਾਵਾਂ ਕਿੱਦਾਂ। ਕਿਉਂਕਿ ਜੇ ਤੁਹਾਨੂੰ ਉਹਨਾਂ ਨੇ ਉਲਝਾ ਲਿਆ, ਤੁਸੀਂ ਨਰਵਸ ਹੋ ਗਏ, ਕੁਛ ਹੋ ਗਿਆ, ਅਤੇ ਤੁਹਾਡਾ ਜੇ ਤਾਂ ਤੁਸੀਂ ਫਲੂਐਂਟਲੀ ਬੋਲ ਸਕਦੇ ਹੋ, ਤੁਸੀਂ ਜੱਜ ਨੂੰ ਕਹੋ ਕਿ ਮੈਂ ਇੰਗਲਿਸ਼ 'ਚ ਹੀ ਦੇਣੀ ਆ, ਕੋਈ ਪ੍ਰੋਬਲਮ ਨਹੀਂ ਹੈ। ਕਈ ਕਲਾਇੰਟ ਦਿੰਦੇ ਵੀ ਆ ਇੰਗਲਿਸ਼ ਦੇ ਵਿੱਚ। ਪਰ ਜੇ ਤੁਹਾਡੀ ਇੰਗਲਿਸ਼ ਨਹੀਂ ਸਹੀ ਆ, ਉਹ ਤਾਂ ਤੁਸੀਂ ਜੱਜ ਹੁਣ ਕਰ ਸਕਦੇ ਆ ਨਾ ਕਿ ਕਿੱਦਾਂ। ਜੇ ਤੁਸੀਂ ਦੇ ਸਕਦੇ ਆ ਤਾਂ ਜ਼ਰੂਰ ਦਿਓ। ਇੰਟਰਪ੍ਰੇਟਰ ਦਾ ਇਹ ਹੈਗਾ ਮਾਈਨਸ ਪੁਆਇੰਟ ਉਹਨਾਂ ਦਾ ਇਹ ਹੁੰਦਾ ਇੰਟਰਪ੍ਰੇਟਰ ਦਾ, ਕਿ ਕਈ ਵਾਰੀ ਥੋੜ੍ਹਾ ਜਿਹਾ ਕੰਟੈਂਟ ਲੋਸਟ ਹੋ ਜਾਂਦਾ, ਇੰਨੇ ਇਮੋਸ਼ਨਸ ਨਹੀਂ ਉਹ ਪਾ ਸਕਦੇ। ਜੇ ਤੁਸੀਂ ਆਪ ਬੋਲਦੇ ਹੋ, ਤੁਸੀਂ ਇਮੋਸ਼ਨਸ ਪਾ ਸਕਦੇ ਹੋ, ਪਰ ਕਈ ਵਾਰੀ ਜਿਹੜੇ ਇੰਟਰਪ੍ਰੇਟਰ ਆ ਉਹ ਵਧੀਆ ਹੁੰਦੇ ਨੇ, ਉਹ ਵਧੀਆ ਇਮੋਸ਼ਨਸ ਦਿੰਦੇ ਨੇ। ਵਧੀਆ ਵੀ ਇੰਟਰਪ੍ਰੇਟਰ ਮਿਲ ਜਾਂਦਾ ਹੈ, ਅਤੇ ਉਹਨਾਂ ਨੂੰ ਵਕੀਲ ਵੀ ਬਹੁਤ ਪਸੰਦ ਕਰਦੇ ਨੇ, ਕਿਉਂਕਿ ਸਭ ਤੋਂ ਜ਼ਿਆਦਾ ਕੰਮ ਵੀ ਫਿਰ ਉਹੀ ਸਵਾਰਦੇ ਨੇ ਨਾ ਕਿ ਸਹੀ ਤਰੀਕੇ ਨਾਲ ਪੇਸ਼ਕਸ਼। ਸੋ ਇਹ ਤੁਸੀਂ ਦੇਖ ਲਓ, ਜੇ ਹੈਂਡਲ ਕਰ ਸਕਦੇ ਹੋ ਤਾਂ ਆਪ ਹੈਂਡਲ ਕਰ ਲਓ, ਨਹੀਂ ਤਾਂ ਰਿਸਕ ਨਾ ਲਿਓ। ਜੀ, ਇੱਕ ਸਵਾਲ ਜਿਹੜਾ ਆਪਣੇ YouTube ਤੇ ਬਲਪ੍ਰੀਤ ਦਾ, F4 ਕੈਟਾਗਰੀ ਦੇ ਅੰਡਰ ਚਿਲਡਰਨ ਆਫ ਸਿਬਲਿੰਗਸ ਜਿਹੜੇ 21 ਸਾਲ ਦੇ ਹੋ ਜਾਂਦੇ ਆ, CSPA ਦੇ ਕੋਈ ਕਾਨੂੰਨ ਥੱਲੇ ਉਹਨਾਂ ਦਾ ਕੁਝ ਬਣਦਾ ਹੈ? F3 ਸਿਬਲਿੰਗਸ ਦੇ ਜਿਹੜੇ ਬੱਚੇ ਹੈਗੇ ਆ,
F4 ਸਿਬਲਿੰਗਸ ਦੇ ਜਿਹੜੇ, ਹਾਂਜੀ ਬਿਲਕੁਲ। ਸੋ ਉਹਦੀ ਜਿਹੜੀ ਕਾਫੀ ਵਾਰੀ ਜਿੱਦਾਂ ਦੱਸਿਆ ਆਪਾਂ ਕਿ ਜਿਹੜਾ 130 ਜਿਹੜਾ ਟਾਈਮ ਹੈ ਉਹ ਸਬਸਟਰੈਕਟ ਹੋ ਜਾਂਦਾ ਹੈ। ਸੋ ਉਹੀ ਹੈ CSPA ਫੈਂਸੀ ਵਰਡ ਕਿ ਏਜ ਸਟੇਟਸ ਏਜ ਆਊਟ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਚਿਲਡਰਨਸ ਦਾ, ਤੇ ਜਿਹੜਾ ਤੁਹਾਡਾ 130 ਦਾ ਜਿਹੜਾ ਟਾਈਮ ਸੀਗਾ ਉਹ ਮਾਈਨਸ ਹੋ ਸਕਦਾ ਜੀ। ਅਸ਼ਵਿਨ ਸੁਧੀਰ ਪੁੱਛਦੇ ਨੇ, ਕਹਿੰਦੇ ਵੀ ਉਹ ਅਸਾਈਲਮ ਸੀਕਰ ਨੇ ਤੇ ਉਹਨਾਂ ਕੋਲ ਵਰਕ ਪਰਮਿਟ ਹੈਗਾ ਆ, ਕੀ ਬਾਏ ਰੋਡ ਅਲਾਸਕਾ ਨੂੰ ਸਫ਼ਰ ਕਰ ਸਕਦੇ ਆ? ਬਾਏ ਰੋਡ ਅਲਾਸਕਾ ਲਈ ਫਿਰ ਉਹਨਾਂ ਨੂੰ ਕੈਨੇਡਾ ਥਰੂ ਹੀ ਜਾਣਾ ਪੈਂਦਾ ਹੈ ਨਾ? ਹਾਂਜੀ, ਬਾਏ ਰੋਡ ਜਾ ਨਹੀਂ ਸਕਦੇ ਤੁਸੀਂ, ਅਲਾਸਕਾ ਬਾਏ ਏਅਰ ਹੀ ਜਾਣਾ ਪੈਣਾ। ਤੁਸੀਂ ਸਿੱਧਾ ਸਵਾਲ ਪੁੱਛੋ ਕਿ ਮੈਂ ਦੂਜੀ ਕੰਟਰੀ ਜਾ ਸਕਦਾ ਕਿ ਨਹੀਂ ਜਾ ਸਕਦਾ, ਜਵਾਬ ਹੈਗਾ ਨਹੀਂ ਜਾ ਸਕਦੇ ਜੀ। ਡਾਇਰੈਕਟ ਫਲਾਈ ਕਰ ਸਕਦੇ ਹੋ ਤੁਸੀਂ, ਪਰ ਇਹ ਹੁਣ ਤੁਹਾਡਾ ਆਪਣਾ ਰਿਸਕ ਆ। ਹੁਣ ਜੇ ਤੁਹਾਡੀ ਫਲਾਈਟ ਡਿਵਰਟ ਹੋ ਗਈ, ਉੱਥੇ ਕੁਛ ਹੋ ਗਿਆ ਤੇ ਤੁਹਾਨੂੰ ਜਹਾਜ਼ ਤੋਂ ਬਾਹਰ ਨਿਕਲਣਾ ਪੈ ਗਿਆ, ਪ੍ਰੋਬਲਮ ਹੋ ਜਾਣੀ ਹੈ। ਸੋ ਹੋਰ ਬਥੇਰੇ 50 ਸਟੇਟਾਂ 'ਚ ਹੋਰ ਬਥੇਰੇ ਸਟੇਟ ਆ ਘੁੰਮਣ ਵਾਲੇ ਅਮਰੀਕਾ ਦੇ, ਉਹਨਾਂ ਨੂੰ ਘੁੰਮੋ ਤੁਸੀਂ ਪਹਿਲਾਂ। ਠੀਕ ਹੈ ਜੀ। ਅਗਲੇ ਕਾਲਰ ਸੁਰਿੰਦਰ ਸਿੰਘ। ਹੈਲੋ ਜੀ, ਪੁੱਛੋ ਜੀ ਸਵਾਲ। ਜੀ ਗੁਰਿੰਦਰ ਸਿੰਘ ਹੈ ਜੀ ਜੀ ਪੁੱਛੋ ਸਵਾਲ। ਹਾਂਜੀ ਭਾਜੀ, ਮੇਰਾ ਇੱਕ ਸਵਾਲ ਹੈ ਜੀ, ਥੋੜਾ ਜਿਹਾ ਡਿਫਰੈਂਟ ਸਵਾਲ ਹੈ। ਜਿੱਦਾਂ ਇੱਕ ਸਾਡਾ ਮੁੰਡਾ ਆਇਆ ਸੀਗਾ 2 ਸਾਲ ਹੋ ਗਿਆ ਜੀ ਇੰਡੀਆ ਤੋਂ ਆਏ ਨੂੰ, ਤੇ ਆਪਣਾ ਬਾਰਡਰ ਲੰਘ ਕੇ ਆਇਆ ਸੀਗਾ, ਤੇ ਜਿੱਦਾਂ ਉਹ ਮੁੰਡਾ ਦੀ ਡੈਥ ਹੋ ਗਈ ਆ 2 ਮਹੀਨੇ ਹੋ ਗਏ ਐਕਸੀਡੈਂਟ ਦੇ ਵਿੱਚ ਇੱਕ, ਤੇ ਉਹਦਾ ਜਿੱਦਾਂ ਬੌਂਡ ਭਰਿਆ ਸੀ $20,000 ਜੀ, ਤੇ ਉਹ ਕਿੱਦਾਂ ਬੌਂਡ ਸਾਨੂੰ ਵਾਪਸ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਭਾਜੀ? ਜੀ ਮਿਲ ਸਕਦਾ ਭਾਜੀ। ਉਹਨਾਂ ਨੂੰ ਡੈਥ ਸਰਟੀਫਿਕੇਟ ਵਗੈਰਾ ਭੇਜੋ, ਉਹਨਾਂ ਨਾਲ ਸੰਪਰਕ ਕਰੋ। ਉੱਥੇ ਜਿਹੜੇ ਬੌਂਡ ਦੇ ਪੇਪਰ ਵਗੈਰਾ ਨਾ, ਉੱਥੇ ਨੰਬਰ ਵਗੈਰਾ ਉਹਨਾਂ ਦਾ ਲਿਖਿਆ ਹੋਣਾ। ਅੱਛਾ ਜੀ। ਜੀ, ਸੋ ਇਹ ਡੈਥ ਸਰਟੀਫਿਕੇਟ ਫਿਰ ਇਹਨਾਂ ਨੂੰ ਇੱਥੋਂ ਹੀ ਮਿਲੂਗਾ ਜਿਹੜਾ? ਜੀ ਭਾਜੀ, ਜਿੱਥੇ ਫਿਰ ਹਾਂਜੀ ਬਿਲਕੁਲ। ਚਾਹੇ ਉਹ ਬੰਦਾ ਇਹਦੇ ਕੋਲ ਕੋਈ ਕਾਗਜ਼ ਪੱਤਰ ਹੈਗੇ ਆ ਨਹੀਂ ਹੈਗੇ, ਪਰ ਡੈਥ ਸਰਟੀਫਿਕੇਟ ਜ਼ਰੂਰ ਮਿਲੇਗਾ। ਜਿਹੜਾ ਬੌਂਡ ਦਾ ਪਰਪਸ ਹੁੰਦਾ, ਜਿੱਦਾਂ ਇੰਡੀਆ ਦੇ ਵਿੱਚ ਜ਼ਮਾਨਤ ਹੁੰਦੀ ਨਾ, ਕਿ ਬੰਦਾ ਭਗੌੜਾ ਨਾ ਹੋ ਜਾਵੇ, ਤੇ ਜੇ ਭਗੌੜਾ ਹੋ ਗਿਆ ਤੇ ਕਿਹਨੂੰ ਖਰਚਾ ਪਾਣਾ, ਕਿ ਜਿਹੜਾ ਖਰਚਾ ਪਾਣ ਵਾਲਾ ਬੰਦਾ ਉਹ ਇਤਲਾਹ ਦਿੰਦਾ ਰਵੇ ਕੋਰਟ ਨੂੰ ਕਿ ਬੰਦਾ ਭੱਜਿਆ ਤਾਂ ਨਹੀਂ, ਆਪਣੀ ਪੇਸ਼ੀ ਤੇ ਜਾਊਗਾ। ਹੁਣ ਜਿਹਦੇ ਬੰਦੇ ਦੀ ਡੈਥ ਹੋ ਗਈ, ਜਾਂ ਜਿਹਦੇ ਬੰਦੇ ਦਾ ਕੇਸ ਪਾਸ ਹੋ ਗਿਆ, ਜਾਂ ਗ੍ਰੀਨ ਕਾਰਡ ਆ ਗਿਆ, ਜਾਂ ਸਿਟੀਜ਼ਨ ਬਣ ਗਿਆ, ਉਹ ਬੰਦੇ ਨੂੰ ਫਿਰ ਬੌਂਡ ਦੀ ਲੋੜ ਨਹੀਂ ਹੁੰਦੀ, ਹੈ ਨਾ। ਤੇ ਫਿਰ ਜਿਹੜੇ ਬੌਂਡ ਵਾਪਸ ਉਹਨਾਂ ਨੇ ਕਰਨਾ, ਉਹਨਾਂ ਨੇ ਬਸ ਇਹੀ ਦੇਖਣਾ ਕਿ ਇਹ ਬੰਦਾ ਭਗੌੜਾ ਤਾਂ ਨਹੀਂ ਹੋਇਆ। ਜੇ ਤੁਸੀਂ ਦੱਸਦੇ ਹੋ ਕਿ ਉਹਦੀ ਡੈਥ ਹੋ ਗਈ ਹੈ, ਸੋ ਤੁਹਾਨੂੰ ਜਿਹੜਾ ਬੌਂਡ ਆ ਤੁਹਾਡਾ ਮੋੜ ਦੋਗੇ, ਕਿਉਂਕਿ ਤੁਸੀਂ ਉਹਦੀ ਗਰੰਟੀ ਚੱਕੀ ਸੀਗੀ ਕਿ ਇਹ ਜਾਊਗਾ ਨਹੀਂ। ਪਰ ਹੁਣ ਇਹ ਜਿਹੜਾ ਹਾਦਸਾ ਹੋਇਆ, ਇਹ ਤੁਹਾਡੇ ਹੱਥੋਂ ਬਾਹਰ, ਤਾਂ ਤੁਸੀਂ ਵੀ ਕੁਝ ਕਰ ਨਹੀਂ ਸਕਦੇ ਜੀ। ਸੋ ਬੌਂਡ ਦੇ ਉੱਤੇ ਜਿਹੜਾ ਫੋਨ ਨੰਬਰ ਆ ਉਸੇ ਕੰਟੈਕਟ ਕਰੋ, ਉਹਨਾਂ ਨੂੰ ਘੱਲੋ ਜਿਹੜੇ ਵੀ ਦਸਤਾਵੇਜ਼ ਮੰਗਦੇ ਆ, ਤੇ ਫਿਰ ਤੁਹਾਡਾ ਬੌਂਡ ਵਾਪਸ ਆ ਜਾਊਗਾ। ਗੁਰਦਿਆਲ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਥੋਂ ਮਿਸੀਪੀ ਤੋਂ ਬੋਲਦਾ, ਤੇ ਮੇਰਾ ਕੁਐਸਚਨ ਆ, ਮੇਰਾ ਨੈਫਿਊ ਇੱਕ ਨਾ ਸਟੋਰ ਦਾ ਓਨਰ ਆ, ਉਹਦੇ ਸਟੋਰ ਤੇ ਰੋਬਰੀ ਹੋ ਗਈ ਸੀ ਰਾਤ ਨੂੰ, ਭੰਨ ਤੋੜ ਹੋ ਗਈ ਸੀਗੀ, ਜਿੱਦਾਂ ਕੈਰੀਅਰ ਵਗੈਰਾ ਤੇ ATM ਵਗੈਰਾ ਵੀ ਭੰਨ ਤੋੜ ਲਗਿਆ ਸੀ। ਉਹ 10 ਮਿੰਟ ਲੇਟ ਪਹੁੰਚਿਆ ਸੀ, ਤੇ ਉਹਦੀ ਪੁਲਿਸ ਸਪੋਰਟ ਵੀ ਸਾਰਾ ਕੁਛ ਹੈਗਾ, ਤੇ ਉਹਦਾ ਕੋਈ UVJ ਦਾ ਕੁਛ ਬਣ ਸਕਦਾ? ਇਹਦੇ ਬਾਰੇ ਸੀ ਸਾਡਾ ਕੁਐਸਚਨ। ਮੌਕੇ ਵਾਰਦਾਤ ਤੇ ਸੀਗੇ? ਹਾਂ, ਥੋੜਾ ਜਿਹਾ ਮੁਸ਼ਕਿਲ ਹੋ ਜਾਣਾ ਤੁਹਾਡੇ ਲਈ, ਡੈਮੇਜ ਕਾਜ਼ ਕਰਨਾ ਤੁਹਾਡੇ ਲਈ, ਡੈਮੇਜ ਹੋਇਆ ਉਹਨੂੰ, ਉਹ ਮੁਸ਼ਕਿਲ ਹੋ ਜਾਣਾ। ਜੇ ਤਾਂ ਆਰਮਡ ਰੋਬਰੀ ਸੀਗੀ, ਹਥਿਆਰ ਲੈ ਕੇ ਆਏ ਸੀਗੇ, ਡਿਸਪਲੇ ਸੀਗਾ, ਤੁਸੀਂ ਟਰਾਈ ਕਰ ਸਕਦੇ ਆ। ਟਰਾਈ ਤੁਸੀਂ ਇਸ ਗੱਲ ਦੀ ਕਰ ਸਕਦੇ ਆ ਕਿ ਜੇ ਬੰਦੇ ਨੇ ਪੂਰਾ ਕੋਆਪਰੇਟ ਕੀਤਾ ਆਪਣੇ ਇਨਵੈਸਟੀਗੇਸ਼ਨ ਦੇ ਨਾਲ, ਤੇ ਜੇ ਆਰਮਡ ਰੋਬਰੀ ਸੀਗੀ, ਹਥਿਆਰ ਵਗੈਰਾ ਯੂਜ਼ ਹੋਏ ਸੀਗੇ, ਤੇ ਫਿਰ ਤੁਸੀਂ UV ਦਾ ਟਰਾਈ ਕਰ ਸਕਦੇ ਆ। ਤੇ ਓਬਵੀਅਸਲੀ ਉਹਦੇ ਵਿੱਚ ਚੈਲੰਜ ਇਹੀ ਆਊਗਾ ਕਿ ਤੁਹਾਨੂੰ ਕਿੰਨਾ ਡੈਮੇਜ ਕੀ ਹੋਇਆ, ਸਾਈਕੋਲੋਜੀਕਲ ਡੈਮੇਜ ਵਗੈਰਾ ਕੀ ਹੋਇਆ। ਸੋ ਉਹ ਸਾਰਾ ਜਿਹੜੇ ਪਹਿਲੂ ਆ ਉਹ ਸਾਨੂੰ ਡਿਸਕਸ ਕਰਨੇ ਪੈਣੇ ਆ। ਜੀ। ਮਨਦੀਪ ਅਟਵਾਲ ਹੁਣਾਂ ਦਾ ਸਵਾਲ ਆ ਵੀ I-130 ਦੇ ਲਈ ਉਹਨਾਂ ਨੇ ਅਪਲਾਈ ਕੀਤਾ ਆਪਣੇ ਘਰ ਵਾਲੇ ਦੇ ਲਈ, ਜਿਹੜਾ ਕਿ ਇੰਡੀਆ 'ਚ ਨੇ ਇਸ ਵੇਲੇ, ਕੀ ਉਹਨਾਂ ਦੇ ਲਈ ਉਹ ਹੁਣ H-1B ਜਾਂ ਟੂਰਿਸਟ ਵੀਜ਼ਾ ਵੀ ਅਪਲਾਈ ਕਰ ਸਕਦੇ? H-1B ਸਿਰਫ US ਇੰਪਲੋਇਰ ਤੁਹਾਨੂੰ ਸਪਾਂਸਰ ਕਰ ਸਕਦਾ। ਅਗਲੇ ਸਾਲ ਖੁੱਲੂਗਾ, ਲੋਟਰੀ ਹੋਊਗੀ ਮਾਰਚ ਦੇ, ਤੇ ਅਗਲੇ ਸਾਲ ਦੀ ਅਕਤੂਬਰ 'ਚ ਉਹ ਆ ਸਕਦੇ ਆ। ਬਿਲਕੁਲ ਕਰ ਸਕਦੇ ਹੋ, ਕਿਉਂਕਿ H-1B ਡੂਅਲ ਇੰਟੈਂਟ ਵੀਜ਼ਾ, ਮਤਲਬ ਇਹਦੇ ਵਿੱਚ ਇਮੀਗ੍ਰੈਂਟ ਪਟੀਸ਼ਨ ਫਾਈਲ ਕੀਤੀ ਨਹੀਂ ਫਾਈਲ ਕੀਤੀ ਮੈਟਰ ਨਹੀਂ ਕਰਦੀ। ਤੇ ਜਿਹੜਾ ਟੂਰਿਸਟ ਵੀਜ਼ਾ ਉਹ ਟੈਂਪਰੇਰੀ ਇੰਟੈਂਟ ਹੈ, ਮਤਲਬ ਉਹ 'ਚ ਤੁਹਾਨੂੰ ਇਰਾਦਾ ਦੱਸਣਾ ਪੈਂਦਾ ਕਿ ਤੁਸੀਂ ਵਾਪਸ ਆਪਣੀ ਹੋਮ ਕੰਟਰੀ ਜਾਓਗੇ। ਸੋ ਟੂਰਿਸਟ ਵੀਜ਼ਾ ਮਿਲਣ ਦੇ ਚਾਂਸ ਤੁਹਾਡੇ ਘੱਟ ਆ। H-1B ਨੂੰ ਕੋਈ ਪ੍ਰੋਬਲਮ ਨਹੀਂ। ਜੀ। ਅਗਲੇ ਕਾਲਰ ਬਲਬੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ? ਜੀ, ਮੇਰਾ ਸਵਾਲ ਇਹ ਹੈ ਜੀ, ਮੈਂ ਆਪਣੇ ਬੇਟੇ ਦਾ ਕੀਤਾ ਅਪਲਾਈ, ਤੇ ਉਹਦਾ 2019 ਸਤੰਬਰ ਵਿੱਚ ਕੇਸ ਓਪਨ ਹੋ ਗਿਆ ਸੀ, ਫੀਸਾਂ ਜਮ੍ਹਾਂ ਹੋ ਗਈਆਂ, ਪੇਪਰ ਸਾਰੇ ਜਮ੍ਹਾਂ ਹੋ ਗਏ ਆ, ਤੇ ਬਾਅਦ 'ਚ ਕਰੋਨਾ ਕਰਕੇ ਇੰਟਰਵਿਊ ਨਹੀਂ ਆਈ ਸੀ, ਤੇ ਹੁਣ ਮੈਂ ਸਿਟੀਜ਼ਨ ਹੋ ਗਿਆ ਆ ਲਾਸਟ ਸਾਲ,
2020 ਦੇ ਵਿੱਚ, ਤੇ ਮੈਨੂੰ ਆਪਣਾ ਸਟੇਟਸ ਅਪਡੇਟ ਕਰਨਾ ਪਊਗਾ ਜਾਂ ਕਿ ਮੇਰਾ ਗ੍ਰੀਨ ਕਾਰਡ ਤੇ ਚੱਲੂਗਾ ਉਹ? ਨਹੀਂ, ਕੈਟਾਗਰੀ ਹੁਣ ਚੇਂਜ ਹੋ ਗਈ ਹੈ, ਤੁਹਾਨੂੰ ਅਪਗ੍ਰੇਡ ਕਰਨਾ ਪੈਣਾ ਸਟੇਟਸ। ਉਹ ਫਿਰ ਮੈਂ ਕਿੱਥੇ ਕਰਾਂ ਜੀ? ਉਹ ਤੁਸੀਂ ਉਹ ਜਿਹੜਾ ਹੈਗਾ ਆਪਣੇ ਜਿਹੜਾ ਕੌਂਸੂਲੇਟ ਆ ਉਹਨੂੰ ਕੰਟੈਕਟ ਕਰ ਲਓ। ਕੋਈ ਫੋਨ ਹੁੰਦਾ ਦਾ ਜੀ, ਕੋਈ ਕਿੱਦਾਂ ਹੁੰਦਾ? ਕੌਂਸੂਲੇਟ ਦੀ ਤੁਸੀਂ ਦੇਖੋ ਉੱਥੇ US ਟਰੈਵਲ ਡੌਕਸ ਦੇ ਉੱਤੇ ਵੈਬਸਾਈਟ ਦੇ ਉੱਤੇ ਲਿੰਕ ਹੈਗਾ ਉਹਨਾਂ ਨੂੰ ਕੰਟੈਕਟ ਕਰਨ ਦਾ। ਜਿਹੜਾ ਵੀ ਕੌਂਸੂਲੇਟ ਹੈ, ਮੁੰਬਈ ਕੌਂਸੂਲੇਟ, ਉਹਨਾਂ ਦੀ ਵੈਬਸਾਈਟ ਤੇ ਜਾਓ, ਉੱਥੇ ਹੈ ਜੀ। ਕੋਈ ਈਮੇਲ ਦੇ ਨਾਲ ਵੀ ਕਰ ਸਕਦੇ ਆ ਇਹ ਕੱਲ ਸਕੂਲ? ਹਾਂਜੀ, ਮੈਂ ਈਮੇਲ ਦੱਸ ਦਿੰਦਾ ਤੁਹਾਨੂੰ ਜੀ। ਸੁਣਦੇ ਰਹੋ ਜੀ, ਤੇ ਫਿਰ ਸ਼ੋਅ ਦੇ ਵਿੱਚ ਤੁਹਾਨੂੰ ਦੱਸ ਦੇਣਗੇ, ਤੇ ਫਿਰ ਤੁਸੀਂ ਲਿਖ ਲਿਓ, ਤੇ ਫਿਰ ਤੁਸੀਂ ਬਾਅਦ ਚ ਉਹਨਾਂ ਨੂੰ ਈਮੇਲ। ਹਾਂਜੀ, ਆ ਗਈ ਜੀ। ਮੁੰਬਈ ਜਿਹੜਾ ਮੁੰਬਈ ਦੇ ਸਪੈਲਿੰਗ MUMBAI ACS ਐਪਲ ਚਾਰਲੀ ਸਨ, ਮੁੰਬਈ ACS@state.gov, ਇਹ ਇਹਨਾਂ ਦੀ ਈਮੇਲ। ਇਹਨਾਂ ਨੂੰ ਤੁਸੀਂ ਈਮੇਲ ਕਰ ਲਓ ਤੇ ਗੂਗਲ ਕਰੋ। ਵੈਸੇ ਤਾਂ ਤੁਸੀਂ ਜੇ ਇੰਟਰਨੈਟ ਦਾ ਤੁਹਾਨੂੰ ਵਰਤਣਾ ਆਉਣਾ ਹੀ ਚਾਹੀਦਾ ਜੇ ਤੁਸੀਂ ਹੁਣ, ਤੇ ਆਪਣਾ ਜਿਹੜਾ ਦੂਜੀ ਈਮੇਲ ਤੁਸੀਂ ਕਰਨੀ ਉਹ ਹੈਗੀ ਆ support-india@ustraveldocs.com। ਤੇ ਇਹਦੇ ਵਿੱਚ ਉਹ ਇਹ ਨੰਬਰ, ਪਟੀਸ਼ਨ ਨੰਬਰ ਕੀ ਲਿਖ ਕੇ ਉਹਨਾਂ ਨੇ ਘੱਲਣਾ ਹੈ, ਤੇ ਕੀ ਦੱਸਣਾ ਹੈ ਵੀ ਮੈਂ ਹੁਣ ਇਹ ਤੋਂ ਇਹ ਹੋ ਗਿਆ? ਹਾਂਜੀ, ਉਹ ਜਿਹੜਾ ਵੀਜ਼ਾ ਨੰਬਰ ਲਿਖਿਆ ਹੁੰਦਾ ਉਹਨਾਂ ਨੇ ਨਾ, ਜਿਹੜਾ DS ਕਨਫਰਮੇਸ਼ਨ ਨੰਬਰ ਵਗੈਰਾ ਲਿਖ ਕੇ, ਪਾਸਪੋਰਟ ਨੰਬਰ ਲਿਖ ਕੇ, ਨਾਮ ਲਿਖ ਕੇ, ਤੇ ਥੱਲੇ ਆਪਣਾ ਅਟੈਚ ਕਰਕੇ ਦੇ ਦਿਓ ਕਿ ਮੈਂ ਆ ਭੇਜਣੇ। ਠੀਕ ਹੈ ਜੀ। ਅਗਲੇ ਕਾਲਰ ਨੇ ਅਰੁਣ। ਹਾਂਜੀ ਅਰੁਣ। ਹਾਂਜੀ, ਮੈਂ ਪੁੱਛਣਾ ਸੀਗਾ ਤੁਹਾਨੂੰ ਕਿ ਮੇਰੀ ਸਿਸਟਰ ਇੱਕ ਨਾ ਪਿੱਛੇ ਰਹਿ ਗਈ ਆ, ਅਸੀਂ ਸਾਰੀ ਫੈਮਿਲੀ ਇੱਥੇ ਆ ਚੁੱਕੇ ਆ ਜੀ। ਹਾਂਜੀ, ਤੇ ਮੈਂ ਪੁੱਛਣਾ ਸੀਗਾ ਉਹਦੇ ਲਈ ਮਰਸੀ ਪਟੀਸ਼ਨ ਹੋ ਸਕਦਾ ਆ? ਪਿੱਛੇ ਰਹਿ ਗਈ ਮਤਲਬ ਏਜ ਆਊਟ ਹੋ ਗਈ ਸੀਗੀ? ਹਾਂਜੀ, ਉਹਨਾਂ ਦੀ ਏਜ ਜ਼ਿਆਦਾ ਹੋ ਗਈ ਸੀਗੀ ਤੇ ਉਹ ਆ ਨਹੀਂ ਪਾਏ ਸਾਡੇ ਨਾਲ, ਤੇ ਅਸੀਂ ਸਾਰੀ ਫੈਮਿਲੀ ਇੱਥੇ ਆ ਚੁੱਕੇ ਆ। ਨਹੀਂ, ਮਰਸੀ ਪਟੀਸ਼ਨ ਤਾਂ ਨਹੀਂ ਕੋਈ ਹੋ ਸਕਦੀ, ਕਿਉਂਕਿ ਜੇ ਰੈਗੂਲਰ ਪਟੀਸ਼ਨ ਦਾ ਹੀ ਉਹਨਾਂ ਨੇ ਬੰਦੋਬਸਤ ਕੀਤਾ ਹੋਇਆ ਕਿ ਤੁਸੀਂ ਅਡਲਟ ਬੱਚਿਆਂ ਲਈ ਕਰ ਸਕਦੇ ਹੋ, ਬਸ ਤੁਹਾਡਾ ਵੇਟ ਟਾਈਮ ਜ਼ਿਆਦਾ ਲੱਗੂਗਾ। ਸੋ ਮਰਸੀ ਤਾਂ ਉਦੋਂ ਹੁੰਦੀ ਹੈ ਜਦੋਂ ਕੁਝ ਹੋ ਨਹੀਂ ਸਕਦਾ ਹੁੰਦਾ। ਹੁਣ ਇਹਦੇ ਕੇਸ ਤਾਂ ਹੋ ਸਕਦਾ, ਬਸ ਇਹ ਹੈ ਕਿ ਤੁਹਾਡਾ ਟਾਈਮ ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੇ ਤੁਸੀਂ ਪੁੱਛ ਰਹੇ ਹੋ ਕਿ ਟਾਈਮ ਸ਼ਾਰਟ ਹੋ ਸਕਦਾ, ਮਰਸੀ ਦੇ ਨਾਲ ਨਹੀਂ ਹੋ ਸਕਦਾ, ਕਿਉਂਕਿ ਫਿਰ ਤਾਂ ਸਾਰੇ ਲਾਈਨ 'ਚ ਲੱਗੇ ਹੋਏ ਆ, ਸਾਰੇ ਮਰਸੀ ਮੰਗੂਗੇ, ਹੈ ਨਾ। ਸੋ ਤੁਹਾਨੂੰ ਰੈਗੂਲਰ ਚੈਨਲ ਦੇ ਥਰੂ ਜਾਣਾ ਪੈਣਾ। ਸਿਬਲਿੰਗ ਦੀ ਪਟੀਸ਼ਨ ਕਰੋ ਜੇ ਕੋਈ ਸਿਟੀਜ਼ਨ ਹੈਗਾ, F4, ਤੇ ਨਹੀਂ ਤੇ ਫਿਰ ਜੇ ਗ੍ਰੀਨ ਕਾਰਡ ਹੋਲਡਰ ਪੇਰੈਂਟ ਹੈਗੇ ਆ, ਤੇ ਜੇ ਸਿਸਟਰ ਅਨਮੈਰਿਡ ਆ ਉਹਦੀ ਪਟੀਸ਼ਨ ਕਰੇ, ਤੇ ਉਹਦੇ 7 ਕੁ ਸਾਲ, ਤੇ ਜੇ ਉਹ ਮੈਰਿਡ ਹੈਗੀ ਤੇ ਫਿਰ ਉਹਨਾਂ ਦੀ ਜਿਹੜੀ ਮੈਰਿਡ ਬੱਚੇ ਹਨ, ਜਦੋਂ ਤੁਹਾਡੇ ਪੇਰੈਂਟ ਸਿਟੀਜ਼ਨ ਬਣੂਗੇ ਉਦੋਂ ਕਰ ਸਕਦੇ ਆ। ਤੇ ਜਾਂ ਫਿਰ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਇਨਵੈਸਟਮੈਂਟ ਬੇਸ ਜਿਹੜਾ $5 ਲੱਖ ਮਿਲੀਅਨ ਵਾਲੀ ਇਨਵੈਸਟਮੈਂਟ ਆ, ਗ੍ਰੀਨ ਕਾਰਡ ਕਰ ਸਕਦੇ ਆ ਜੀ। ਉਹ 'ਚ ਇਹ ਦੱਸਦੇ ਜਾਈਏ, ਪਹਿਲਾਂ ਵੀ ਦੱਸਿਆ ਸੀ, ਉੱਤੇ ਵੀ ਆਪਾਂ ਇੱਕ ਸਪੈਸ਼ਲ ਸ਼ੋਅ ਕੀਤਾ ਸੀ, ਗਿਫਟ ਵੀ ਦੇ ਸਕਦੇ ਹੁੰਦੇ ਆ। ਸੋ ਹਿਸਾਬ ਕਿਤਾਬ ਜਿਹੜਾ ਉਹ ਤੁਸੀਂ ਲਾ ਲਿਓ, ਇਹ ਨਹੀਂ ਵੀ ਉੱਧਰੋਂ ਹੀ ਜਿਹੜੇ ਆਉਣੇ ਆ, ਜੇ ਤੁਹਾਡੇ ਕੋਲ ਵੀ ਹੈਗੇ ਆ ਤੇ ਤੁਸੀਂ ਵੀ ਆਪਣੀ ਜਿਹੜੀ ਭੈਣ ਨੂੰ ਗਿਫਟ ਕਰਕੇ ਜਿਹੜਾ ਉਸ ਹਿਸਾਬ ਦੇ ਨਾਲ ਕਰ ਸਕਦੇ ਆ। ਹਰ ਕਮਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ, ਮੈਂ ਇੱਕ ਅਮਰੀਕਾ ਸਿਟੀਜ਼ਨਸ਼ਿਪ ਤੇ ਅਸੀਂ ਜਾਣਾ ਇੰਡੀਆ ਮਹੀਨੇ ਤੱਕ। ਜੀ ਜੀ। ਤੇ ਸਾਡਾ ਲੱਗਾ ਵੀਜ਼ਾ 10 ਸਾਲ ਅਸੀਂ ਵੀਜ਼ਾ ਲੱਗਾ ਸੀਗਾ, ਤੇ ਹੁਣ ਅਸੀਂ ਜਾਣਾ ਸੀ, ਉਹ ਜਾ ਸਕਦੇ ਹੋ ਕਿਸੇ ਬੇਸ ਤੇ, ਜਾਂ ਵੀ ਸਾਨੂੰ ਲੈਣਾ ਪਊ, ਜਾਂ ਐਮਰਜੈਂਸੀ ਵੀਜ਼ਾ ਲੈਣਾ ਪਊ ਜੀ? ਦੇਖੋ ਜੀ, ਉੱਤੇ ਮੈਂ ਤੁਹਾਨੂੰ ਦੱਸ ਦਿੰਦਾ ਆ। ਵੈਸੇ ਤਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ, ਅਸੀਂ ਵਾਪਸ ਘੱਲਣ ਵਾਲਿਆਂ ਦੇ ਵਿੱਚ ਨਹੀਂ, ਅਸੀਂ ਤਾਂ ਇੱਥੇ ਅਮਰੀਕਾ 'ਚ ਲਿਆਉਣ ਵਾਲਿਆਂ ਨੂੰ ਆ ਬੰਦੇ। ਤੇ ਪਰ ਇਹ ਆ ਵੀ ਅਲ ਜਜ਼ੀਰਾ ਤੇ ਕੱਲ ਸੀਗੀ ਨਿਊਜ਼ ਵੀ ਅਕਤੂਬਰ ਦੀ 15 ਤਰੀਕ ਤੋਂ ਇਹਨਾਂ ਨੇ ਜਿਹੜੇ ਟੂਰਿਸਟ ਵੀਜ਼ੇ ਆ ਉਹ ਓਪਨ ਕਰਨ ਜਾ ਰਹੇ ਆ। ਅਜੇ ਸ਼ੁਰੂਆਤੀ ਮਹੀਨੇ ਦੇ ਲਈ ਉਹਨਾਂ ਨੇ ਚਾਰਟਰ ਜਿਹੜੀਆਂ ਫਲਾਈਟਸ ਆ ਉਸ ਦੇ ਤਹਿਤ ਲੈ ਕੇ ਜਾਣਾ ਹੈ। ਫਿਰ ਨਵੰਬਰ ਦੇ ਆਈ ਥਿੰਕ ਮਿਡ ਦੇ ਵਿੱਚ ਉਹਨਾਂ ਨੇ ਰੈਗੂਲਰ ਜਿਹੜੇ ਵੀਜ਼ੇ ਆ, ਟੂਰਿਸਟ ਵੀਜ਼ੇ ਆ, ਉਹ ਸ਼ੁਰੂ ਕਰ ਦੇਣੇ ਆ। ਉਸ ਦੇ ਵਿੱਚ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਪੁਰਾਣੇ ਜਿਹੜੇ ਲੱਗੇ ਟੂਰਿਸਟ ਵੀਜ਼ੇ ਆ ਉਹ ਚੱਲਦੇ ਰਹਿਣਗੇ ਜਾਂ ਨਵੇਂ ਲਵਾਉਣੇ ਪੈਣਗੇ। ਜਿੰਨਾ ਕੁ ਮੈਨੂੰ ਲੱਗਦਾ ਵੀ ਪੁਰਾਣੇ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਉਹ ਵੀ ਚੱਲਦੇ ਰਹਿਣਗੇ। ਸਿਰਫ ਕੋਵਿਡ ਨੂੰ ਲੈ ਕੇ ਬੰਦਸ਼ਾਂ ਮੇ ਵੀ ਹੋ ਸਕਦੀਆਂ ਵੀ ਤੁਸੀਂ ਫੁੱਲੀ ਵੈਕਸੀਨੇਟ ਹੋਵੋ ਜਾਂ ਕੁਆਰੰਟੀਨ ਕਰਨਾ ਪਊਗਾ ਜਾਂ ਨੈਗੇਟਿਵ ਟੈਸਟ, ਉਹ ਚੀਜ਼ ਜਿਹੜੀ ਹੋਊਗੀ, ਜੋ ਮੈਨੂੰ ਅੰਦਾਜ਼ਾ ਜਿਹੜਾ ਹੈਗਾ ਆ ਇੱਦਾਂ ਲੱਗਦਾ ਆ। ਸੋ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਉਹ ਥੋੜਾ ਇੰਤਜ਼ਾਰ ਕਰ ਲੈਣ, ਮਹੀਨੇ ਤੱਕ ਜਿਹੜੀ ਆ ਉਹ ਪੂਰੀ ਕਲੈਰਿਟੀ ਹੋ ਜਾਊਗੀ ਵੀ ਉਹਨਾਂ ਦਾ ਕੀ ਬਣਨਾ ਹੈਗਾ। ਕੁਲਵੀਰ ਜੀ। ਹਾਂਜੀ ਕੁਲਵੀਰ ਜੀ। ਹੈਲੋ ਜੀ ਜੀ, ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਮੇਰਾ ਕੁਐਸਚਨ ਸੀਗਾ ਜੀ, ਐਕਚੁਅਲੀ ਮੇਰੀ ਵਾਈਫ ਇੱਥੇ ਆ, ਉਹ ਪ੍ਰੈਗਨੈਂਟ ਆ, ਤੇ ਮੈਂ ਨਾ ਉਹਦੇ ਲਈ ਐਡਜਸਟਮੈਂਟ ਆਫ ਸਟੇਟਸ ਜਿਹੜਾ ਆਪਾਂ ਫਾਈਲ ਕੀਤਾ ਹੋਇਆ ਆਲਰੇਡੀ, ਤੇ ਉਹਦੇ ਲਈ ਅਸੀਂ ਹੁਣ ਬੈਨੀਫਿਟ ਲੈ ਰਹੇ ਹਾਂ, ਜਿੱਦਾਂ ਵੇਕਨ ਦੀ ਆ ਤੇ ਆਪਣਾ ਚਿਪ ਵਗੈਰਾ। ਤੇ ਇਹ ਕੁਐਸਚਨ ਸੀਗਾ ਵੀ ਉਹ ਇੰਪੈਕਟ ਕਰਦਾ ਕੋਈ, ਜਿੱਦਾਂ ਵੀ ਜਦੋਂ ਆਪਣਾ ਕੇਸ ਚੱਲਦਾ ਉਹਦੇ ਤੇ ਕੋਈ ਬੈਨੀਫਿਟ ਲੈਣ ਕਰਕੇ?
ਮੈਰਿਜ ਬੇਸ ਵਾਲੇ ਦੇਖੋ ਪਬਲਿਕ ਚਾਰ ਵਾਲੇ ਰੂਲ ਜਿਹੜੇ ਪੁਰਾਣੇ ਸੀਗੇ ਉਹ ਤਾਂ ਹੈਗੇ ਹੀ ਆ ਨਾ, ਤਾਂ ਤੁਸੀਂ ਬੈਨੀਫਿਟ ਕਿੱਦਾਂ, ਮਤਲਬ ਕਿ ਤੁਹਾਡੀ ਇਨਕਮ ਨਹੀਂ ਇਨਫ ਹੈਗੀ? ਨਹੀਂ, ਹਾਂ ਇਨਕਮ ਹਾਂਜੀ ਪਹਿਲਾਂ ਤਾਂ ਲਾਸਟ ਈਅਰ ਤਾਂ ਸੀਗੀ, ਤੇ ਅਸੀਂ ਉਹਦੇ ਲਈ ਕਿਉਂਕਿ ਉਹ ਮਹਿੰਗੀ ਪੈਂਦੀ ਸੀ ਨਾ ਸਾਨੂੰ, ਜਿੱਦਾਂ ਕਹਿ ਦਈਏ ਆਪਾਂ ਜਿਹੜੀ ਇੰਸ਼ੋਰੈਂਸ ਲੈਣੀ ਸੀਗੀ, ਪਰ ਅਸੀਂ ਉਹ ਲਈ ਸੀ, ਚਿੱਪ ਲੈ ਲਈ ਸੀਗੀ ਇੱਥੇ ਆ ਕੇ। ਅੱਛਾ ਚਲੋ ਭਾਜੀ, ਹੁਣ ਤਾਂ ਲੈ ਲਿਆ। ਸੋ ਜੇ ਤੁਸੀਂ ਪਹਿਲਾਂ ਸਾਡੇ ਸ਼ੋਅ ਸੁਣੇ ਆ ਤੇ ਆਪਾਂ ਉਹਦੇ ਵਿੱਚ ਇਹੀ ਕਿਹਾ ਕਿ ਇਹ ਬੈਨੀਫਿਟ ਲੈਣੇ ਨਹੀਂ ਚਾਹੀਦੇ ਜਦ ਤੱਕ ਗ੍ਰੀਨ ਕਾਰਡ ਨਹੀਂ ਆਉਂਦਾ, ਤੇ ਹੁਣ ਜਿਹੜੇ ਲੈ ਲਿਆ ਉਹਨੂੰ ਤਾਂ ਕੋਈ ਕਰ ਨਹੀਂ ਸਕਦਾ। ਤੁਹਾਡੀ ਕਿਸਮਤ ਇਹ ਚੰਗੀ ਹੈ ਕਿ ਜਿਹੜੇ ਕਾਫੀ ਸਾਰੇ ਪੁਰਾਣੇ ਸਟ੍ਰਿਕਟ ਰੂਲ ਸੀਗੇ ਪਬਲਿਕ ਚਾਰਜ ਵਾਲੇ ਟਰੰਪ ਐਡਮਿਨਿਸਟ੍ਰੇਸ਼ਨ ਥੱਲੇ, ਉਹਨਾਂ ਨੇ ਕੁਐਸ਼ ਕਰਤੇ ਆ, ਤੇ ਨਵੇਂ ਵਾਲਿਆਂ 'ਚ ਉਹ ਇੰਨਾ ਪ੍ਰੈਸ ਨਹੀਂ ਕਰ ਰਹੇ। ਸੋ ਹੋਪਫੁਲੀ ਤੁਹਾਡਾ ਕੋਈ ਮੁੱਦਾ ਨਹੀਂ ਬਣੂਗਾ ਇਹਦੇ ਉੱਤੇ, ਪਰ ਜੇ ਤੁਹਾਡਾ ਇਹਦਾ ਮੁੱਦਾ ਬਣਦਾ, ਤੁਹਾਨੂੰ ਉਹ ਰਿਕੁਐਸਟ ਫॉर ਐਵੀਡੈਂਸ ਜਾਂ ਹੋਰ ਕੋਈ ਕਰਦੇ ਆ, ਤੇ ਫਿਰ ਉਹਨੂੰ ਤੁਸੀਂ ਆਪ ਉਹਨੂੰ ਆਨਸਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿ ਮੈਂ ਮਾਫੀ ਹੋ ਗਈ, ਇੱਦਾਂ ਹੋ ਗਿਆ। ਉਹਨੂੰ ਫਿਰ ਸਾਨੂੰ ਰੈਗੂਲੇਸ਼ਨ ਦੇ ਹਿਸਾਬ ਨਾਲ ਹੀ ਆਨਸਰ ਕਰਨਾ ਪੈਣਾ, ਤੇ ਫਿਰ ਤੁਸੀਂ ਸਾਨੂੰ ਕੰਟੈਕਟ ਕਰਿਓ ਉਦੋਂ ਜੇ ਤੁਹਾਨੂੰ ਕੋਈ ਮੁੱਦਾ ਪੈਂਦਾ ਵਾ। ਸੋ ਹੋਪਫੁਲੀ ਮੈਨੂੰ ਲੱਗ ਰਿਹਾ 99% ਮੇ ਵੀ ਉਹ ਨਹੀਂ ਇਸ ਪਾਸੇ ਜਾਣ। ਜੀ ਜੀ, ਇੱਕ ਸਾਡਾ ਸਵਾਲ ਆਇਆ ਫੇਸਬੁੱਕ ਤੇ ਵੀ ਜੇ ਕੋਈ ਦੁਬਈ ਦੇ ਵਿੱਚ ਰਹਿ ਰਿਹਾ ਹੈਗਾ ਆ, ਟਰੱਕ ਡਰਾਈਵਰ ਆ, ਤੇ ਕੀ ਉਹ US ਦਾ ਜਾਂ ਕੈਨੇਡਾ ਦਾ ਜਾਂ ਇੰਗਲੈਂਡ ਦਾ ਜਿਹੜਾ ਆ ਉਹ ਵੀਜ਼ਾ ਅਪਲਾਈ ਕਰ ਸਕਦਾ? ਕਹਿੰਦੇ ਵੀ ਇਸ ਟਾਈਮ ਕਾਫੀ ਡਰਾਈਵਰ ਸ਼ਾਰਟੇਜ ਸਾਰੇ ਪਾਸੇ ਜਿਹੜੀ ਉਹ ਹੈਗੀ ਆ। ਜੀ ਬਾਕੀ ਕੰਟਰੀਆਂ ਦਾ ਕੁਝ ਪਤਾ ਨਹੀਂ ਮੈਨੂੰ, ਕਿਉਂਕਿ ਸੁਣਿਆ ਮੈਂ ਕਿ ਬਾਕੀ ਕੰਟਰੀਆਂ ਨੂੰ ਟਰੱਕ ਡਰਾਈਵਰਾਂ ਦੀ ਕਾਫੀ ਲੋੜ ਆ, ਪਰ ਅਮਰੀਕਾ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਲਾਅ ਪਤਾ ਸਹੀ ਹੈ ਕਿ ਪੋਲੀਟਿਕਸ ਇੱਦਾਂ ਦੀ ਹੈਗੀ ਆ ਕਿ ਇਹ 1 ਇੰਚ ਵੀ ਕਿਸੇ ਪਾਸੇ ਛੱਡਣਾ ਨਹੀਂ ਚਾਹੁੰਦੇ, ਕਿਉਂਕਿ ਬਾਕੀਆਂ ਨੇ ਰੌਲਾ ਪਾਉਣਾ। ਸੋ ਇੱਥੇ ਕੋਈ ਵੀ ਇੱਦਾਂ ਦਾ ਟਰੱਕ ਡਰਾਈਵਰਾਂ ਲਈ ਸਪੈਸ਼ਲ ਵੀਜ਼ਾ ਨਹੀਂ ਹੈਗਾ ਦੁਬਈ 'ਚ ਜਿਹੜਾ ਬੰਦਾ ਰਹਿੰਦਾ ਹੋਵੇ ਉਹਦੇ ਲਈ। ਜੀ ਜੀ ਬਿਲਕੁਲ, ਇੰਗਲੈਂਡ ਵਾਲੇ ਦਾ ਕਰਕੇ ਦੇਖੋ, ਉੱਥੇ ਤਾਂ ਬੜੀ ਹਾਹਾਕਾਰ ਮਚੀ ਆ। ਉਹ ਤਾਂ ਕਹਿੰਦੇ ਵੀ ਲੋਰੀ ਡਰਾਈਵਰ ਜਿਹੜੇ ਉਹਨਾਂ ਨੂੰ ਬਹੁਤ ਚਾਹੀਦੇ ਆ, ਤੇ ਬੋਰਿਸ ਜੌਨਸਨ ਥੋੜੇ ਦਿਨ ਪਹਿਲਾਂ ਦੱਸਦਾ ਸੀ ਵੀ ਬੜੇ ਘੱਟ ਜਿਹੜੇ ਲੋਕਾਂ ਨੇ ਅਪਲਾਈ ਕੀਤਾ ਆ, ਪਹਿਲਾਂ ਸਾਰੇ ਬਾਹਰ ਕੱਢਦੇ ਆ ਤੇ ਹੁਣ ਕਹਿੰਦੇ ਵੀ ਆ ਜਾਓ। ਸੋ ਇਹ ਏਦਾਂ ਹੁੰਦਾ ਆ ਕਈ ਵਾਰੀ ਨਾ। ਸੋ ਇਹ ਪੋਲੀਟਿਕਸ ਬੜੀ ਖਰਾਬ ਆ, ਲੋਕਾਂ ਨੂੰ ਇੱਕ ਦੂਜੇ ਦਾ ਵਿਰੋਧੀ ਬਣਾ ਕੇ ਤੇ ਬਾਅਦ ਦੇ ਵਿੱਚ ਲੋਕਾਂ ਦਾ ਹੀ ਨੁਕਸਾਨ ਆ। ਉਹਨਾਂ ਨੂੰ ਥੋੜੀ ਕੋਈ ਮੁਸ਼ਕਲ ਆ ਰਹੀ ਆ, ਉਹਨਾਂ ਸਾਰਿਆਂ ਦੇ ਲਈ ਤਾਂ ਜਿਹੜਾ ਉਹ ਠੀਕ ਹੀ ਆ। ਵੱਡੇ ਬੰਦਿਆਂ ਨੂੰ ਨਹੀਂ ਕੋਈ ਪ੍ਰੋਬਲਮ, ਆਮ ਬੰਦੇ ਨੂੰ ਜਿਹੜੀ ਦਿੱਕਤ ਆ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਜਿਹੜਾ ਹੁਣ ਸਮਾਪਤ ਹੈਗਾ ਆ ਜੀ, ਤੇ ਮਿਲਦੇ ਹਾਂ ਜੀ ਆਪਾਂ ਸਾਰੇ ਹੀ ਆਪਣੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਬੜੀ ਮਿਹਰਬਾਨੀ ਅਟਾਰਨੀ ਟੇਰਕੀਆਣਾ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਤੁਸੀਂ ਅਟਾਰਨੀ ਟੇਰਕੀਆਣਾ ਹੁਣਾਂ ਦੇ ਨਾਲ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਆ। ਇਹਨਾਂ ਦੇ ਆਫਿਸ ਦਾ ਫੋਨ ਨੰਬਰ ਆ 415 909 0503 4159090503। ਇਸ ਨੰਬਰ ਦੇ ਉੱਤੇ ਜਿਹੜਾ ਉਹ ਤੁਸੀਂ ਕੰਟੈਕਟ ਕਰੋ। ਅੱਜ ਦੇ ਜਿਹੜੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਅਸਾਈਲਮ ਦੀ ਜਿਹੜੀ ਸੀਰੀਜ਼ ਕਰ ਰਹੇ ਹਾਂ, ਉਸ ਦਾ ਚੌਥਾ ਭਾਗ ਜਿਹੜਾ ਸੀਗਾ ਅੱਜ ਅਦਾਲਤ ਦੇ ਅੰਦਰ ਕੀ ਕਾਰਵਾਈ ਹੁੰਦੀ ਆ, ਉਸ ਦੀ ਜਿਹੜੀ ਆ ਉਹਨਾਂ ਨੇ ਬਹੁਤ ਵਿਸਥਾਰ ਪੂਰਵਕ ਜਿਹੜੀ ਜਾਣਕਾਰੀ ਉਹ ਦਿੱਤੀ ਆ। ਸੋ ਜ਼ਰੂਰ ਜਿਹੜੇ ਸੁਣਿਆ, ਜਿਹੜੇ ਅਸਾਈਲਮ ਜਿਨ੍ਹਾਂ ਨੇ ਹਜੇ ਇੰਡੀਵਿਜੂਅਲ ਹੀਅਰਿੰਗ ਜਿਹੜੀ ਉਹਨਾਂ ਦੀ ਹੋਣੀ ਆ, ਉਹ ਇਸ ਸ਼ੋਅ ਨੂੰ ਬਹੁਤ ਹੀ ਧਿਆਨ ਦੇ ਨਾਲ, ਸਾਰੇ ਪੂਰੀ ਸੀਰੀਜ਼ ਨੂੰ ਜਿਹੜਾ ਉਹ ਧਿਆਨ ਦੇ ਨਾਲ ਸੁਣੋ। ਤੁਹਾਡੀ ਜਿਹੜੀ ਕਾਫੀ ਇਸ ਦੇ ਵਿੱਚ ਬੈਨੀਫਿਟ ਤੁਹਾਨੂੰ ਹੋ ਸਕਦਾ, ਮਦਦ ਮਿਲੇਗੀ। ਤੇ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।